ਲਓ ਜੀ, ਆਪਣੇ ਸਮੇਂ ਮੁਤਾਬਕ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ। ਤੇ ਹਰ ਰੋਜ਼ ਕੁਛ ਨਾ ਕੁਛ ਬਦਲ ਜਾਂਦਾ। ਕਦੀ ਮੁੱਖ ਮੰਤਰੀ ਬਦਲ ਗਿਆ, ਕਦੀ ਮੰਤਰੀ ਬਦਲ ਗਏ, ਕਦੀ ਬਿਆਨ ਬਦਲ ਗਏ, ਤੇ ਕਦੀ ਉਹਨਾਂ ਨੇ ਇਹ ਕਹਿਤਾ ਵੀ ਚਿੰਤਾ ਨਾ ਕਰੋ, ਬਸ ਮਹੀਨੇ ਡੇਢ ਮਹੀਨੇ ਤੱਕ ਤੁਹਾਡੀ ਕਿਸਮਤ ਬਦਲ ਜਾਣੀ। ਹੁਣ ਇਹਦੇ 'ਚੋਂ ਅੱਜ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ ਨੇ, ਉਹਦੇ 'ਚੋਂ ਕੀ ਕੁਛ ਬਦਲੇਗਾ, ਕੀ ਕੁਛ ਨਹੀਂ ਬਦਲੇਗਾ, 2022 ਤੱਕ ਕੌਣ ਲਿਜਾਂਦਾ ਤੇ 24 ਤੱਕ ਕੌਣ ਨਿਬੇੜਦਾ, ਗੱਲਾਂ ਬਾਤਾਂ ਕਰ ਲਾਂਗੇ। ਤੁਸੀਂ ਸੁਣ ਰਹੇ ਹੋ ਪ੍ਰਾਈਮ ਏਸ਼ੀਆ ਰੇਡੀਓ, ਨਾਲ ਦੀ ਨਾਲ ਪ੍ਰਾਈਮ ਏਸ਼ੀਆ TV। ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਇਹੀ ਪ੍ਰੋਗਰਾਮ ਬਾਅਦ ਦੇ ਵਿੱਚ ਤੁਸੀਂ ਰੇਡੀਓ 'ਤੇ ਵੀ ਸੁਣਦੇ ਹੋ। ਤੇ ਨਾਲ ਆਪਣੇ ਵੀਰ ਪਰਮਵੀਰ ਬਾਠ ਸਾਹਿਬ। ਹੋਰ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ, ਸ਼ੁਕਰੀਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਕਿਉਂ ਨਹੀਂ? ਆਹਾ ਕਿਵੇਂ ਅੱਜ ਢਿੱਲੇ ਢਿੱਲੇ ਜੇ ਆ? ਨਹੀਂ, ਮੈਂ ਢਿੱਲਾ ਜੇ ਨਹੀਂ, ਕੱਲ ਦਾ ਜ਼ੋਰ ਥੋੜਾ ਲੱਗਾ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ 10 ਘੰਟੇ ਲਗਾਤਾਰ ਬੰਦ ਹੋਵੇ, ਹੁੰਗਾਰਾ ਪੂਰਾ ਮਿਲਿਆ ਹੋਵੇ, ਤੇ ਉਧਰਲੇ ਪਾਸੇ ਪੱਤਰਕਾਰ ਵੀ ਬੈਲਟਾਂ ਕੱਸ ਕੇ ਐਨ ਚੰਗੀ ਤਰ੍ਹਾਂ ਰਹਿਣ ਕੇ ਭਾਈ ਅੱਜ ਦੇਖਣਾ, ਤਾਂ ਫਿਰ ਭਾਈ ਮੁੜ ਕੇ ਥੋੜਾ ਜਿਹਾ ਦੂਜੇ ਦਿਨ ਰਿਲੈਕਸ ਤਾਂ ਕਰਨਾ ਹੀ ਹੋਇਆ। ਨਹੀਂ, ਇਹ ਤਾਂ ਗੱਲ ਹੈਗੀ। ਵੈਸੇ ਸ਼ੁਰੂ 'ਚ ਇੱਦਾਂ ਜਾਪਦਾ ਸੀ ਵੀ ਇਹ ਬੰਦ ਦੀ ਕਾਲ ਜਿੱਦਾਂ ਪਹਿਲਾਂ ਹੁੰਦੀ ਸੀ ਉਸੇ ਤਰ੍ਹਾਂ ਇਹ ਹੋਊਗੀ, ਤੇ ਸ਼ਾਇਦ ਕੋਈ ਬਹੁਤਾ ਫਰਕ ਪਵੇ ਨਾ। ਪਰ ਜਿਸ ਹਿਸਾਬ ਨਾਲ ਫਰਕ ਪਿਆ, ਜਿਸ ਹਿਸਾਬ ਨਾਲ ਤਸਵੀਰਾਂ ਆਈਆਂ ਤੇ ਦੇਸ਼ ਦੇ ਇਕੱਲੇ ਸਟੇਟ 'ਚੋਂ ਆਈਆਂ, ਉਹ ਤੋਂ ਬਾਅਦ ਤਾਂ ਇੱਦਾਂ ਲੱਗਦਾ ਸੀ ਵੀ ਜਿਹੜੀ ਚੀਜ਼ ਕਿਸਾਨ ਲੀਡਰ ਕਹਿੰਦੇ ਸੀ ਵੀ ਭਾਈ ਸਾਹਿਬ ਇਹ ਇੱਥੋਂ ਦੀ ਗੱਲ ਨਹੀਂ ਹੈਗੀ, ਹੁਣ ਇਹ ਬਹੁਤ ਦੂਰ ਤੱਕ ਗੱਲ ਪਹੁੰਚ ਗਈ, ਉਹ ਫਿਰ ਮੰਨਣੀ ਪਊ। ਦੇਖੋ ਸੰਧਾਲੀਆ ਸਾਹਿਬ, ਇੱਕ ਬਹੁਤ ਸਾਫ਼ ਤੇ ਸਪਸ਼ਟ ਜਿਹਾ ਸਾਨੂੰ ਹਿਸਾਬ ਕਿਤਾਬ ਲਾ ਕੇ ਤੁਰਨਾ ਪਊਗਾ ਕਿ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ। ਪਿਛਲੇ ਸਾਲ 27 ਨਵੰਬਰ ਨੂੰ ਇਹ ਦਿੱਲੀ ਨੂੰ ਤੁਰਿਆ ਤੇ ਰਾਹ 'ਚ ਹਰਿਆਣਾ ਪੈਂਦਾ ਸੀ। ਕਿਸੇ ਹੋਰ ਸੂਬੇ 'ਚ ਅੰਦੋਲਨ ਨਹੀਂ ਸੀ। ਇੱਕ ਧਰਨਾ ਮੁਜ਼ਾਹਰਾ ਵਿਰੋਧ ਦੀ ਮੀਟਿੰਗ ਤੱਕ ਹੈ ਨਹੀਂ ਸੀ। ਜੇ ਇਹਨੂੰ ਆਪਾਂ ਸੀਕੁਐਂਸ 'ਚ ਦੇਖਣਾ ਹੋਵੇ, ਕ੍ਰਮ 'ਚ ਦੇਖਣਾ ਹੋਵੇ ਨਾ, ਤਰਤੀਬ 'ਚ। ਫਿਰ ਉਹਦੇ ਤੋਂ ਬਾਅਦ ਉਦੋਂ ਚੇਤਾ ਥੋੜ੍ਹੀ ਕਿਸੇ ਨੂੰ ਕਿ ਹਰਿਆਣੇ ਵਾਲੇ ਇੱਦਾਂ ਪਲਕਾਂ ਵਿਛਾਉਣਗੇ। ਫਿਰ ਅੰਦੋਲਨ ਹੌਲੀ ਹੌਲੀ ਹਰਿਆਣੇ ਦੇ ਉਹਨਾਂ ਇਲਾਕਿਆਂ 'ਚ ਪੁੱਜਾ ਜਿੱਥੋਂ ਦੀ GT ਰੋਡ ਲੰਘਦਾ ਸੀ, ਜਿੱਥੋਂ ਦੇ ਪੰਜਾਬ ਦੇ ਲੋਕ ਜਾਂਦੇ ਸੀ। ਫਿਰ ਹਰਿਆਣੇ 'ਚ ਪੁੱਜਿਆ, ਫਿਰ ਯੂਪੀ ਵਾਲੇ, ਵੈਸਟਰਨ ਯੂਪੀ ਵਾਲੇ ਨਾਲ ਜੁੜੇ, ਉਹਦੇ ਤੋਂ ਬਾਅਦ ਰਾਜਸਥਾਨ ਵਾਲੇ ਨਾਲ ਜੁੜੇ, ਫਿਰ ਦਿੱਲੀ ਦੇ ਅੰਦਰੂਨੀ ਇਲਾਕਿਆਂ 'ਚ ਲੋਕ ਨਾਲ ਜੁੜੇ। ਫਿਰ ਤੁਹਾਨੂੰ ਯਾਦ ਹੋਣਾ ਜਦੋਂ ਜਨਵਰੀ ਤੱਕ ਪਹੁੰਚੇ ਤੇ ਉੱਤਰਾਖੰਡ ਤੋਂ ਜਥੇ ਆਏ। ਫਿਰ ਤੁਹਾਨੂੰ ਯਾਦ ਹੋਣਾ ਉੜੀਸਾ ਦੇ ਵਿੱਚੋਂ ਕਿਸਾਨ ਬੱਸਾਂ ਦੇ ਵਿੱਚ ਆਉਂਦੇ ਸੀ ਤਾਂ ਯੂਪੀ 'ਚ ਰੋਕੇ ਗਏ ਸੀ। ਫਿਰ ਤੁਹਾਨੂੰ ਯਾਦ ਹੋਣਾ ਜਦੋਂ ਮਹਾਰਾਸ਼ਟਰ ਵਾਲੇ ਕਿਸਾਨ ਜਥੇ ਬਣਾ ਕੇ ਦਿੱਲੀ ਆਉਂਦੇ ਸੀ ਤਾਂ ਰਾਹ 'ਚ ਰੁਕੇ ਸੀ। ਫਿਰ ਤੁਹਾਨੂੰ ਯਾਦ ਹੋਣਾ ਕਿ ਕੇਰਲਾ ਵਾਲੇ ਕਿਸਾਨ ਜਥਿਆਂ ਦੇ ਰੂਪ 'ਚ ਆਏ ਤਾਂ ਦਿੱਲੀ ਕਈ ਦਿਨ ਰਹਿ ਕੇ ਗਏ ਸੀ। ਫਿਰ ਕੀ ਤਾਮਿਲਨਾਡੂ, ਕੀ ਕਰਨਾਟਕਾ, ਕੀ ਪੱਛਮੀ ਬੰਗਾਲ ਤੇ ਕੀ ਬਿਹਾਰ, ਸਾਰੇ ਸੂਬਿਆਂ 'ਚੋਂ ਇੱਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਦੇ ਜਿਹੜੇ ਸੇਬਾਂ ਦਾ ਕਾਰੋਬਾਰ ਕਰਦੇ ਕਿਸਾਨ ਉਹ ਵੀ ਨਾਲ ਆ ਕੇ ਜੁੜ ਗਏ। ਇਹ ਗੱਲ ਬਹੁਤ ਚੰਗੇ ਤਰੀਕੇ ਸਮਝਣੀ ਚਾਹੀਦੀ ਹੈ ਹਰ ਉਸ ਸ਼ਖਸ ਨੂੰ ਜਿਹਨੂੰ ਲੱਗਦਾ ਕਿ ਭਾਈ ਨਹੀਂ ਸਾਰੇ ਦੇਸ਼ 'ਚ ਤਾਂ ਪ੍ਰਭਾਵ ਨਹੀਂ ਪਿਆ। ਵੈਸੇ ਹੀ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ, ਜਾਣੀ ਇਹ ਦੇਸ਼ ਤੋਂ ਸ਼ੁਰੂ ਹੋ ਕੇ ਸੁੰਗੜ ਕੇ ਪੰਜਾਬ 'ਚ ਨਹੀਂ ਆਇਆ। ਇਹ ਪੰਜਾਬ ਤੋਂ ਸ਼ੁਰੂ ਹੋ ਕੇ ਵਿਸ਼ਾਲ ਹੋ ਕੇ ਦੇਸ਼ ਤੱਕ ਪਹੁੰਚਾ। ਜੇ ਅਸੀਂ ਇਸ ਫਾਰਮੂਲੇ ਨੂੰ, ਇਸ ਤਰਕ ਨੂੰ, ਇਸ ਲੌਜਿਕ ਨੂੰ ਸਾਹਮਣੇ ਰੱਖਾਂਗੇ ਤਾਂ ਫਿਰ ਵਧੀਆ ਲੱਗੂਗਾ। ਦੂਸਰਾ, ਜਦੋਂ ਕੋਈ ਵੀ ਬੰਦਾ ਕਹਿੰਦਾ ਜੀ ਇਕੱਠ ਨਹੀਂ ਸੀ ਵੱਡਾ ਹੋਇਆ, ਹੁਣ ਇਹ ਗੱਲ ਬਹੁਤ ਚੰਗੇ ਤਰੀਕੇ ਸਮਝਣੀ ਚਾਹੀਦੀ ਹੈ ਕਿ 10 ਮਹੀਨੇ ਦਿੱਲੀ 'ਚ ਬੈਠਿਆਂ ਨੂੰ ਮੁਕੰਮਲ ਹੋ ਗਏ, ਨਹੀਂ ਤਾਂ 7-10 ਦਿਨਾਂ ਤੋਂ ਬਾਅਦ ਅੰਦੋਲਨ ਨਹੀਂ ਚੱਲਦੇ ਹੁੰਦੇ। ਪਹਿਲੀ ਗੱਲ ਕਿ ਉਹਨਾਂ ਨੇ 10 ਮਹੀਨੇ ਮੁਕੰਮਲ ਕੀਤੇ ਆ। ਦੂਸਰਾ, ਜਦੋਂ ਉਹਨਾਂ ਨੇ ਜਾਮ ਲਾਏ ਤੇ ਉਹ ਸਾਰੇ ਦੇਸ਼ 'ਚੋਂ ਇੱਕ ਜਗ੍ਹਾ ਇਕੱਠੇ ਨਹੀਂ ਹੋਏ, ਸਾਰੇ ਦੇਸ਼ ਦੇ ਵਿੱਚ ਉਹਨਾਂ ਨੇ ਬੰਦ ਕਰਨਾ ਸੀ। ਪੰਜਾਬ ਦੇ ਵਿੱਚ ਜੇ 350 ਤੋਂ ਵੱਧ ਥਾਵਾਂ ਤੇ ਬੰਦ ਕੀਤਾ ਇਹਦਾ ਮਤਲਬ ਲੋਕ ਵੰਡ ਹੋਏ। ਪੰਜਾਬ ਤੋਂ ਲੋਕ ਦਿੱਲੀ ਵੀ ਗਏ ਆ। ਜਿਹੜੇ 150 ਥਾਵਾਂ ਤੇ ਪਹਿਲਾਂ ਧਰਨਾ ਪ੍ਰਦਰਸ਼ਨ ਚੱਲਦਾ ਉੱਥੇ ਦਰੀਆਂ ਖਾਲੀ ਥੋੜੀ ਰੱਖਣੀਆਂ। ਵੈਸੇ ਵੀ ਇਹ ਬੰਦ ਕਰਨਾ ਸੀ, ਲੋਕਾਂ ਦਾ ਇਕੱਠ ਕਰਨ ਦਾ ਤਾਂ ਸੱਦਾ ਦਿੱਤਾ ਹੀ ਨਹੀਂ। ਤੀਸਰੀ ਗੱਲ ਮੈਨੂੰ ਇਹ ਸੀ ਕਿ ਜਾਲਾ ਜੂਲਾ ਜਿਹੜਾ ਲਿਥ ਜਾਣਾ ਚਾਹੀਦਾ। ਤੀਸਰੀ ਗੱਲ ਕਿ ਬਹੁਤ ਵੱਡਾ ਇੱਕ ਇਤਰਾਜ਼ ਕਈ ਪਾਸਿਆਂ ਤੋਂ ਹੈ ਕਿ ਬੰਦ ਕਿਉਂ ਕਰਦੇ ਆ, ਬੰਦ ਕਰਨ ਦੇ ਨਾਲ ਨੁਕਸਾਨ ਹੁੰਦਾ। ਬਿਲਕੁਲ ਹੁੰਦਾ, ਤੇ ਖੁਦ ਕਿਸਾਨ ਆਗੂ ਵੀ ਮੰਨਦੇ ਆ। ਪਰ 10 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿੰਨੀ ਵਾਰੀ ਭਾਰਤ ਬੰਦ ਕੀਤਾ? ਜੇ ਆਪਾਂ ਮਾੜਾ ਜਿਹਾ ਚੇਤਿਆਂ ਨੂੰ ਰਗੜੀਏ, ਕਈ ਵਾਰੀ ਜੇ ਰੰਗ ਕਰਨਾ ਹੋਵੇ ਤਾਂ ਪੁਰਾਣਾ ਰੰਗ ਪਹਿਲਾਂ ਕੰਧ ਤੋਂ ਲਾਉਣਾ ਪੈਂਦਾ। ਨਹੀਂ, ਚੇਤਾ ਛਿੱਲ ਨਾ ਦਿਓ, ਥੋੜਾ ਹਿਸਾਬ ਨਾਲ। ਮੈਂ ਕਿਹੜਾ ਰੇਗ ਮਾਰਨਾ ਮੁਲਾਇਮ ਕੱਪੜੇ ਨਾਲ। ਹੁਣ ਇਹ ਕਿਸਾਨਾਂ ਨੇ ਰੋਜ਼-ਰੋਜ਼ ਨਹੀਂ ਕੀਤਾ। ਪੂਰੇ 6 ਮਹੀਨੇ ਪਹਿਲਾਂ ਮਾਰਚ ਦੇ ਵਿੱਚ ਭਾਰਤ ਬੰਦ ਦੱਸ ਦਿੱਤਾ ਸੀ, ਫਿਰ 6 ਮਹੀਨੇ ਭਾਰਤ ਬੰਦ ਨਹੀਂ ਕੀਤਾ। 6 ਮਹੀਨਿਆਂ ਦੇ ਵਿੱਚ ਜਦੋਂ ਬਿਲਕੁਲ ਸਰਕਾਰ ਨੇ ਗੱਲ ਨਹੀਂ ਕੀਤੀ, ਜਦੋਂ ਇੱਕ ਵੀ ਕਦਮ ਕੰਮ ਅਗਲੇ ਪਾਸੇ ਨੂੰ ਨਹੀਂ ਵਧਿਆ, ਉਹਦੇ ਤੋਂ ਬਾਅਦ 6 ਮਹੀਨੇ ਭਾਰਤ ਬੰਦ ਦਾ ਸੱਦਾ ਦਿੱਤਾ, ਉਹ ਵੀ ਮਹੀਨਾ ਪਹਿਲਾਂ, ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕੋਈ ਖੱਜਲ ਨਾ ਹੋਵੇ। ਉਹ ਵੀ ਉਸ ਵੇਲੇ ਜਦੋਂ ਇੱਕ ਵੀ ਪਾਸਿਓਂ ਤੁਸੀਂ ਇਹ ਦੇਖੋ, ਜੇ ਕੋਈ ਬੰਦਾ ਕਹਿੰਦਾ ਕਿ ਭਾਈ ਇਹ ਤਾਕਤ ਘਟ ਗਈ ਜੇ ਇਦਾਂ ਹੋ ਗਿਆ, ਇਹ ਆਜ਼ਾਦ ਭਾਰਤ ਤੋਂ ਬਾਅਦ ਸ਼ਾਇਦ ਪਹਿਲਾ ਐਸਾ ਅੰਦੋਲਨ ਹੈ ਜਿਹੜਾ 10 ਮਹੀਨੇ ਚੱਲਿਆ ਵੀ, ਜਿਹੜਾ ਗੈਰ ਹਿੰਸਕ ਆ, ਜਿੱਥੇ ਬਹੁਤੀਆਂ ਥਾਵਾਂ ਤੇ ਕੋਈ ਲੀਡਰ ਨਹੀਂ ਹੁੰਦਾ,
ਕਾਡਰ ਆਪ ਹੀ ਹੁੰਦਾ ਹੈ, ਹਿੰਸਾ ਬਿਲਕੁਲ ਨਹੀਂ ਹੁੰਦੀ। ਤੁਸੀਂ ਦੇਖੋ ਆਪਾਂ ਪੰਜਾਬ ਦੀ ਗੱਲ ਕਰ ਲਈਏ, ਕਦੇ ਪੰਜਾਬੀ ਇੰਨੇ ਅਨੁਸ਼ਾਸਿਤ ਹੁੰਦੇ ਸੀ ਕਿ 10-12 ਪਿੰਡਾਂ ਦੇ ਲੋਕ ਆਪੇ ਹੀ ਸੜਕ ਦੇ ਉੱਤੇ ਜਾਮ ਲਾਉਣ ਤੇ ਆਪਣੇ ਆਪ ਦੇ ਉੱਤੇ ਜ਼ਾਬਤਾ ਰੱਖਣ ਕਿ ਭਾਈ ਐਂਬੂਲੈਂਸ ਆਉਂਦੀ ਆ ਪਹਿਲਾਂ ਹੀ ਲੰਘਾਓ। ਕਿਸੇ ਵੀ ਕਿਤੇ ਇੱਕ ਪਾਸੇ ਕਿਸੇ ਨੇ ਲਾਠੀ ਐ ਕਰਕੇ ਕਿਸੇ ਨੂੰ ਦਿਖਾਈ, ਹੱਥ ਜੋੜਦੇ ਰਹੇ, ਚਾਹੇ ਕੋਈ ਡਾਕਟਰ ਸੀ, ਚਾਹੇ ਕੋਈ ਮਰੀਜ਼ ਸੀ, ਚਾਹੇ ਕੋਈ ਐਂਬੂਲੈਂਸ ਸੀ, ਚਾਹੇ ਕਿਸੇ ਦਾ ਪੇਪਰ ਸੀ, ਚਾਹੇ ਕਿਸੇ ਨੇ ਹਵਾਈ ਯਾਤਰਾ ਕਰਨੀ ਸੀ, ਆਪ ਲੰਘਾਉਂਦੇ ਰਹੇ। ਤੇ ਮੈਨੂੰ ਇਹ ਵੀ ਲੱਗਦਾ ਕਿ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਇਹ ਅੰਦੋਲਨ ਇਸ ਕਰਕੇ ਵੀ ਚੇਤੇ ਰੱਖਿਆ ਜਾਣਾ ਕਿ ਭਾਈ ਪਹਿਲਾ ਅੰਦੋਲਨ ਸੀ ਜਿੱਥੇ 6 ਮਹੀਨੇ ਸੜਕਾਂ ਰੁਕੀਆਂ, ਲੰਗਰ ਪ੍ਰਸ਼ਾਦੇ ਦਾ ਹਰ ਥਾਂ ਪੂਰਾ ਪ੍ਰਬੰਧ ਸੀ। ਨਹੀਂ, ਬਹੁਤ ਕੁਝ ਬਦਲ ਗਿਆ ਵੈਸੇ ਬਾਟ ਸਾਹਿਬ। ਹੋ ਸਕਦਾ ਕਿ ਕਿਸੇ ਬੰਦੇ ਨੂੰ ਲੱਗਦਾ ਹੋਵੇ ਕਿ ਯਾਰ ਵੀ ਇਹ ਜਿਹੜਾ ਬੰਦ ਸੀ ਇਹ ਬਾਕੀਆਂ ਨਾਲੋਂ ਵੱਖਰਾ ਕਿੱਦਾਂ ਜੀ। ਪਹਿਲੀ ਗੱਲ ਤੇ ਆਪਾਂ ਗਿਣਤੀ ਦੀ ਗੱਲ ਕਰ ਲਈਏ। ਮੈਂ ਨਾ ਵੀ ਮੋਟਾ ਤੁਸੀਂ ਕਹਿੰਦੇ 350 ਕੋ ਕਹਿੰਦਾ 500, ਮੈਂ ਕਹਿੰਦਾ ਚਲੋ ਜੇ 500 ਵਾਰ ਥਾਵਾਂ ਤੇ ਵੀ ਸੀਗੇ ਬੰਦ ਜੀ, ਜ਼ਿਆਦਾ ਨੇ, ਜੇ 500 ਬੰਦਾ ਵੀ ਹੋਏ ਕਿਤੇ ਤੇ ਫੇਰ ਵੀ 2.5 ਲੱਖ ਬੰਦਾ ਬਣ ਜਾਂਦਾ ਜੀ, ਹੈ ਨਾ। ਪੂਰੇ ਪੰਜਾਬ ਦੇ ਵਿੱਚੋਂ 2.5 ਲੱਖ ਬੰਦਾ ਉਹ ਜਿਹੜਾ ਸੜਕਾਂ ਤੇ ਹੈ। ਹੁਣ ਕਿਸੇ ਵੇਲੇ ਬੰਦਾ ਇਹ ਸੋਚ ਲੈਂਦਾ ਵੀ ਯਾਰ ਲੈ 200-400 500 ਬੰਦਾ ਸੀਗਾ ਉੱਥੇ, ਕਾਦੀ ਗੱਲ। ਹੁਣ ਗੱਲ ਇਹ ਆ ਵੀ ਜਦੋਂ ਆਪਾਂ ਇਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਰਾਜਨੀਤਿਕ ਬੰਦ ਵੀ ਦੇਖਦੇ ਹਾਂ, ਕਈ ਜਥੇਬੰਦੀਆਂ ਬੰਦ ਦੇ ਸੱਦੇ ਦਿੰਦੀਆਂ, ਫਿਰ ਹੁੰਦਾ ਕੀ ਹੈ ਕਿ ਮੋਟਰਸਾਈਕਲਾਂ ਦੀ ਆਵਾਜ਼ ਹੁੰਦੀ ਆ, ਉੱਤੇ ਵੱਡੇ ਵੱਡੇ ਸਪੀਕਰ ਹੁੰਦੇ ਆ, ਹੱਥਾਂ 'ਚ ਡੰਡੇ ਹੁੰਦੇ ਆ, ਹਥਿਆਰ ਹੁੰਦੇ ਆ, ਦਗੜ ਕਰੀ ਇੱਧਰੋਂ ਦੁਕਾਨਾਂ ਦੇ ਸ਼ਟਰ ਸੁੱਟ, ਕਦੀ ਉੱਧਰੋਂ ਸ਼ਟਰ ਸੁੱਟ। ਕਹਿਣ ਤੋਂ ਭਾਵ ਇਹ ਕਿ ਜਿਹੜਾ ਬੰਦਾ ਆਪਣੇ ਕੰਮ ਲਈ ਬਾਹਰ ਗਿਆ ਉਹ ਬੰਦ ਕਰਨਾ ਨਹੀਂ ਚਾਹੁੰਦਾ, ਤੁਸੀਂ ਉਹਨੂੰ ਧੱਕੇ ਨਾਲ ਕਰਵਾ ਰਹੇ ਹੋ। ਉਹ ਤਾਂ ਹੋ ਗਿਆ ਕਿ ਤੁਸੀਂ ਬੰਦ ਕਰਵਾਇਆ, ਉਹ ਤੇ ਹੋ ਗਿਆ ਵੀ ਤੁਸੀਂ ਆਪਣੀ ਤਾਕਤ ਵਿਖਾਉਣੀ ਹੈ। ਇੱਥੇ ਤਾਕਤ ਤੇ ਵਿਖਾਉਣ ਵਾਲੀ ਗੱਲ ਨਹੀਂ, ਇੱਥੇ ਤੇ ਇੱਕ ਵਿਚਾਰ ਆ ਜਿਹੜਾ ਬੜੀ ਦੇਰ ਤੋਂ ਚੱਲ ਰਿਹਾ ਵੀ ਮਹਾਰਾਜ ਇਹ ਜਿਹੜੀ ਚੀਜ਼ ਹੈ ਇਹ ਸਾਡੇ ਨਾਲ ਗਲਤ ਹੋ ਰਹੀ, ਤੁਸੀਂ ਸਾਡਾ ਸਾਥ ਦੇ ਦਿਓ। ਹੁਣ ਜਦੋਂ ਕਿਸਾਨ ਜਥੇਬੰਦੀਆਂ ਦੇ ਲੀਡਰ ਕਹਿੰਦੇ ਆ ਵੀ ਸਾਨੂੰ ਉਦੋਂ ਦੁੱਖ ਵੀ ਹੁੰਦਾ ਤੇ ਮਾਣ ਵੀ ਹੁੰਦਾ ਕਿ ਸਾਡੇ ਮਜ਼ਦੂਰ ਭਰਾ ਜਿਨ੍ਹਾਂ ਦਾ ਪਤਾ ਵੀ ਰੋਜ਼ ਰੇਹੜੀ ਲਾਉਣੀ ਆ ਤੇ ਰੋਜ਼ ਖਾਣਾ, ਉਹਨਾਂ ਨੇ ਅੱਜ ਰੇਹੜੀਆਂ ਤੋਂ ਤਰਪਾਲਾਂ ਵੀ ਨਹੀਂ ਲਾਈਆਂ। ਸਾਡੇ ਦੁਕਾਨਦਾਰ ਭਰਾ ਜਿਨ੍ਹਾਂ ਨੂੰ ਪਤਾ ਵੀ ਯਾਰ ਰੋਜ਼ ਆਣ ਕੇ ਸ਼ਟਰ ਚੁੱਕਾਂਗੇ ਤੇ ਫਿਰ ਕੁਛ ਨਾ ਕੁਛ ਚੱਲਣਾ, ਉਹਨਾਂ ਨੇ ਸ਼ਟਰ ਵੀ ਨਹੀਂ ਚੁੱਕਿਆ, ਅਗਲੇ ਘਰੇ ਹੀ ਬੈਠਿਆ। ਉਹ ਜਿਹੜੇ ਲੋਕ ਜਿਨ੍ਹਾਂ ਲੋਕਾਂ ਨੂੰ ਪਤਾ ਕਿ ਯਾਰ ਹੈਂਡ ਟੂ ਮਾਊਥ ਅੱਜ ਦੇ ਦਿਨ ਜੇ ਰਿਕਸ਼ਾ ਨਾ ਚਲਾਇਆ, ਰੇਹੜੀ ਨਾ ਚਲਾਈ ਜਾਂ ਦਿਨ ਆਟੋ ਨਾ ਚਲਾਇਆ ਤੇ ਫਿਰ ਕੰਮ ਬਣਨਾ ਨਹੀਂ, ਉਹਨਾਂ ਨੇ ਵੀ ਕੋਈ ਇਤਰਾਜ਼ ਨਹੀਂ ਪ੍ਰਗਟ ਕੀਤਾ, ਪਰ ਉਹ ਸੜਕ ਤੇ ਵੀ ਹੈ ਨਹੀਂ ਜੀ। ਮਤਲਬ ਇਹ ਹੋ ਗਿਆ ਕਿ ਵੀ ਜਿਹੜੀ ਚੀਜ਼ ਆਮ ਤੌਰ ਤੇ ਆਪਾਂ ਭਾਰਤ ਬੰਦ ਦੇ ਸੱਦਿਆਂ 'ਚ ਡਾਂਗ ਵਾਲੀ ਸੋਚਦੇ ਸੀ, ਉਹ ਡਾਂਗ ਸੋਟੇ ਨਾਲੋਂ ਵਿਚਾਰ ਤੇ ਜਾ ਪੜੀ। ਜੇ ਵਿਚਾਰ ਇੱਥੋਂ ਦਾ ਕੱਪੜ ਗਿਆ ਤੇ ਫਿਰ ਤੇ ਕਾਮਯਾਬੀ ਹੈ। ਨਹੀਂ ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਪੂਰੀ ਕਾਮਯਾਬੀ ਹੈ। ਇਸ ਕਰਕੇ ਨਹੀਂ ਕਿ ਬੰਦ ਹੋ ਗਿਆ, ਇਸ ਕਰਕੇ ਕਿ ਬੰਦ ਦਾ ਵਿਰੋਧ ਬਿਲਕੁਲ ਨਹੀਂ ਹੋਇਆ। ਇਹਦਾ ਮਤਲਬ ਹੈ ਕਿ ਭਾਵੇਂ ਕੋਈ ਬੰਦਾ ਘਰੇ ਬੈਠਾ, ਭਾਵੇਂ ਕਿਸੇ ਦੇ ਕੰਮ ਦਾ ਹਰਜਾ ਹੋਇਆ, ਭਾਵੇਂ ਕੋਈ ਗੱਡੀ ਦੇ ਵਿੱਚ ਉੱਥੇ ਸਟਕ ਹੋ ਗਿਆ ਸੀ, ਕੋਈ ਵੀ ਬੰਦਾ ਇਹ ਨਹੀਂ ਸੀ ਕਰਦਾ ਚੱਕੋ ਇੱਥੋਂ ਪੱਲੀ ਪੁੱਲੀ ਦਾ ਆਪਣੀ ਦਰੀ ਇੱਥੋਂ ਚੱਕ ਲਓ, ਕੀ ਤੁਸੀਂ ਤੀਜ ਦੇ ਮਾਝਮ ਲਾਇਆ ਨਾ। ਕੋਈ ਬੰਦਾ ਨਹੀਂ ਇਦਾਂ ਕਹਿੰਦਾ ਸੀ। ਉਹ ਕਹਿੰਦੇ ਬੈਠੇ ਆ। ਸਭ ਤੋਂ ਵੱਡੀ ਗੱਲ ਕਿ ਪੱਤਰਕਾਰ ਜਿਹਨੂੰ ਵੀ ਪੁੱਛਦੇ ਸੀ ਜੀ 2 ਘੰਟੇ ਹੋ ਗਿਆ ਤੁਹਾਨੂੰ ਖੜਿਆ ਨੂੰ, ਉਹ ਕਹਿੰਦੇ ਸੀ ਕੋਈ ਗੱਲ ਨਹੀਂ ਜੀ, ਮੈਨੂੰ ਤਾਂ 2 ਘੰਟੇ ਹੋਏ, ਇਹਨਾਂ ਨੂੰ 10 ਮਹੀਨੇ ਹੋ ਗਏ ਬੈਠਿਆਂ ਨੂੰ। ਇਹ ਇੱਕ ਬਹੁਤ ਵੱਡਾ ਲੌਜਿਕ ਸੀ। ਤੇ ਉਹਦੇ ਤੋਂ ਵੀ ਵੱਡੀ ਗੱਲ ਕਿ ਜਦੋਂ ਕੋਈ ਬੰਦਾ ਇਤਰਾਜ਼ ਪ੍ਰਗਟ ਕਰਦਾ ਸੀ ਤਾਂ ਅਗਲੇ ਹੱਥ ਜੋੜ ਕੇ ਕਹਿੰਦੇ ਸੀ ਜੀ ਸਾਡਾ ਔਖਾ ਬਹੁਤ ਹੈ। ਜਦੋਂ 700 ਬੰਦਿਆਂ ਦੀਆਂ ਤਸਵੀਰਾਂ ਜਿਹੜੇ ਕਿ ਇਸ ਅੰਦੋਲਨ ਦੇ ਵਿੱਚ ਚੜ੍ਹਾਈ ਕਰ ਗਏ, ਉਹਨਾਂ ਨੇ ਹੱਥਾਂ 'ਚ ਫੜੀਆਂ ਸੀ, ਫਿਰ ਦੇਖ ਕੇ ਕੋਈ ਬੰਦਾ ਕਹਿੰਦਾ ਸੀ ਨਹੀਂ ਯਾਰ ਇਦਾਂ ਨਹੀਂ ਕਹਿਣਾ। ਸੰਧਾਲੀਆ ਸਾਹਿਬ, ਜਿਹੜੀ ਇੱਕ ਇੰਪੋਰਟੈਂਟ ਗੱਲ ਇੱਥੇ ਨੋਟ ਕਰਨ ਵਾਲੀ ਹੈ, ਪੰਜਾਬ ਸੂਬੇ ਦੀ ਜਿੱਥੇ ਸਭ ਤੋਂ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਨੇ, ਚਾਹੇ ਟਰਾਂਸਪੋਰਟਰ, ਚਾਹੇ ਰਿਕਸ਼ੇ ਵਾਲੇ, ਚਾਹੇ ਡੇਅਰੀ ਵਾਲੇ, ਚਾਹੇ ਫੈਕਟਰੀਆਂ ਵਾਲੇ, ਚਾਹੇ ਛੋਟੇ ਦੁਕਾਨਦਾਰ, ਚਾਹੇ ਵੱਡੇ ਦੁਕਾਨਦਾਰ, ਚਾਹੇ ਸਰਕਾਰੀ ਕਰਮਚਾਰੀ, ਚਾਹੇ ਪ੍ਰਾਈਵੇਟ ਕਰਮਚਾਰੀ, ਚਾਹੇ ਵਿਦਿਆਰਥੀ ਜਥੇਬੰਦੀਆਂ, ਇੱਥੋਂ ਤੱਕ ਕਿ ਕਿੰਨਰਾਂ ਦੀ ਜਿਹੜੀ ਯੂਨੀਅਨ ਹੈ ਉਹ ਵੀ ਨਾਲ ਆ ਕੇ ਸੜਕ ਤੇ ਬੈਠੀ। ਜਾਣੀ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਹਰਿਆਣੇ 'ਚ ਤਾਂ ਵੋਟਾਂ ਬਹੁਤ ਦੂਰ ਨੇ, ਜੇ ਸਿਆਸਤਦਾਨਾਂ ਨੂੰ ਇਸ ਗੱਲ ਦਾ ਰੱਤੀ ਪਰ ਵੀ ਵਹਿਮ ਭੁਲੇਖਾ ਹੈ, ਭਾਵੇਂ ਮੌਜੂਦਾ ਸੱਤਾਧਾਰੀ ਹੈ ਤੇ ਭਾਵੇਂ ਪਿਛਲੇ ਸੱਤਾਧਾਰੀ ਹੈ, ਰੱਤੀ ਪਰ ਵੀ ਨੌਂ ਤੇ ਪਾਉਣ ਜੋਗਾ ਵੀ ਕਿ ਇਹ ਕੰਮ ਪਹਿਲਾਂ ਵਾਂਗੂ ਹੋ ਜਾਣਾ, ਕੋਈ ਗੱਲ ਨਹੀਂ, ਅਸੀਂ 2-4 ਪਟਾਕੇ ਮਾਰਦੇ ਭਾਸ਼ਣ ਦਿੱਤੇ ਤਾਂ ਲੋਕਾਂ ਨੇ ਉਧਰਲੇ ਪਾਸੇ ਨੂੰ ਚਲੇ ਜਾਣਾ, ਭੁਲੇਖਾ ਹੈ। ਇਹਨੂੰ ਭੁਲੇਖੇ ਨੂੰ ਕੱਢ ਦੇਣ। 6 ਵਜੇ ਸਵੇਰੇ ਬੰਦ ਹੋਣਾ ਸੀ। ਜਿਹੜੀਆਂ ਪਹਿਲੀਆਂ ਟਰਾਲੀਆਂ ਆਣ ਕੇ ਸੜਕ ਦੇ ਕਿਨਾਰੇ ਖੜੀਆਂ ਹੋਈਆਂ 4:30 ਆ ਗਈਆਂ ਸੀ। ਸਿਆਸਤਦਾਨਾਂ ਨੂੰ ਬੱਸਾਂ ਭੇਜਣੀਆਂ ਪੈਂਦੀਆਂ। ਜੇ ਤੁਸੀਂ ਮੈਂ 350 ਕਹਿਣਾ, ਤੁਸੀਂ 500, ਮੈਂ ਕਹਿੰਦਾ 600 ਵੀ ਲਾ ਲਓ। ਜੇ ਇੰਨੀਆਂ ਜਗ੍ਹਾ ਦੇ ਉੱਤੇ ਪੰਜਾਬ ਦੇ ਗੱਭਰੂ, ਮੁਟਿਆਰਾਂ, ਬੀਬੀਆਂ ਆਪ ਸੂਰਜ ਦੀ ਲੋ ਲੱਗਣ ਤੋਂ ਪਹਿਲਾਂ ਉੱਥੇ ਅੱਪੜ ਗਏ ਸੀ ਕਿ ਭਾਈ ਆਪਾਂ ਹੁਣ ਬੰਦ ਕਰਨਾ ਹੀ, ਤੇ ਕਿਸੇ ਵੀ ਬੰਦੇ ਨੇ ਵਿਰੋਧ ਨਹੀਂ ਕੀਤੇ। ਇੱਕ ਵੀ ਜਗ੍ਹਾ ਦੇ ਉੱਤੇ ਕੋਈ ਬੰਦਾ ਆਖਦਾ ਕਿ ਮੈਂ ਦੁਕਾਨ ਦਾ ਸ਼ਟਰ ਚੱਕਿਆ ਸੀ ਤਾਂ ਡਾਂਗ ਨਾਲ ਸ਼ਟਰ ਬੰਦ ਕਰਾਇਆ, ਬਿਲਕੁਲ ਨਹੀਂ। ਕੋਈ ਫੈਕਟਰੀ ਵਾਲਾ ਕਹਿ ਦੇਵੇ ਕਿ ਮੇਰੀ ਇੱਕ 5 ਰੁਪਈਆਂ ਦੀ ਚੀਜ਼ ਵੀ ਭੱਜੀ ਹੈ, ਇੰਨਾ ਜ਼ਾਬਤਾ ਆਪਾਂ ਕਦੇ ਦੇਖਿਆ ਸੀ? ਕਦੇ ਵੀ ਨਾ। ਇੱਥੇ ਤਾਂ ਵਿਆਹ ਵੀ ਰੱਖਿਆ ਹੋਵੇ ਤਾਂ ਇੱਕ ਅੱਧਾ ਛੱਜ ਕੋਈ ਨਾ ਕੋਈ ਭੱਜੇ ਹੀ ਜਾਂਦਾ, ਵਿਆਹ ਵੀ ਰੱਖਿਆ ਹੋਵੇ ਤਾਂ 4 ਜਣੇ ਆਪਸ ਵਿੱਚ ਖੜਕੀ ਪੈਂਦੇ ਆ। ਉਹ ਪੰਜਾਬ ਦੇ ਲੋਕ ਜਿਹੜੇ ਸਰਪੰਚੀ ਲਈ, ਲੰਬੜਦਾਰੀ ਲਈ ਆਪਸ ਵਿੱਚ ਝਗੜਦੇ ਥੱਕਦੇ ਨਹੀਂ ਸੀ। ਤੁਸੀਂ ਦੇਖੋ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ 10 ਘੰਟੇ ਲਗਾਤਾਰ ਜ਼ਾਬਤੇ 'ਚ ਵੀ ਰਹੇ,
ਲੰਗਰ ਪ੍ਰਸ਼ਾਦੇ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ, ਪਿੱਛੇ ਤੱਕ ਦੇਖਦੇ ਰਿਹਾ ਕੋਈ ਐਂਬੂਲੈਂਸ ਨਾ ਫਸੀ ਹੋਵੇ, ਕੋਈ ਮਰੀਜ਼ ਨਾ ਫਸਿਆ ਹੋਵੇ, ਕਾਗਜ਼ ਦੇ ਦੇ, ਅੱਛਾ ਤੇਰੀ ਟਿਕਟ ਆ, ਚੱਲ ਕਾਕਾ ਲੰਗਰ ਦਿਓ, ਵੀ ਲੰਗਰ ਦਿਓ ਮੁੰਡਿਓ। ਬਜ਼ੁਰਗਾਂ ਦਾ ਕਿਹਾ ਗੱਭਰੂ ਮੰਨਦੇ ਸੀ, ਤੇ ਗੱਭਰੂ ਜੇ ਕੋਈ ਗੱਲ ਕਹਿੰਦੇ ਬਜ਼ੁਰਗ ਕਹਿੰਦੇ ਕੋਈ ਗੱਲ ਨਹੀਂ ਪੁੱਤ ਸਲਾਹ ਕਰਕੇ ਦੱਸ ਦਿਆਂ, ਤੇ ਮਿੰਟਾਂ ਪੰਜਾਂ 'ਚ ਫੈਸਲਾ ਆ ਜਾਂਦਾ ਸੀ। ਹੁਣ ਜੇ ਕੋਈ ਬੰਦਾ ਆਖੇ ਕਿ ਭਾਈ ਨਹੀਂ, ਹਾਂ ਮੇਨ ਸਟਰੀਮ ਮੀਡੀਆ ਨੇ ਬਹੁਤੀ ਕਵਰੇਜ ਨਹੀਂ ਕੀਤੀ। ਸੰਧਾਵਾਲੀਆ ਸਾਹਿਬ, ਜੇ ਤੋਂ ਆਪਾਂ ਪੰਜਾਬ, ਹਰਿਆਣਾ, ਹਰਿਆਣੇ ਤੋਂ ਯੂਪੀ ਤੇ ਰਾਜਸਥਾਨ, ਉਹਦੇ ਤੋਂ ਬਾਅਦ ਜਦੋਂ ਅੱਜ ਦੇਖਦੇ ਸੀ ਕਿ ਭਾਈ ਤਾਮਿਲਨਾਡੂ ਦੇ ਵਿੱਚੋਂ ਤਸਵੀਰਾਂ ਆਈਆਂ ਕਿ ਪ੍ਰਦਰਸ਼ਨ ਹੋਏ, ਸੜਕ ਰੁਕੀ ਕਿ ਨਹੀਂ ਰੁਕੀ ਵੱਖਰੀ ਗੱਲ ਹੈ, ਲੋਕ ਇਕੱਠੇ ਹੋਏ ਕੇਰਲਾ ਚੋਂ, ਉੜੀਸਾ ਚੋਂ, ਬਿਹਾਰ ਚੋਂ, ਤ੍ਰਿਪੁਰਾ ਚੋਂ, ਉਹ ਪਰਲੇ ਪਾਸੇ ਮਹਾਰਾਸ਼ਟਰ ਦੇ ਵਿੱਚੋਂ, ਤੇਲੰਗਾਨਾ ਦੇ ਵਿੱਚੋਂ, ਸਾਰੇ ਪਾਸੇ ਆਂਧਰਾ ਪ੍ਰਦੇਸ਼ ਚੋਂ, ਕੋਈ ਰੇਲਵੇ ਟਰੈਕ ਦੇ ਕਿਨਾਰੇ ਕਤਾਰਾਂ ਬੰਨ੍ਹ ਕੇ ਤੁਰੇ ਜਾਂਦੇ ਹੈ, ਕੋਈ ਸਰਕਾਰੀ ਦਫ਼ਤਰਾਂ ਦੇ ਮੂਹਰੇ ਆ ਕੇ ਖੜੇ ਹੈ, ਕਿਸੇ ਨੇ ਪੁਤਲਾ ਸਾੜਿਆ। ਇਹਦਾ ਮਤਲਬ ਕੀ ਹੈ ਕਿ ਜਦੋਂ ਦੇਸ਼ ਦੀਆਂ ਸਾਰੀਆਂ ਵਿਰੋਧੀ ਧਿਰਾਂ, ਜਾਣੀ ਅੰਦੋਲਨ ਛੋਟਾ ਹੈ ਕਿ ਅੰਦੋਲਨ ਵੱਡਾ ਹੈ, ਉਹਦੀ ਤਾਕਤ ਦਾ ਪਤਾ ਇੱਥੋਂ ਲੱਗਦਾ ਹੈ ਕਿ ਅੱਜ ਤੱਕ ਕੋਈ ਸਿਆਸੀ ਲੀਡਰ 10 ਮਹੀਨਿਆਂ ਤੋਂ ਸਟੇਜ ਤੇ ਉਹਨਾਂ ਨੇ ਚੜ੍ਹਨ ਨਹੀਂ ਦਿੱਤਾ, ਤੇ ਸਾਰੀਆਂ ਵਿਰੋਧੀ ਧਿਰਾਂ ਕਹਿੰਦੀਆਂ ਜੀ ਕਿਸਾਨਾਂ ਦੇ ਬੰਦ ਦੇ ਸੱਦੇ ਦਾ ਅਸੀਂ ਸਮਰਥਨ ਕਰਦੇ ਹਾਂ। ਜੋ ਕਰਨਾ ਪੈਣਾ ਨਾ, ਦੇਖੋ ਲੌਜਿਕ ਦੀ ਗੱਲ, ਜਦੋਂ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਨਾ ਵੀ ਪੰਜਾਬ ਤੋਂ ਕੋਈ ਚੀਜ਼ ਤੁਰੀ, ਮੇਰਾ ਖਿਆਲ ਤੁਹਾਨੂੰ ਯਾਦ ਹੋਣਾ ਜਦੋਂ ਪੰਜਾਬ ਤੋਂ ਇਹ ਚੀਜ਼ ਚੱਲੀ ਸੀ ਨਾ, ਉਦੋਂ ਜਿੱਥੇ ਜਿੱਥੇ ਵੀ ਬੀਜੇਪੀ ਨਾਲ ਸੰਬੰਧਿਤ ਸਰਕਾਰਾਂ ਨੇ ਉੱਥੋਂ ਇਹ ਬਿਆਨ ਆਉਣ ਲੱਗ ਪਏ ਸੀ, ਦੇਖੋ ये तो पंजाब का मसला है, कांग्रेस पार्टी है वहाँ पे उनका कुछ बन नहीं रहा इसलिए कर रहे हैं। ਹੁਣ ਰਾਜੇਵਾਲ ਸਾਹਿਬ ਦੀ ਉਹ ਸਪੀਚ ਮੇਰਾ ਖਿਆਲ ਹਰੇਕ ਨੇ ਸੁਣੀ ਹੋਣੀ, ਜਿਹਦੇ 'ਚ ਉਹ ਕਹਿੰਦੇ ਸੀ ਵੀ ਸ਼ੁਰੂ 'ਚ ਨਾ ਹਿਮਾਚਲ ਵਾਲੇ ਸਾਡੇ ਨਾਲ ਔਖੇ ਭਾਰੇ ਹੁੰਦੇ ਸੀ ਵੀ ਇੱਦਾਂ ਕਿੱਦਾਂ ਯਾਰ ਤੁਸੀਂ ਬੰਦ ਕਰਕੇ ਬਹਿ ਗਏ ਹੋ, ਸਾਡਾ ਤੇ ਇਹੋ ਤੇ ਟਾਈਮ ਆ ਵੀ ਲੋਕਾਂ ਨੇ ਇੱਧਰ ਪਹਾੜਾਂ 'ਚ ਆਉਣਾ ਹੁੰਦਾ, ਪਹਿਲਾਂ ਕਰੋਨੇ ਨੇ ਮਾਰਤਾ, ਹੁਣ ਜੇ ਮਾੜੀ ਮੋਟ ਖੁੱਲ੍ਹ ਮਿਲੀ ਤੇ ਤੁਸੀਂ ਕਹਿੰਦੇ ਵੀ ਆਪਾਂ ਕਿਸਾਨ ਅੰਦੋਲਨ ਦਾ ਕਰਕੇ ਚੱਲਣ ਨਹੀਂ ਦੇਣਾ। ਉਹ ਕਹਿੰਦੇ ਹੌਲੀ ਹੌਲੀ ਉਹਨਾਂ ਨੂੰ ਸਮਝ ਆਈ ਵੀ ਟੂਰਿਜ਼ਮ ਤੇ ਯਾਰ ਕਦੀ ਕਦਾਈ ਵਾਲਾ, ਜੇ ਆਪਾਂ ਫਸਲਵਾੜੀ ਦੀ ਗੱਲ ਕਰੀਏ ਤੇ ਉੱਥੇ ਜਿਹੜੀਆਂ ਸਬਜ਼ੀਆਂ ਭਾਜੀਆਂ ਤਰਕਾਰੀਆਂ ਉਹ ਵੀ ਪੰਜਾਬ ਤੱਕ ਕੱਪੜਦੀਆਂ ਸੀ, ਉਹਨਾਂ ਦਾ ਕਿੰਨਾ ਕੁ ਮੁੱਲ ਮਿਲਦਾ। ਸਭ ਤੋਂ ਵੱਡੀ ਗੱਲ ਜਿਹੜੀ ਕਾਰਪੋਰੇਟ ਵਾਲੀ ਸਮਝਾਉਣ ਦੀ ਗੱਲ ਸੀ ਸੇਬਾਂ ਵਾਲੀ, ਵੀ ਕੁਛ ਕੁ ਵੈਰਾਈਟੀਆਂ ਤੇ ਐਸੀਆਂ ਜਿਹੜੀਆਂ ਇੰਡੀਆ 'ਚ ਮਿਲਦੀਆਂ ਹੀ ਨਹੀਂ, ਤੇ ਜਿਹੜਾ ਉੱਥੋਂ ਖਰੀਦ ਕੇ ਲਿਆਂਦਾ ਜਾਂਦਾ ਪੰਜਾਂ ਨੂੰ, ਆਉਂਦਿਆਂ ਨੂੰ ਇੱਧਰ ਪੰਜਾਬ 'ਚ ਹੀ ਲਾ ਲਓ 250 ਨੂੰ 200 ਨੂੰ, ਉਹਨਾਂ ਨੂੰ ਬਾਅਦ ਸਮਝ ਲੱਗੀ ਵੀ ਯਾਰ ਇਹ ਪੰਜਾਂ ਦਾ ਖਰੀਦ ਕੇ 200 250 ਨੂੰ ਜਿਹੜਾ ਅਗਲੇ ਬਾਰਡਰ ਟਪਾਉਣ ਦਾ ਹੀ ਲੈ ਲੈਂਦੇ ਆ, ਉਹਨਾਂ ਕੋਲ ਐਸੀ ਕੀ ਗਿੱਦੜ ਸਿੰਘ ਜਿਹੜੀ ਸਾਡੇ ਕੋਲ ਨਹੀਂ ਹੈਗੀ। ਤੇ ਹੁਣ ਜੇ ਉਹਨਾਂ ਨੂੰ ਸਮਝ ਆ ਗਈ ਤੇ ਹਿਮਾਚਲ ਕਹਿੰਦੇ ਅਸੀਂ ਕਿਸੇ ਨੂੰ ਕਹਿਣ ਨਹੀਂ ਗਏ, ਅਗਲੇ ਬੰਦ ਕਰਕੇ ਫੋਨ ਸਾਨੂੰ ਕਰਦੇ ਕਿ ਸਰਦਾਰ ਜੀ ਆਪਕੇ ਸਾਥ ਹੈ, ਬਹੁਤ ਅੱਛਾ ਕਰ ਰਹੇ, ਫੋਟੋ ਭੇਜਦੀ ਹੈ, ਫੋਟੋ ਭੇਜਦੀ ਹੈ। ਮਤਲਬ ਕਹਿਣ ਤੋਂ ਇਹ ਹੋ ਗਿਆ ਵੀ ਜੇ ਹੁਣ ਆਹ ਵਾਲਾ ਸੁੱਖ ਸੁਨੇਹਾ, ਕਹਿਣ ਤੋਂ ਭਾਵੇਂ ਕਿ ਹੈ ਤੇ ਵੀ ਇੱਕ ਤਰ੍ਹਾਂ ਦਾ ਵਿਚਾਰ ਹੀ ਨਾ, ਰੌਲਾ ਇਹ ਨਹੀਂ ਹੈ ਕਿ ਇਸ ਵਕਤ ਜਦੋਂ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਕਿ ਹਰੇਕ ਤਰ੍ਹਾਂ ਦੀ ਜਥੇਬੰਦੀ ਇਸ ਵਕਤ ਆਣ ਕੇ ਨਾਲ ਜੁੜ ਗਈ, ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੀ ਕਿਸਾਨਾਂ ਨਾਲ ਕੋਈ ਹਮਦਰਦੀ ਹੈ। ਅਸਲ ਦੇ ਵਿੱਚ ਹਰੇਕ ਨੂੰ ਦੁੱਖ ਆਪੋ ਆਪਣਾ, ਜਿੱਦਾਂ ਪੰਜਾਬੀ ਨਹੀਂ ਕਹਿੰਦੇ ਹੁੰਦੇ ਵੀ ਯਾਰ ਜੇ ਕਿਸੇ ਦੇ ਘਰੇ ਕੋਈ ਸੋਗ ਹੋਵੇ ਤੇ ਬੰਦਾ ਪਿੱਟਦਾ ਕਈ ਨਾ ਆਪਣੇ ਨੂੰ ਹੁੰਦਾ, ਉਹ ਆਪੋ ਆਪਣੇ ਜਿਹੜੇ ਦੁੱਖ ਆ ਮੇਰੇ ਖਿਆਲ ਨਾਲ ਉਹਨਾਂ ਦਾ ਕਰਕੇ ਵੀ ਹਰੇਕ ਬੰਦਾ ਨਾਲ ਜੁੜਦਾ ਵੀ ਮਹਾਰਾਜ ਵਾਅਦੇ ਤਾਂ ਕਈ ਤਰ੍ਹਾਂ ਦੇ ਹੁੰਦੇ ਆ, ਪਰ ਜਦੋਂ ਅੱਗੇ ਜਾ ਕੇ ਇੰਪਲੀਮੈਂਟ ਕਰਨ ਦੀ ਗੱਲ ਆਉਂਦੀ ਉਦੋਂ ਕੋਈ ਲੱਭਦਾ ਨਹੀਂ। ਤੇ ਜੇ ਇੱਕ ਜਥੇਬੰਦੀ ਤੁਰੀ ਹੈ ਤੇ ਕਿਉਂ ਨਾ ਆਪਾਂ ਆਪਣੀ ਗੱਲ ਵੀ ਕਰ ਲਈ ਵੀ ਮਹਾਰਾਜ ਸਾਡੇ ਦੁੱਖਾਂ ਦਾ ਵੀ ਇਲਾਜ ਕਰ ਦਿਓ। ਸੰਧਾਲੀਆ ਸਾਹਿਬ, ਇਹ ਸਭ ਤੋਂ ਵੱਡਾ ਸਵਾਲ ਹੈ ਕਿ ਬੰਦਾ ਆਪਣੇ ਆਪ ਨੂੰ ਪਿੱਟਦਾ ਹੁੰਦਾ, ਇੱਥੇ ਪਿੱਟ ਸਿਆਪਾ ਉਹੀ ਹੈ। ਤੁਸੀਂ ਇਹ ਦੇਖੋ ਕਿ ਅੱਜ ਤੱਕ ਹੁੰਦਾ ਕੀ ਰਿਹਾ ਸੀ, ਐਮਰਜੈਂਸੀ ਲੱਗੀ, ਲੋਕਾਂ ਨੇ ਵੱਟ ਕੱਢ ਦਿੱਤੇ ਫੜ ਕੇ, ਵਿਰੋਧੀ ਧਿਰਾਂ ਨਾਲ ਰਲ ਗਿਆ, ਲੋਕ ਪਿਆ ਕਿ ਭਾਈ ਦੇਸ਼ ਦਾ ਲੋਕਤੰਤਰ ਕਤਲ ਕਰਤਾ। ਉਹਦੇ ਤੋਂ ਬਾਅਦ ਜੇ ਕਦੇ ਮਹਿੰਗਾਈ ਹੋਣੀ, ਲੋਕਾਂ ਨੇ ਝੱਟ ਵਿਰੋਧੀ ਪਾਰਟੀ ਦੇ ਹੱਕ 'ਚ ਖੜ ਜਾਣਾ ਕਿ ਭਾਈ ਇਹ ਸਰਕਾਰ ਗਲਤ ਕਰਦੀ ਹੈ। ਫਿਰ ਲੋਕਾਂ ਨੇ ਦੇਖਿਆ ਕਿ ਸਰਕਾਰ ਬਦਲ ਜਾਂਦੀ ਹੈ, ਸਾਡੀ ਸਮੱਸਿਆ ਨਹੀਂ ਖਤਮ ਹੁੰਦੀ, ਸਾਡੀ ਸਥਿਤੀ ਉਹੀ ਰਹਿੰਦੀ ਹੈ, ਅਸੀਂ ਉਹੀ ਲੂਣ ਤੇਲ ਤੇ ਲੱਕੜੀਆਂ ਦੇ ਵਿੱਚ ਹੀ ਜਿਹੜਾ ਉਹ ਕੁੜਦੇ ਪਿੜਦੇ ਰਹਿੰਦੇ ਹਾਂ। ਪਹਿਲੀ ਵਾਰ ਲੰਬੇ ਸਮੇਂ ਬਾਅਦ ਉਹਨਾਂ ਨੂੰ ਐਂ ਲੱਗਾ ਕਿ ਕੋਈ ਗੈਰ ਸਿਆਸੀ ਫਰੰਟ ਮਿਲਿਆ ਜਿਹੜਾ ਕਿ ਸਾਨੂੰ ਅੱਗੇ ਹੋ ਕੇ ਥੋੜਾ ਜਿਹਾ ਐਡਰੈਸ ਕਰ ਰਿਹਾ। ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖੋ, ਪਹਿਲਾਂ ਕੱਲਾ ਇਹੀ ਸੀ ਨਾ ਕਿ 3 ਕਾਨੂੰਨ ਰੱਦ ਕਰੋ, ਉਹਦੇ ਵਿੱਚ ਇਹ ਸੀਗਾ ਕਿ ਭਾਈ 2-3 ਸੂਬਿਆਂ ਨੂੰ ਇਫੈਕਟ ਪੈਂਦਾ, ਤੇ ਜਦੋਂ ਦੇਖਿਆ ਕਿ ਭਾਈ ਬਾਕੀ ਕਿਸਾਨਾਂ ਦੀ ਹਾਲਤ ਤਾਂ ਬਹੁਤ ਮਾੜੀ, ਉਹ MSP ਨਾਲ ਲੈ ਕੇ ਆਏ। ਫਿਰ ਉਹਦੇ ਤੋਂ ਬਾਅਦ ਜਦੋਂ ਇਹ ਦੇਖਿਆ ਕਿ ਠੀਕ ਹੈ ਭਾਈ ਇਹ ਤਾਂ ਕਿਸਾਨਾਂ ਦੀ ਹੈ, ਫਿਰ ਜ਼ਰੂਰੀ ਵਸਤਾਂ ਸੋਧ ਐਕਟ ਦੇ ਮੁੱਦੇ ਦੇ ਉੱਤੇ ਸਰਗਰਮੀ ਸ਼ੁਰੂ ਕਰਤੀ ਕਿ ਭਾਈ ਜੇ ਜ਼ਰੂਰੀ ਵਸਤਾਂ ਦਾ ਜਿਹੜਾ ਭੰਡਾਰਨ ਹੈ ਉਹਦੇ ਨਿਯਮਾਂ ਦੇ ਵਿੱਚ ਕੋਈ ਤਬਦੀਲੀ ਆ ਗਈ ਤਾਂ ਆਮ ਬੰਦਾ ਤਾਂ ਖਰੀਦ ਹੀ ਨਹੀਂ ਸਕੂਗਾ, ਫਿਰ ਤਾਂ ਮਹਿੰਗਾਈ ਛਾਲਾ ਮਾਰ ਲੂ, ਫਿਰ ਤਾਂ ਭੰਡਾਰੀ ਕਰਨ ਵਾਲਾ ਕੰਮ ਦੂਜੇ ਪਾਸੇ ਆ ਜਾਊ। ਇਹਦੇ ਨਾਲ ਹੌਲੀ ਹੌਲੀ ਲੋਕਾਂ ਨੂੰ ਲੱਗਾ ਕਿ ਨਹੀਂ ਬਈ ਇਕੱਲੀ ਕਿਸਾਨਾਂ ਦੀ ਗੱਲ ਨਹੀਂ, ਕੰਜ਼ਿਊਮਰ ਦੀ ਵੀ ਗੱਲ ਆ, ਗ੍ਰਾਹਕ ਦੀ ਵੀ ਗੱਲ ਆ, ਉਹ ਸਾਡੀ ਗੱਲ ਨੂੰ ਵੀ ਐਡਰੈਸ ਕਰਦੇ ਆ। ਤੇ ਜਦੋਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਹੀ ਜਾਂਦੇ ਆ ਕਿ ਭਾਈ ਤੁਹਾਨੂੰ ਸਸਤੇ ਚੌਲ ਦੇ ਦਿਆਂਗੇ, ਸਸਤੀ ਦਾਲ ਦੇ ਦਿਆਂਗੇ, ਤੁਹਾਨੂੰ ਫ੍ਰੀ ਗੈਸ ਸਿਲੰਡਰ ਦੇ ਦਿਆਂਗੇ, ਤੁਹਾਨੂੰ ਮੁਫਤ ਘਰ ਦੇ ਦਿਆਂਗੇ, ਹਰ ਜਗ੍ਹਾ ਦੇ ਉੱਤੇ ਹਰ ਪੋਲੀਟੀਕਲ ਪਾਰਟੀ ਪਹਿਲੇ ਕੁਝ ਇੱਕ ਯੂਨਿਟ ਮੁਫਤ ਬਿਜਲੀ ਦੀ ਗੱਲ ਕਰਦੀ ਹੈ, ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਤਾਂ ਮਹਿਸੂਸ ਹੋ ਰਿਹਾ ਨਾ ਕਿ ਅਸੀਂ ਤਾਂ ਭਾਈ ਆਜ਼ਾਦੀ ਘੁਲਾਟੀਆਂ ਦੇ ਦੇਸ਼ ਦੇ ਵਾਸੀ ਹਾਂ, ਤੇ ਸਾਨੂੰ ਮੁਫਤ ਦੇ ਕੇ ਇਸ ਗੱਲ ਦੇ ਲਈ
ਇਹ ਤਕਰੀਬਨ ਯਕੀਨ ਦਵਾਈ ਜਾਂਦੇ ਆ ਕਿ ਤੁਹਾਡੇ ਪੱਲੇ ਪੁੱਲੇ ਹੈ ਨਹੀਂ ਕੁਛ, ਤੁਹਾਨੂੰ ਸਰਕਾਰ ਦੇ ਰਹਿਮੋ ਕਰਮ ਤੇ ਪਲਣਾ ਪੈਣਾ। ਜਦੋਂ ਥਾਂ ਥਾਂ ਦੇ ਉੱਤੇ ਹੁਣ ਲੋਕਾਂ ਨੂੰ ਇੱਕ ਗੱਲ ਦਾ ਤਾਂ ਚੇਤਾ ਆਉਂਦਾ ਨਾ, ਕੋਈ ਵੀ ਬੰਦਾ ਆਪਣੇ ਘਰੇ ਬੈਠਾ, ਭਾਈ ਮੇਰੇ ਨੇੜੇ ਸਕੂਲ ਹੈ ਸਰਕਾਰੀ, ਮਾਸਟਰ ਹੈ ਨਹੀਂ, ਉਹ ਪਰਲੇ ਪਾਸੇ ਨੇੜੇ ਸਕੂਲ ਆ ਪ੍ਰਾਈਵੇਟ, ਉੱਥੇ ਦੇਣ ਨੂੰ ਫੀਸ ਹੈ ਨਹੀਂ। ਜਦੋਂ ਕੋਈ ਬੰਦਾ ਸੋਚਦਾ ਹੋਊਗਾ ਕਿ ਮੇਰਾ ਘਰ ਗੰਗਾ ਦੇ ਕਿਨਾਰੇ ਆ ਪਰ ਸਾਫ਼ ਨਹੀਂ ਹੋਈ, ਜਦੋਂ ਕੋਈ ਬੰਦਾ ਸੋਚਦਾ ਹੋਏਗਾ ਕਿ ਮੇਰਾ ਘਰ ਬੁੱਢੇ ਨਾਲੇ ਦੇ ਕਿਨਾਰੇ ਆ ਪਰ ਸਾਫ਼ ਨਹੀਂ ਹੋਇਆ, ਜਦੋਂ ਕੋਈ ਬੰਦਾ ਸੋਚਦਾ ਹੋਏਗਾ ਕਿ ਪੁੱਤ ਮੇਰੇ ਨੇ ਬੀਐਡ ਐਮਐਡ ਐਮਐਸਸੀ ਐਮਕਾਮ ਕਰ ਲਈ, ਧੀ ਨੇ ਕਰ ਲਈ, ਪਰ ਨੌਕਰੀ ਨਹੀਂ ਮਿਲੀ, ਜੇ ਮਿਲਦੀ ਆ ਤਾਂ 4500 ਰੁਪਈਆ ਮਿਲਦਾ, ਉਹ ਲੋਕ ਸੋਚਦੇ ਤਾਂ ਹੋਣਗੇ ਨਾ ਕਿ ਭਾਈ ਸਿਆਸੀ ਧਿਰਾਂ ਵਾਅਦੇ ਕਰਦੀਆਂ, ਸਰਕਾਰਾਂ ਬਣਾ ਲੈਂਦੀਆਂ, ਪੂਰਾ ਨਹੀਂ ਕਰਦੀਆਂ। ਗੈਰ ਸਿਆਸੀ ਧਿਰ ਸਾਹਮਣੇ ਆਈ ਹੈ ਤਾਂ ਮਾਪਿਆਂ ਨੂੰ ਚੇਤਾ ਤਾਂ ਨਹੀਂ ਭੁੱਲਦਾ ਹੋਣਾ ਕਿ ਭਾਈ ਸਾਡੇ ਪੁੱਤ ਧੀਆਂ ਨਹਿਰਾਂ ਛਾਲਾਂ ਮਾਰਦੇ ਫਿਰਦੇ ਆ। ਉਹ ਆਣ ਕੇ ਸਾਨੂੰ ਕਹਿੰਦੇ ਆ ਕਿ ਬੇਬੇ ਮਰ ਜਾ ਸੇਕਦੇ ਕੀ ਹੋਇਆ, ਅੱਜ ਡਾਂਗ ਲੱਗੀ ਆ ਕਿਉਂਕਿ ਨੌਕਰੀਆਂ ਮੰਗਣ ਗਏ ਸੀ। ਉਹਨਾਂ ਨੂੰ ਚੇਤਾ ਤਾਂ ਨਹੀਂ ਭੁੱਲਦਾ ਹੋਣਾ ਕਿ ਭਾਈ ਇਹ ਟੈਂਕੀ ਦੇ ਉੱਤੇ 3 ਮਹੀਨੇ ਤੋਂ ਕੌਣ ਚੜਿਆ। ਉਹ ਸਾਰੀਆਂ ਚੀਜ਼ਾਂ ਦਾ ਇੱਥੇ ਜਿਹੜਾ ਇੱਕ ਪੰਡ ਜੀ ਵੱਜੀ ਪਈ ਸੀ, ਇੱਕ ਟੋਕਰਾ ਪਿਆ ਸੀ, ਉਹ ਸਾਰਾ ਹੌਲੀ ਹੌਲੀ ਲੋਕਾਂ ਨੂੰ ਇਸ ਚੀਜ਼ ਦੇ ਨਾਲ ਜਿਹੜਾ ਜੋੜ ਰਿਹਾ। ਤੇ ਮੈਨੂੰ ਤਾਂ ਇਹ ਲੱਗਦਾ ਕਿ ਬਹੁਤ ਛੇਤੀ ਸਰਕਾਰ ਨੂੰ ਕੋਈ ਨਾ ਕੋਈ ਫੈਸਲਾ ਕਰਨਾ ਚਾਹੀਦਾ, ਕਿਉਂਕਿ ਸਰਕਾਰ ਮਾਪਿਆਂ ਵਰਗੀ ਹੁੰਦੀ ਹੈ। ਇਹ ਨਹੀਂ ਦੇਖਣਾ ਚਾਹੀਦਾ ਕਿ ਭਾਈ ਨਿਆਣੇ ਅੜੇ ਬੈਠੇ ਆ ਜਾਂ ਨਿਆਣੇ ਨਹੀਂ ਮੰਨਦੇ, ਕਈ ਵਾਰ ਮਾਪਿਆਂ ਨੂੰ ਅੱਗੇ ਹੋ ਕੇ ਬਣਨੀ ਪੈਂਦੀ ਕੋਈ ਚੀਜ਼। ਠੀਕ ਹੈ, ਚਲੋ, ਪਰ ਕੁੱਲ ਮਿਲਾ ਕੇ ਇੱਕ ਗੱਲ ਤੇ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਵੀ ਜਿਸ ਹਿਸਾਬ ਨਾਲ ਇਹ ਸੁਣਿਆ ਪੂਰੇ ਇੰਡੀਆ ਤੱਕ ਅਪੜਿਆ, ਉਸ ਹਿਸਾਬ ਨਾਲ ਅੱਜ ਨਹੀਂ ਕੱਲ ਨਹੀਂ ਪਰਸੋਂ ਗੱਲ ਤੈਅ ਕਰਨੀ ਪੈਣੀ। ਉਹ ਗੱਲ ਵੱਖਰੀ ਹੈ ਵੀ ਖੇਤੀ ਮੰਤਰੀ ਤੋਮਰ ਸਾਹਿਬ ਬੋਲੇ, ਕਹਿੰਦੇ ਹਮ तो कब से कह रहे हैं, बात कर लें जी, 10-11 बार पहले की है, अब हम फिर तैयार हैं। उनकी कुछ मांगे हैं, कुछ मसले हैं, हमने सुलझा दिए हैं, अपने हिसाब ਨਾਲ ਸੈੱਟ ਕਰੀ ਬੈਠੇ ਆ। ਫਿਰ ਵੀ ਜੀ ਕੋਈ ਰਹਿ ਗਿਆ ਇੱਕ ਵਾਰ ਫਿਰ ਬੈਠ ਜਾਂਦੇ हैं। ਹੁਣ ਕਾਰਨ ਇਹ ਹੈ ਵੀ ਤੋਮਰ ਸਾਹਿਬ ਦੇ ਪਹਿਲਾਂ ਤੇ ਬਿਆਨ ਦਾ ਆਉਂਦਾ ਹੈ ਮਾੜਾ ਮੋਟਾ ਸਰ, ਹੁਣ ਮੈਂ ਵੇਖਿਆ ਵੀ ਰਿਐਕਸ਼ਨ ਉਹਨੂੰ ਹਟ ਗਿਆ, ਹੋਰ ਕੋਈ ਨਹੀਂ ਬੋਲਿਆ। ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦਾ ਬਿਆਨ ਮੈਂ ਸੁਣਿਆ, ਉਹ ਜਿਸ ਹਿਸਾਬ ਨਾਲ ਬੋਲੇ ਭਾਈ ਸਾਹਿਬ, ਉਹ ਕਹਿੰਦੇ ਕਿਹੜੇ ਬੰਦੇ ਦੀ ਗੱਲ ਕਰਦੇ ਹੋ, ਛੱਡੋ ਯਾਰ ਕਹਿੰਦੇ ਉਹਦੇ ਪੱਲੇ ਵਿਚਾਰੇ ਦੇ ਕੀ ਆ ਦੱਸੋ। ਉਹ ਮੀਟਿੰਗ ਯਾਦ ਕਰਾਉਣ ਲੱਗ ਪਏ। ਅਸੀਂ ਕਹਿੰਦੇ ਮੀਟਿੰਗ 'ਚ ਬੈਠੇ ਹੁੰਦੇ ਹੈਗਾ ਵੀ ਚਲੋ ਯਾਰ ਠੀਕ ਆ ਤੋਮਰ ਸਾਹਿਬ ਫਿਰ ਹੁਣ ਗੱਲ ਨਿਬੇੜੀਏ। ਕਹਿੰਦੇ 1 ਮਿੰਟ ਰੁਕੀਏ। ਉੱਠ ਕੇ ਕਹਿੰਦਾ ਬੰਦਾ ਅੰਦਰ ਚਲੇ ਜਾਂਦਾ, ਮੁੜ ਕੇ ਮੁੜਦਾ ਹੀ ਨਹੀਂ। ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਕੇ ਆਣ ਕੇ ਸਾਨੂੰ ਐ ਆਉਂਦਾ ਵੀ ਸ਼ਾਇਦ ਕੁਛ ਪੱਲੇ ਪਾਊ, ਉਹ ਫੇਰ ਉਹੀ ਗਰਾਰੀ ਜਿੱਥੋਂ ਮੀਟਿੰਗ ਸ਼ੁਰੂ ਹੋਈ ਹੁੰਦੀ ਹੈ। ਕਹਿੰਦੇ ਅਸੀਂ ਤਾਂ 10-11 ਵਾਰ ਬਹਿ ਕੇ ਵੇਖ ਲਿਆ ਭਾਈ ਸਾਹਿਬ, ਉਹ ਜਿਹੜੀ ਕਹਿੰਦੇ ਨੇ ਵੀ ਹਮ ਬਾਤਚੀਤ ਕੇ ਲਈ ਰਾਜ਼ੀ ਹੈ, ਕਰਨੀ ਕਿਨੇ ਬਾਤਚੀਤ, ਵੀ ਅਧਿਕਾਰ ਤਾਂ ਹੋਵੇ। ਉਹ ਮੇਰੇ ਖਿਆਲ ਨਾਲ ਹੁਣ ਜਿਹੜੀ ਇੰਨੇ ਪ੍ਰੈਸ਼ਰ ਤੋਂ ਬਾਅਦ ਵੀ ਬਾਤਚੀਤ ਵਿਚਾਰੇ ਹੁਣ ਖੇਤੀ ਮੰਤਰੀ ਤੱਕ ਵੀ ਕਲੀਅਰ ਹੋ ਗਈ ਵੀ ਭਾਈ ਉਹਦੇ ਹੱਥ ਵੀ ਖੜੇ ਆ। ਹੁਣ ਤਾਂ ਇਦਾਂ ਜਾਪਦਾ ਵੀ ਕੋਈ ਕ੍ਰਿਸ਼ਮਾ ਹੀ ਆ ਜਿਹੜਾ ਕੋਈ ਹੋ ਜਵੇ ਤੇ ਹੋ ਜਵੇ। ਸੰਧਾਲੀਆ ਸਾਹਿਬ, ਬੀਬੀ ਲక్ష్ਮੀ ਕਾਂਤਾ ਚਾਵਲਾ ਦਾ ਇੱਥੇ ਚੇਤਾ ਕਰੀਏ। ਭਾਰਤੀ ਜਨਤਾ ਪਾਰਟੀ ਦੀ ਬੀਬੀ ਲੀਡਰ ਹੈ, ਕੌਮੀ ਕਾਰਜਕਾਰਨੀ ਤੱਕ ਵੀ ਰਹੀ, ਕੌਮੀ ਸਕੱਤਰ ਵੀ ਰਹੀ ਭਾਜਪਾ ਦੀ, ਕੈਬਨਿਟ ਮਿਨਿਸਟਰ ਅਕਾਲੀ ਭਾਜਪਾ ਸਰਕਾਰ ਦੇ ਵਿੱਚ। ਤੇ ਬੀਬੀ ਜਦੋਂ ਕੋਈ ਗੱਲ ਕਰਦੀ ਉਹਦਾ ਅਸਰ ਹੁੰਦਾ। ਬੀਬੀ ਲక్ష్ਮੀ ਕਾਂਤਾ ਚਾਵਲਾ ਨੇ ਹੁਣ ਇੱਕ ਵਾਰੀ ਫੇਰ ਕਿਹਾ, ਉਹ ਕਹਿੰਦੇ ਮੈਂ ਸਿੱਧੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ, ਮੋਦੀ ਸਾਹਿਬ ਨੂੰ, ਕਿ ਤੁਸੀਂ ਚਰਚਾ ਸ਼ੁਰੂ ਕਰੋ ਕਿ ਕਿਸਾਨ ਔਖੇ ਨੇ, ਕਿਸਾਨ ਅੰਨਦਾਤਾ ਨੇ, ਉਹਨਾਂ ਨੇ ਦੇਸ਼ ਦਾ ਅੰਨ ਭੰਡਾਰ ਜਿਹੜਾ ਉਹ ਭਰਿਆ, ਸਾਨੂੰ ਉਹਨਾਂ ਦੀ ਕਾਬਲੀਅਤ ਦੇ ਉੱਤੇ ਸ਼ੱਕ ਨਹੀਂ ਕਰਨਾ ਚਾਹੀਦਾ, ਉਹਨਾਂ ਦੀਆਂ ਮੰਗਾਂ ਮੰਨਣ ਨਾਲ ਤੁਰਨਾ ਚਾਹੀਦਾ। ਤੇ ਇਹ ਵੀ ਕਹਿਤਾ ਕਿ ਜਦੋਂ ਭਾਰਤ ਬੰਦ ਹੁੰਦਾ ਕਿਸਾਨ ਔਖੇ ਔਖੇ ਕਰਦੇ ਆ, ਤੇ ਆਮ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਹੁੰਦੀ ਆ, ਦਿੱਲੀ ਬੈਠੇ ਸਮਝ ਨਹੀਂ ਆ ਸਕਦੀ। ਉਹ ਕਹਿੰਦੇ ਪਰੇਸ਼ਾਨੀ ਹੁੰਦੀ ਹੈ, ਇਸ ਕਰਕੇ ਦੁਬਾਰਾ ਪਰੇਸ਼ਾਨੀ ਨਾ ਹੋਵੇ, ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਕੇ ਇਹ ਮੁੱਦਾ ਸੁਲਝਾਉਣ। ਜਦੋਂ ਉਹਨਾਂ ਦੀ ਪਾਰਟੀ ਦੇ ਅੰਦਰੋਂ ਇਦਾਂ ਦੀ ਚਰਚਾ ਉੱਠਦੀ ਹੈ ਤੇ ਬੀਬੀ ਉਹ ਖੁੱਲ੍ਹ ਕੇ ਬੋਲਦੀ ਹੈ, ਤੇ ਇਹਦਾ ਮਤਲਬ ਹੈ ਸੰਧਾਲੀਆ ਸਾਹਿਬ ਕਿ ਥੋੜਾ ਜਿਹਾ ਸੋਚਣਾ ਪਊਗਾ। ਇੱਕ ਗੱਲ ਜਿਹੜੀ ਹੋਰ ਸਮਝਣ ਵਾਲੀ ਹੈ ਕਿ ਯੂਪੀ 'ਚ ਵੀ ਚੋਣਾਂ ਨੇ, ਉੱਤਰਾਖੰਡ ਦੇ ਵਿੱਚ ਵੀ ਚੋਣਾਂ ਨੇ, ਤੇ ਪੰਜਾਬ 'ਚ ਵੀ, ਇਹਨਾਂ ਤਿੰਨਾਂ ਹੀ ਸੂਬਿਆਂ 'ਚ ਭਾਰਤੀ ਜਨਤਾ ਪਾਰਟੀ ਦੇ ਲਈ ਥੋੜਾ ਜਿਹਾ ਰਿਸਕ ਹੋਏਗਾ, ਕਿਉਂਕਿ ਜਿਸ ਤਰੀਕੇ ਲੋਕ ਹੁਣ ਰਿਐਕਟ ਕਰਨ ਲੱਗੇ ਆ, ਜਿਸ ਤਰੀਕੇ ਲੋਕਾਂ ਦੀ ਹਮਦਰਦੀ ਜਿਹੜੀ ਅੰਦਰੋਂ ਅੰਦਰ ਹੀ ਹੈਗੀ ਆ। ਅੱਗੇ ਕੀ ਹੁੰਦਾ ਸੀ ਕਿ ਵੋਟਾਂ ਨੇ ਵਿਰੋਧੀ ਪਾਰਟੀਆਂ 'ਚ ਵੰਡੀਆਂ ਜਾਣਗੀਆਂ, 2-4 ਇਲਜ਼ਾਮ ਲਾ ਲੈਣ ਕਿਸਾਨਾਂ ਤੇ, ਕਾਹਦਾ ਇਲਜ਼ਾਮ ਲਾਉਣਗੇ, ਕੀ ਖਾ ਗਏ ਹੋਣਗੇ, ਕਿਹੜਾ ਭ੍ਰਿਸ਼ਟਾਚਾਰ ਕਰ ਗਏ ਹੋਣਗੇ, ਕਿੱਥੋਂ ਕਮਿਸ਼ਨ ਲੈ ਗਏ ਹੋਣਗੇ। ਗੱਲ ਹੀ ਹੈ ਕਿ ਇੱਕ ਉਹ ਵਿਰੋਧ ਪੈਦਾ ਕਰ ਲਿਆ ਜਿਹਦੀ ਆਸ ਹੀ ਨਹੀਂ ਸੀ, ਤੇ ਵਿਰੋਧ ਇਸ ਕਰਕੇ ਵੱਡਾ ਕਰੀ ਗਏ ਕਿ ਭਾਈ ਅੱਜ ਨਹੀਂ ਭਲਕ ਜਿੱਦਾਂ ਬਾਕੀ ਅੰਦੋਲਨ ਖਤਮ ਹੋ ਜਾਂਦੇ ਸ਼ਾਇਦ ਇਹ ਵੀ ਹੋ ਜਾਣਾ। ਉਹ ਖਤਮ ਹੋਣ ਦੀ ਜਗ੍ਹਾ ਦੇ ਉੱਤੇ ਲੋਕਾਂ ਦੇ ਪਰਾਤ ਤੱਕ ਪੁੱਜ ਗਿਆ, ਲੋਕਾਂ ਦੀ ਪਲੇਟ ਤੱਕ ਪੁੱਜ ਗਿਆ, ਜਿੱਥੇ ਬੈਠ ਕੇ ਕੋਈ ਬੰਦਾ ਮੂੰਗਫਲੀ ਚੱਬਦਾ ਜਾਂ ਗੰਨੇ ਚੂਪਦਾ ਜਾਂ ਪਿੰਡ ਦੀ ਭੱਠੀ ਦੇ ਉੱਤੇ ਜਿੱਥੇ ਦਾਣੇ ਭੁੱਜਦੇ ਆ, ਉਹ ਚਰਚਾ ਉੱਥੇ ਤੱਕ ਪੁੱਜ ਗਈ। ਤੇ ਉਸ ਚਰਚਾ ਦੇ ਵਿੱਚ 1% ਦੀ ਵੀ ਚਰਚਾ ਇਹ ਨਹੀਂ ਹੁੰਦੀ ਕਿ ਭਾਈ ਸਰਕਾਰ ਠੀਕ ਕਰ ਰਹੀ ਹੈ ਤੇ ਕਿਸਾਨ ਗਲਤ। ਇਸ ਕਰਕੇ ਅੰਦਰ ਖਾਤੇ ਮੈਨੂੰ ਇਹ ਜਾਪਦਾ ਹੁਣ ਬੜੀ ਛੇਤੀ ਕੋਈ ਨਾ ਕੋਈ ਐਲਾਨ ਹੋਊਗਾ, ਗੱਲਬਾਤ ਦੁਬਾਰਾ ਸ਼ੁਰੂ ਹੋਊਗੀ, ਫੈਸਲਾਕੁਨ ਭੂਮਿਕਾ ਕੋਈ ਨਾ ਕੋਈ ਬੰਦਾ ਨਿਭਾਊਗਾ, ਛੇਤੀ ਕੰਮ ਜਿਹੜਾ ਨਿਬੜ ਸਕਦਾ ਕਿਸਾਨਾਂ ਦੇ ਪੱਖ ਤੋਂ। ਇਹ ਪਰ ਮੈਨੂੰ ਨਹੀਂ ਲੱਗਦਾ ਕਿ ਨਿਬੜੇ, ਕਿਉਂਕਿ ਮੈਨੂੰ ਇਹ ਜਾਪਦਾ ਵੀ ਹੋ ਸਕਦਾ ਵੀ ਜਿਹੜੇ ਵੀ ਬੰਦੇ ABC ਸਲਾਹਕਾਰ ਨੇ ਨਾ,
ਉਹਨਾਂ ਨੇ ਉਦੋਂ ਤੇ ਗੱਲ ਕੀਤੀ ਕੋਈ ਗੱਲ ਨਹੀਂ, ਕਿਉਂਕਿ ਇੱਥੋਂ ਪੰਜਾਬ 'ਚ ਬਹੁਤ ਸਾਰੇ ਬੀਜੇਪੀ ਲੀਡਰ ਸਾਹਿਬਾਨ ਜਾਂਦੇ ਸੀ। ਉਹ 1.5 ਦਿਨ ਲਾਉਂਦਾ ਸੀ, ਕੋਈ 2 ਲਾਉਂਦਾ ਸੀ, ਕੋਈ 2.5 ਦਿਨ ਮੁੜ ਆਉਂਦਾ ਸੀ। ਉੱਥੋਂ ਆਣ ਕੇ ਬਿਆਨ ਇਹ ਆਉਂਦਾ ਸੀ ਵੀ ਬਹੁਤ ਜਲਦ ਤੁਸੀਂ ਦੇਖਿਓ ਸਕੀਮ ਐਸੀ ਲਾ ਦੇਣੀ ਹੈ। ਮੋਦੀ ਸਾਹਿਬ ਨੇ ਪੰਜਾਬ ਦੇ ਵਿੱਚ 2022 ਵਾਲੀਆਂ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਪੱਕੀ ਜੀ। ਹਰੇਕ ਨੂੰ ਥੋੜ੍ਹਾ ਜਿਹਾ ਕਿਆਫਾ ਜਿਹਾ ਲੱਗਦਾ ਸੀ ਵੀ ਯਾਰ ਇਹਦਾ ਮਤਲਬ ਉੱਤੋਂ ਉਹਨਾਂ ਨੇ ਕੋਈ ਕੰਨ 'ਚ ਫੂਕ ਮਾਰੀ ਹੋਣੀ ਆ ਵੀ ਯਾਰ, ਕਿਉਂਕਿ ਉਦੋਂ ਕੈਪਟਨ ਸਾਹਿਬ ਦੀ ਵਜ਼ਾਰਤ ਹੁੰਦੀ ਸੀ। ਉਹ ਕਹਿੰਦੇ ਯਾਰ ਇੱਕ ਤਰ੍ਹਾਂ ਲੋਕਾਂ 'ਚ ਬਹੁਤ ਪ੍ਰਭਾਵ ਜਿਹਾ ਜਾ ਲੈਣ ਦੇ ਵੀ ਕੈਪਟਨ ਸਾਹਿਬ ਨੇ ਕੀਤਾ ਕੁਝ ਨਹੀਂ ਹੈ। ਜਦੋਂ ਇੱਕ ਤਰ੍ਹਾਂ ਪੀਕ ਜੀ ਟੱਚ ਹੋ ਗਈ ਫਿਰ ਆਪਾਂ ਠਾਹ ਸੁੱਟਾ ਮਾਰ ਦਿਆਂਗੇ। ਮੈਂ ਜੇ ਮੋਟਾ ਯਾਦ ਕਰਾਂ ਤੇ ਅਗਸਤ ਸਤੰਬਰ ਜੇ ਤੋਂ ਸ਼ੁਰੂ ਕਰਦੇ ਸੀ। ਉਹ ਅਗਸਤ ਲੰਘ ਗਿਆ ਤੇ ਸਤੰਬਰ ਲੰਘ ਚੱਲਿਆ, ਲਗਭਗ ਮੁੱਕ ਗਿਆ। ਹੁਣ ਗਾਂ ਅਕਤੂਬਰ, ਨਵੰਬਰ, ਦਸੰਬਰ ਤੇ ਜਨਵਰੀ। ਮੈਨੂੰ ਆਸ ਘੱਟ ਲੱਗਦੀ ਆ ਵੀ ਉਧਰਲੇ ਪਾਸਿਓਂ ਕੋਈ ਇਹੋ ਜਿਹਾ ਐਲਾਨ ਹੋਵੇ। ਮੈਨੂੰ ਐਂ ਜਾਪਦਾ ਵੀ ਉਹ ਵੀ ਹੁਣ ਨਾ ਕਿਸੇ ਨੇ ਸਲਾਹ ਦੇਤੀ ਵੀ ਕੋਈ ਗੱਲ ਨਹੀਂ ਮਹਾਰਾਜ, ਆਹ 24 ਪਈ ਆ, ਟੈਨਸ਼ਨ ਕਾਹਦੀ, ਤੁਸੀਂ 22 ਇੱਕ ਨਾ ਯੂਪੀ ਚੈੱਕ ਕਰੋ, ਜੇ ਤੇ ਬੁਖਾਰ ਵਾਹਵਾ ਹੋਇਆ ਫਿਰ ਦਵਾਈ ਕਰਾ ਲਾਂਗੇ, ਤੇ ਜੇ ਨਾ ਹੋਇਆ ਤੇ ਫਿਰ ਤੇ ਆਪਾਂ ਨੂੰ ਪਰਵਾਹ ਹੀ ਕੋਈ ਨਹੀਂ। ਫਿਰ 24 ਤੱਕ ਕਹਿੰਦੇ ਆਪਾਂ ਨੂੰ ਪੁੱਛਣਾ ਨਹੀਂ। ਲੌਜਿਕ ਤੁਹਾਡਾ ਬਿਲਕੁਲ ਠੀਕ ਹੈ, ਪਰ ਮੇਰੇ ਕੋਲੇ ਆਪਣਾ ਤਰਕ ਇੱਕ ਹੈਗਾ ਕਿ ਉਹ ਜਦੋਂ ਪੰਜਾਬ ਤੋਂ ਬੰਦੇ ਜਾਂਦੇ ਸੀ ਨਾ, ਜਦੋਂ ਪੰਜਾਬ ਤੋਂ ਜਾਂਦੇ ਸੀ ਉਦੋਂ ਯੂਪੀ 'ਚ ਹੈ ਨਹੀਂ ਸੀ ਕੁਛ ਵੀ। ਉਦੋਂ ਟਕੈਤ ਸਾਹਿਬ ਦਾ ਕਿਸੇ ਨੇ ਨਾਂ ਨਹੀਂ ਸੀ ਸੁਣਿਆ, ਜਿਹੜੇ ਤੁਸੀਂ ਸਤੰਬਰ ਮਹੀਨੇ ਦੀ ਗੱਲ ਕੀਤੀ ਪਿਛਲੇ ਸਾਲ ਪਹਿਲਾਂ ਦੀ। ਉਦੋਂ ਪੰਜਾਬ ਦੀਆਂ 117 ਸੀਟਾਂ 'ਚੋਂ ਭਾਜਪਾ ਦੇ ਪੱਲੇ 2 ਸੀ। 117 'ਚੋਂ 2% ਵੀ ਨਹੀਂ, ਡੂਢ ਹੀ ਲਾ ਲਓ। ਪਰ ਹੁਣ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤਾਂ ਹੋਈਆਂ, ਮਿਸ਼ਨ ਉੱਤਰਾਖੰਡ ਤੇ ਮਿਸ਼ਨ ਉੱਤਰ ਪ੍ਰਦੇਸ਼ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਤੇ ਇਹ ਵੀ ਕਹਿ ਦਿੱਤਾ ਕਿ ਹਿੰਦੀ ਅਸੀਂ ਬੋਲ ਲੈਂਦੇ ਹਾਂ। ਹੁਣ ਤਾਂ ਬਹੁਤ ਜਣੇ ਸਿੱਖ ਹੈ। ਹੁਣ ਕਈ ਵਾਰੀ ਤਾਂ ਬਜ਼ੁਰਗ ਜਿਹੜੇ 1.5 2 ਮਹੀਨੇ ਲਾ ਕੇ ਪਿੰਡ ਆਉਂਦੇ, 4 ਦਿਨ ਪਿੰਡ ਜੇ, ਉਹ ਵੀ ਕਹਿ ਰਹੀ ਰੋਟੀ ਦੇਣਾ ਇੱਕ, ਉਹ ਕਹੇ ਰੋਟੀ ਬਾਪੂ ਤੂੰ ਉੱਥੇ ਰਹਿ ਗਏ ਹਿੰਦੀ ਸਿੱਖ ਗਿਆ। ਹੁਣ ਉਹ ਬੰਦੇ ਵੀ ਜਦੋਂ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਪੱਖ ਤੋਂ ਜੇ ਕੈਲਕੂਲੇਸ਼ਨ ਦੇਖੀਏ ਤੇ ਇੱਥੇ ਪੰਜਾਬ ਤੋਂ ਜਦੋਂ ਲੀਡਰ ਜਾਂਦੇ ਸੀ ਤਾਂ ਉਹ ਦੇਖਦੇ ਸੀ ਅੱਛਾ ਪੰਜਾਬ ਤੋਂ ਆਏ ਆ ਤਾਂ ਉਹਨਾਂ ਨੂੰ 117 'ਚ 2 ਸੀਟਾਂ ਦੇ ਦੀਆਂ ਸੀ। ਉੱਥੇ 403 ਦੇ ਵਿੱਚੋਂ 300 ਦੇ ਦੀਆਂ ਤੇ 300 ਤੋਂ ਵੀ ਉੱਪਰ ਦੇ ਦੀਆਂ। ਪੰਜਾਬ ਦੇ ਵਿੱਚ 13 ਲੋਕ ਸਭਾ ਦੀਆਂ ਸੀਟਾਂ ਸੀ ਤੇ ਜਦੋਂ ਉਹਨਾਂ ਨੂੰ ਜਾ ਕੇ ਹਾਈ ਕਮਾਂਡ ਦਾ ਕੁੰਡਾ ਖੜਕਾਉਂਦੇ ਸੀ, ਕਹਿੰਦੇ ਅਸੀਂ ਕਹਾਂ ਸੇ ਆਏ, ਕਹਿੰਦੇ ਪੰਜਾਬ ਸੇ। ਅੱਛਾ 13 में से 2, ਅੱਛਾ ਕਮਤੀ ਹੈ। ਤੇ ਉਧਰਲੇ ਪਾਸੇ ਜਦੋਂ ਹੁਣ ਯੂਪੀ ਵਾਲੇ ਜਾ ਕੇ ਕੁੰਡਾ ਖੜਕਾਉਂਦੇ ਹੋਣੇ ਆ, ਉਹ ਕਹਿੰਦੇ ਹੁਣ 80 ਆ ਜੀ, 80 'ਚ ਕਿੰਨੀ ਆ 71, ਅੱਛਾ 72 ਬਹੁਤੂ ਹੈ। ਹੁਣ ਉਹ ਜਿਹੜਾ ਕਮਤੀ ਹੈ ਤੇ ਬਹੁਤੂ ਹੈ ਵਾਲਾ ਮਸਲਾ ਨਾ, ਤੇ ਉੱਪਰਲੇ ਪਾਸੇ ਉੱਤਰਾਖੰਡ ਹੈ, ਉੱਥੇ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਵੀ ਡੰਕਾ ਅਗਲਿਆਂ ਦਾ ਵੱਜਦਾ। ਸੋ ਜਿੱਥੇ ਤਾਂ ਪਹਿਲਾਂ ਹੀ ਸੇਕਿਆ ਗਿਆ ਸੀ ਸਾਰਾ ਕੁਝ, ਉਹ ਤਾਂ ਪਤਾ ਹੈ ਜਿਹੜੀ ਚੁੱਲ੍ਹੇ ਤੇ ਰੋਟੀ ਸੜ ਗਈ, ਭੋਰਾ ਵੱਧ ਗਈ ਤੇ ਭੋਰਾ ਘਟ ਗਈ, ਉਹ ਕੰਨ ਤੇ ਹੀ ਰੱਖਣੀ ਹੈ। ਤੇ ਜਿੱਥੇ ਜੀ ਫੁਲਕਾ ਫੁੱਲ ਕੇ ਲਿੱਥਦਾ, ਅਗਲੇ ਸੜਨ ਦਿੰਦੇ ਆ। ਨਹੀਂ ਪਰ ਕਾਰਨ ਇਹ ਹੈ ਨਾ ਵੀ ਹੁਣ ਫੁਲਕਾ ਵੀ ਤੇ ਹਿਸਾਬ ਨੇ ਫੁੱਲਣਾ ਨਾ। ਹੁਣ ਜੇ ਤੇ ਮੈਂ ਰੱਖੀ ਛੱਡਣਾ, ਮੈਂ ਇਦਾਂ ਕਰ ਲੂੰ, ਮੈਂ ਇਦਾਂ ਕਰ ਲੂੰ, ਮੈਂ ਇਦਾਂ ਕਰ ਲੂੰ, ਕਦੀ ਤੇ ਸੇਕ ਲੱਗਣਾ ਹੀ। ਹੁਣ ਤੇ ਜਮਾ ਕੰਢੇ ਤੇ ਪਹੁੰਚ ਗਿਆ। ਇੱਕ ਹੁੰਦਾ ਨਾ ਫੁਲਕਾ ਦਿਸਣ ਲੱਗ ਪੈਂਦਾ ਵੀ ਹੁਣ ਇਹ ਰੜ ਚੱਲਿਆ ਹੀ। ਹੁਣ ਇਹ ਫੁਲਕਾ ਲਗਭਗ ਰੜ ਚੱਲਿਆ। ਜੇ ਤੇ ਲੈ ਗਿਆ ਆਉਣ ਵਾਲੇ 15-20 ਦਿਨਾਂ 'ਚ ਫਿਰ ਤਾਂ ਠੀਕ ਹੈ, ਖਾਣ ਜੋਗਾ ਹੈਗਾ ਜੀ। ਨਹੀਂ ਤੇ ਕੁੱਲ ਮਿਲਾ ਕੇ ਯੂਪੀ ਉੱਤਰਾਖੰਡ ਵਾਲਾ ਫੁਲਕਾ ਵੀ ਕੰਨ ਤੇ ਹੀ ਆ। ਕੁੱਲ ਮਿਲਾ ਕੇ ਵੀ ਫੁਲਕਾ ਹੀ ਆ। ਆਹੋ ਹਲਕਾ ਫੁਲਕਾ ਹੋ ਜਾਣਾ ਨਾ। ਅੱਛਾ ਚਲੋ ਇਹ ਤਾਂ ਹੁਣ ਜਾਣੇ ਬੀਜੇਪੀ ਕੇਂਦਰ ਵਾਲੀ ਸਰਕਾਰ ਜਾਣੇ, ਜਾਂ ਜਾਣੇ ਪੰਜਾਬ ਦੀ ਲੀਡਰਸ਼ਿਪ, ਜਾਂ ਹਰਿਆਣੇ ਦੀ, ਯੂਪੀ ਦੀ ਵੀ ਕਹਿ ਲਓ। ਹੁਣ ਤੇ ਫਿਕਰ ਉਹਨਾਂ ਨੂੰ ਵੀ ਆ, क्योंकि जिस हिसाब से टकैत साहब बयान दे देंगे कोई गल नहीं, 10 महीना हो गया तो क्या हुआ, 10 साल भी बैठेंगे। वो बंदा जो सोच के बेचारा माइक मेरे क्या फड़िया वो फिर मुड़िया आंदा, अच्छा यार ये बाबे हिलण वाले नहीं। वो कहंदे भी इदां है, लगदा प्रेशर ही कोई नहीं। हां केड़ी गल आ, हां क्या हो गया, बात किससे करनी, कर लेंगे, किसी ने बोला बात करने के लिए, है ना। हुण वो बंदे नूं हुंदा भी कोई परवाह ही नहीं। ਹੁਣ ਚਲੋ ਪੰਜਾਬ ਵਾਲੇ ਪਾਸੇ ਗੇੜਾ ਕੱਢੀਏ। ਪੰਜਾਬ ਵਾਲਿਆਂ ਨੂੰ ਸੁੱਖ ਨਾਲ ਨਵਾਂ ਮੁੱਖ ਮੰਤਰੀ ਮਿਲਿਆ, ਚਰਨਜੀਤ ਸਿੰਘ ਚੰਨੀ ਹੋਰੀ। ਚੰਨੀ ਸਾਹਿਬ ਹੁਣ ਜਿੱਦਣ ਦੇ ਬਣੇ ਆ ਮੁੱਖ ਮੰਤਰੀ, ਕੋਈ ਨਾ ਕੋਈ ਵੀਡੀਓ ਵਾਇਰਲ ਹੋ ਜਾਂਦੀ। ਇੰਨੀਆਂ ਤੇ ਮੈਂ ਨਵੇਂ ਹੀਰੋ ਦੀਆਂ ਫਿਲਮਾਂ ਨਹੀਂ ਚੱਲਦੀਆਂ ਜਿੰਨੀਆਂ ਉਹਨਾਂ ਦੀ ਵੀਡੀਓ ਚੱਲ ਜਾਂਦੀਆਂ। ਰੋਜ਼ ਕੋਈ ਨਾ ਕੋਈ ਵੀਡੀਓ ਇਸ ਵਕਤ ਵੀ 2 ਚੱਲਦੀਆਂ, ਇੱਕ ਤੇ ਉਹ ਰੋਟੀ ਖਾਣ ਵਾਲੀ ਤੇ ਦੂਜੀ ਸ਼ਗਨ ਵਾਲੀ। ਤੁਸੀਂ ਪ੍ਰਾਤ ਦਾ ਜਦੋਂ ਨਾਂ ਲਿਆ, ਅਚਾਨਕ ਚੰਨੀ ਸਾਹਿਬ ਮੇਰੇ ਦਿਮਾਗ 'ਚ ਆਏ। ਹੁਣ ਦੇਖੋ ਪ੍ਰਾਤ ਜਦੋਂ ਵੀ ਕਿਤੇ ਬੋਲਿਆ ਜਾਣਾ ਸ਼ਬਦ, ਤੇ ਪ੍ਰਾਤ ਚੋਂ ਬੂੰਦੀ ਨਾਲ ਹੀ 4 ਦਾਣੇ ਹੱਥ ਤੇ ਪਾ ਕੇ ਤੇ ਐ ਫੱਕਾ ਮਾਰ ਲੈਣਾ, ਚੰਗਾ ਵੀ ਜਿਉਂਦੇ ਵਸਦੇ ਰਹੋ, ਬਹੁਤ ਵਧਾਈਆਂ, ਆ ਲਓ 1000 ਰੁਪਇਆ ਸ਼ਗਨ। ਨਹੀਂ ਦੇਖੋ 2 ਕਦਮ ਅੱਗੇ ਵਧਣ ਦੀ ਗੱਲ ਤਾਂ ਇਹ ਹੁੰਦੀ ਆ। ਕਹਿੰਦੇ ਗੱਡੀ ਜਾਂਦੇ ਹੀ ਵਿਆਹ ਕਿਦਾ ਹੁੰਦਾ, ਕਹਿੰਦੇ ਗੱਡੀ ਰੋਕੋ ਗੱਡੀ ਰੋਕੋ। ਪਹਿਲਾਂ ਤਾਂ ਕਿਹਾ ਆ ਭੈਣੇ ਫੜ ਸ਼ਗਨ, ਰੁਪਈਏ ਜੇਬ ਚੋਂ ਕੱਢ ਕੇ ਕਿਸੇ ਲੀਡਰ ਦੇਣੇ ਸੌਖੀ ਗੱਲ ਥੋੜੀ ਆ। ਹੁਣ ਉਹ ਪੈਸੇ ਪਹਿਲਾਂ ਦਿੱਤੇ ਉਹਨਾਂ ਨੇ ਵੀ, ਉਹ ਵੀ ਮੁੱਖ ਮੰਤਰੀ ਨੂੰ ਦੇਖ ਕੇ ਮਿਲਾਦਾ ਉਹਨਾਂ ਦੇ ਤੌਰ ਹੀ ਘੁੰਮ ਗਏ। ਉਹਨਾਂ ਨੇ ਪ੍ਰਾਤ ਆ ਵੀ, ਉਹਨਾਂ ਨੇ ਆ ਵੀ ਕਿਹਾ ਪ੍ਰਾਤ ਇੱਧਰ ਲਿਆਓ ਯਾਰ, ਕੋਈ ਖਾਣੇ ਦਾ ਮੂੰਹ ਮਿੱਠਾ ਵੀ ਕਰਾਓ। ਵਧੀਆ, ਕਿਉਂਕਿ ਵੈਸੇ ਵੀ ਉਹ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਦਾ ਮੇਰੇ ਖਿਆਲ ਨੌਜਵਾਨ, ਜੋ ਸਾਡੇ ਕੋਲ ਰਿਪੋਰਟਾਂ ਆਈਆਂ ਸੀ। ਅਗਲੇ ਦੀ ਧੰਨ ਹੋ ਗਈ, ਇੱਕ ਮੁੱਖ ਮੰਤਰੀ ਨੇ ਆਪ ਗੱਡੀ ਰੋਕੀ ਹੈ। ਕਿੱਥੇ ਐਮਐਲਏ ਦੇ ਕਹਿਣ ਦੇ ਉੱਤੇ ਵੀ ਮੁੱਖ ਮੰਤਰੀਆਂ ਦੀ ਗੱਡੀ ਰੁਕਦੀ ਨਹੀਂ ਸੀ ਕਿ ਭਾਈ ਮੁੱਖ ਮੰਤਰੀ ਆ ਗਏ ਆ। ਹੁਣ ਜਦੋਂ ਇੱਕ ਮੁੱਖ ਮੰਤਰੀ ਨੇ ਗੱਡੀ ਰੋਕ ਲਈ, ਉੱਥੇ ਜਾ ਕੇ ਸ਼ਗਨ ਦੇ ਦਿੱਤਾ, ਮਿੱਠਾ ਖਾ ਲਿਆ, ਚਰਚਾ ਤਾਂ ਭਾਈ ਪੰਜਾਬ ਦੇ ਵਿੱਚ ਹੋਊਗੀ। ਕਿਉਂਕਿ ਪਹਿਲਾਂ ਤਾਂ ਇਹ ਚਰਚਾ ਹੁੰਦੀ ਸੀ ਨਾ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਸਾਹਿਬ ਗਏ ਬਾਹਰ ਬਿਠਾ ਕੇ ਮੋੜ ਤੇ,
ਪਹਿਲਾਂ ਤਾਂ ਚਰਚਾ ਇਹ ਹੁੰਦੀ ਸੀ ਨਾ ਕਿ ਭਾਈ ਆਪਣੇ ਉਹਨਾਂ ਦੇ ਆਪ ਦੇ ਜ਼ਿਲ੍ਹੇ ਦੇ 2 ਐਮਐਲਏ ਕਹਿੰਦੇ ਜੀ ਸਾਨੂੰ ਕੋਈ ਮਿਲ ਨਹੀਂ ਦਿੰਦਾ। ਪਹਿਲਾਂ ਤਾਂ ਚਰਚਾ ਇਹ ਹੁੰਦੀ ਸੀ ਨਾ ਕਿ ਧਮਾਨ ਸਾਹਿਬ ਕਹਿੰਦੇ ਮੈਂ 20 ਵਾਰੀ ਬੇਨਤੀ ਕੀਤੀ, ਮੇਰੀ ਉੱਥੇ ਕਿਸੇ ਨੇ ਗੱਲ ਹੀ ਨਹੀਂ ਸੁਣੀ। ਪਹਿਲਾਂ ਤਾਂ ਇਹੀ ਚਰਚਾ ਹੁੰਦੀ ਸੀ ਨਾ, ਉਹ ਅਸੀਂ ਤਾਂ ਗੋਡੇ ਰਗੜ ਕੇ ਹਟ ਗਏ ਆ, ਸਾਡੀ ਕੋਈ ਗੱਲ ਨਹੀਂ ਸੁਣਦਾ, ਸਾਡੇ ਕੋਲ ਕਿਸੇ ਨੇ ਆਉਣਾ ਕੀ ਹੈ, ਅਸੀਂ ਵੀ ਉਹਨਾਂ ਨੂੰ ਮਿਲਣ ਜਾਂਦੇ ਆ ਤਾਂ ਸਾਨੂੰ ਸਮਾਂ ਕੋਈ ਨਹੀਂ ਦਿੰਦਾ, ਕੋਈ ਕਹਿੰਦਾ ਮੇਰੀ ਈਮੇਲ ਦਾ ਜਵਾਬ ਨਹੀਂ ਦਿੰਦੇ, ਕੋਈ ਕਹਿੰਦਾ ਜੀ ਸਲਾਹਕਾਰ ਨਹੀਂ ਸੀ ਜਾਣ ਦਿੰਦੇ। ਐਨ 10 ਦਿਨਾਂ ਦੇ ਬਾਅਦ ਹੀ ਜਿੱਥੇ ਐਮਐਲਏ ਕਹਿੰਦੇ ਸੀ ਮੁੱਖ ਮੰਤਰੀ ਸਾਨੂੰ ਮਿਲਦਾ ਨਹੀਂ, ਤੇ ਦੂਸਰਾ ਮੁੱਖ ਮੰਤਰੀ ਗੱਡੀ ਰੋਕ ਕੇ ਨਾਲੇ ਸ਼ਗਨ ਦੇਵੇ, ਨਾਲੇ ਬੂੰਦੀ ਖਾਵੇ, ਨਾਲੇ ਕਹੇ ਭਾਈ ਮਿਹਨਤ ਕਰੋ, ਕੋਈ ਗੱਲ ਨਹੀਂ ਦੇਖਦੇ ਆ। ਇੱਕ ਪਾਸੇ ਤਾਂ ਉਹ ਸੀ ਜਿਹੜੇ ਕਹਿੰਦੇ ਸੀ ਕਿ ਭਾਈ ਅੱਛਾ ਕਿਸਾਨਾਂ ਦਾ ਕੁਝ ਕਰਦੇ ਆ, ਤੇ ਦੂਜੇ ਪਾਸੇ ਅਗਲੇ ਕਹਿੰਦੇ ਕਿ ਭਾਈ ਕਿਸਾਨ ਨੂੰ ਆਉਣ ਦਿਓ ਮੇਰੇ ਕੋਲੇ। ਪ੍ਰੈਕਟੀਕਲੀ ਇੰਪਲੀਮੈਂਟ ਕੀ ਹੁੰਦਾ, ਲਾਗੂ ਕੀ ਹੁੰਦਾ, ਉਹ ਬਾਅਦ ਦੀ ਗੱਲ ਆ। ਪਰ ਇੰਨੀ ਗੱਲ ਜ਼ਰੂਰ ਆ ਕਿ ਪਹਿਲਾਂ ਜਿੰਨਾ ਕੁ ਬੈਕਲੌਗ ਜਿਹਾ ਸੀਗਾ ਪ੍ਰਚਾਰ ਦਾ ਲੋਕਾਂ ਦੇ ਕੋਲ ਜਾਣ ਦਾ, ਚੰਨੀ ਸਾਹਿਬ ਨੇ ਹਾਲ ਦੀ ਘੜੀ ਦਾ ਪੂਰਾ ਕਰਨ ਦਾ ਯਤਨ ਕੀਤਾ ਹੀ। ਨਹੀਂ ਪੂਰਾ ਦੇਖੋ, ਜੇ ਤੇ ਸਾਰਾ ਕੁਝ ਉਹਨਾਂ ਦੇ ਸੁਭਾਅ ਦਾ ਐਸਾ ਮੰਨ ਲਓ ਵੀ ਇਹ ਬਣਾਇਆ ਨਹੀਂ ਗਿਆ, ਫੇਰ ਤੇ ਵਾਕਿਆ ਚਲੋ ਵਧਾਈ ਚੰਨੀ ਸਾਹਿਬ ਨੂੰ ਵੀ। ਵੈਸੇ ਮੈਂ ਸੋਚਦਾ ਸੀ ਉਹ ਜਿਹੜੀ ਮਤਲਬ ਪਰਾਤ ਵਾਲੀ ਤੇ ਸ਼ਗਨ ਵਾਲਾ ਇੰਸੀਡੈਂਟ ਹੈ ਨਾ, ਉਹਦੇ 'ਚ 1-2 ਮਾਈਆਂ ਜਿਹੜੀਆਂ ਵਿਚਾਰੀਆਂ ਕੈਮਰੇ 'ਚ ਨਹੀਂ ਆਈਆਂ ਪਿੱਛੇ ਹੋਣਗੀਆਂ ਹੈ ਨਾ, ਨਵੀਂ ਵਿਆਹੀ ਜੋੜੀ ਦੇ ਨਾਲ, ਵਿਆਹੰਦਰ ਦੇ ਨਾਲ, ਇੱਕ ਅੱਧੀ ਇਹਨਾਂ ਦੇ ਪੁਲਿਸ ਵਾਲੇ ਵੇਖ ਕੇ ਹੌਕਾ ਜਿਹਾ ਲੈ ਗਈਆਂ ਹੋਣੀ, ਹਾਏ ਹਾਏ ਨਹੀਂ ਕੁੜੇ ਪੁਲਿਸ ਵਾਲਿਆਂ ਘੇਰ ਲਿਆ ਸਾਨੂੰ। ਉਹਦੇ ਬਾਅਦ ਜਦੋਂ ਬੰਦੇ ਉਤਰੇ ਹੋਣਗੇ ਵਿੱਚੋਂ, ਨਹੀਂ ਕੋਈ ਚਿੱਟ ਕੱਪੜੀਆ ਜਿਹਾ ਉਤਰਿਆ ਹੈ ਕੁੜੇ, ਮੇਰਾ ਤੇ ਇੱਕ ਰਾਂ ਦਿਲ ਜਿਹਾ ਬਹਿ ਗਿਆ। ਹੋ ਸਕਦਾ ਵਿਚਾਰੀ ਨੇ ਜਾ ਕੇ ਗੋਲੀ ਗਾਲੀ ਵੀ ਖਾਧੀ ਹੋਵੇ, ਬਾਅਦ 'ਚ ਉਹਨੂੰ ਸਮਝਾਇਆ ਹੋਵੇ ਮਾਤਾ ਉਹ ਸਗੋਂ ਮੁੱਖ ਮੰਤਰੀ, ਅੱਛਾ ਉਹ ਸੀ ਮੁੱਖ ਮੰਤਰੀ, ਨਾਲੇ ਦੇ ਉਹ ਦੂਜਾ ਸੀ ਇੱਕ ਮੁੱਖ ਮੰਤਰੀ, ਉਹ ਵੇ ਬਦਲ ਗਿਆ ਵਾ ਹੁਣ। ਕੋਈ ਪਿੰਡਾਂ ਦਾਵਾਂ ਦੇ ਕਿੰਨੀ ਕੁ ਖਬਰ ਪਹੁੰਚ ਜਾਂਦੀ ਆਪਾਂ ਨੂੰ ਪਤਾ ਹੀ ਆ। ਇੱਕ ਤਰ੍ਹਾਂ ਦੇ ਕਿਸੇ ਨਾ ਕਿਸੇ ਦਾ ਬਲੱਡ ਘਟਿਆ ਹੋਣਾ ਉਹਦੇ 'ਚੋਂ, ਵੀ ਇਹ ਹੋਇਆ ਕਿ ਬਾਅਦ 'ਚ ਹੋ ਸਕਦਾ ਵੀ ਉਹ ਖੁਸ਼ੀ ਉਹਨਾਂ ਨੂੰ ਹੋਈ ਹੋਵੇ, ਭਾਈ ਸਾਹਿਬ ਲੈ ਕਰਮਾ ਭਾਗਾਂ ਵਾਲੀਆਂ ਧੀਆਂ ਤੇ ਇਹਨਾਂ ਦਾ ਸ਼ਗਨ ਦੇ ਗਿਆ ਮੁੱਖ ਮੰਤਰੀ। ਨਹੀਂ ਮੁੱਖ ਮੰਤਰੀ ਨਹੀਂ, ਪਹਿਲਾਂ ਜਦੋਂ ਦੇਖਣਾ ਪੁਲਿਸ ਵਾਲੇ ਆਏ ਆ ਤੇ ਬਾਅਦ 'ਚ ਕਹਿੰਦੇ ਪੈਸੇ ਦੇ ਕੇ ਗਏ ਆ। ਦੇਖੋ ਨਾ ਕਿੱਡੀ ਵੱਡੀ ਗੱਲ, ਕਰਮਾ ਭਾਗਾਂ ਵਾਲੀ ਕੁੜੀ, ਇਹਨੂੰ ਪੈਸੇ ਦੇ ਗਏ ਪੁਲਿਸ ਵਾਲੇ, ਹੈ ਪੁਲਿਸ ਵਾਲੇ ਪੈਸੇ। ਚਲੋ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਹੈਗੀ, ਇੱਕ ਮੈਂ ਹੋਰ ਸੋਚਦਾ ਮੈਂ ਤੇ ਵੀ ਬੇਨਤੀ ਕਰਾਂ ਵੀ ਹੁਣ ਪਿੰਡ 'ਚ ਇੱਧਰੋਂ ਉੱਧਰੋਂ ਜਿੰਨੇ ਕਿਸੇ ਨੇ ਕੰਮ ਧੰਦੇ ਤੇ ਜਾਣਾ, ਇਹ ਨਹੀਂ ਵੀ ਪਹਿਲਾਂ ਹੀ ਆਪਾਂ ਉਹ ਡੱਬੀ ਵਾਲਾ ਪਰਨਾ ਬਣ ਕੇ ਚੱਲ ਜੀਏ। ਜੇ ਪੱਠੇ ਲੈਣ ਵੀ ਜਾਣਾ ਤੇ ਮਾੜਾ ਮੋੜ ਕੁੜਤਾ ਚੰਗਾ ਪਾ ਕੇ, ਦਾਤੀ ਲਿਸ਼ਕਾ ਕੇ, ਥੋੜੀ ਜਿਹੀ ਪੱਗ ਚਲੋ ਜੇ ਪੋਚਵੀਂ ਨਾ ਸੀ ਕੱਸ ਕੇ ਬੰਨ ਕੇ ਜਾਣਾ, ਤੇ ਆਸੇ ਪਾਸੇ ਵੇਂਦੇ ਜਾਣਾ। ਕਿਉਂਕਿ VIP ਕਲਚਰ ਉਹਨਾਂ ਖਤਮ ਕਰਤਾ ਵੀ ਗੱਡੀਆਂ ਜ਼ਿਆਦੀਆਂ ਹੋਣੀਆਂ ਨਹੀਂ, ਢੂੰ ਢਾਂ ਲਾਲ ਬੱਤੀ ਪਹਿਲਾਂ ਹੀ ਨਹੀਂ ਸੀ। ਹੁਣ ਪਤਾ ਲੱਗੇ ਵੀ ਮਾੜਾ ਜਿਹਾ ਹਾਰਨ ਮਾਰ ਕੇ ਕੋਈ ਆਵਾਜ਼ ਮਾਰ ਕੇ ਵੀ ਫਲਾਣਾ ਹੈ ਕਿੱਧਰ ਚੱਲਿਆ, ਤੇ ਧਿਆਨ ਨਾਲ ਵੇਖਣਾ ਮੁੱਖ ਮੰਤਰੀ ਵੀ ਹੋ ਸਕਦਾ। ਨਹੀਂ ਬਿਲਕੁਲ ਜ਼ਰੂਰੀ ਨਹੀਂ ਤੁਹਾਡੇ ਲਾਗੇ ਕਾਰ ਦੀ ਤੁਹਾਨੂੰ ਲੱਗੇ ਕਿ ਆਵਾਜ਼ ਪਿੱਛੇ ਬ੍ਰੇਕ ਦੀ ਆਈ ਹੈ, ਜ਼ਰੂਰੀ ਥੋੜੀ ਬੈਂਕ ਵਾਲਿਆਂ ਦੀ ਹੈ, ਮੁੱਖ ਮੰਤਰੀ ਦੀ ਹੋ ਸਕਦੀ, ਕੁਝ ਵੀ ਹੋ ਸਕਦਾ ਆ। ਤੇ ਨਾਲ ਦੀ ਨਾਲ ਸੰਧਾਲੀਆ ਸਾਹਿਬ ਹੁਣ ਕੈਬਨਿਟ ਬਣ ਗਈ ਹੈ, ਵਿਭਾਗ ਵੰਡਣੇ ਆ, ਹੋ ਸਕਦਾ ਗੱਲਾਂ ਬਾਤਾਂ ਕਰਦੇ ਆ ਵੰਡ ਹੋ ਜਾਣ, ਹੋਰ ਘੜੀ ਨੂੰ ਵੰਡ ਹੋ ਜਾਣ। ਪਰ ਜਿਹੜੀ ਪਹਿਲੀ ਕੈਬਨਿਟ ਮੀਟਿੰਗ ਹੋਈ ਆ, ਲੋਕਾਂ ਨੇ ਆਸਾਂ ਬੜੀਆਂ ਰੱਖੀਆਂ ਸੀ ਕਿ ਭਾਈ ਹੁਣ ਬਹੁਤ ਵੱਡੇ ਫੈਸਲੇ ਹੋਣਗੇ। ਪਰ ਕਿਉਂਕਿ ਉਧਰ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਸਿਰਫ ਕਿਸਾਨਾਂ ਦੀ ਗੱਲ ਹੋਈ ਕਿ ਭਾਈ ਕਿਸਾਨਾਂ ਦੇ ਲਈ ਖੇਤੀਬਾੜੀ ਬਿੱਲ ਮਾੜੇ ਆ, ਆਪਾਂ ਰੱਦ ਕਰ ਦੇਣੇ ਆ, ਕੇਂਦਰ ਸਰਕਾਰ ਰੱਦ ਕਰੇ, ਅਸੀਂ ਕਿਸਾਨਾਂ ਦੇ ਨਾਲ ਖਲੋਤੇ ਆ, ਤੇ ਬਾਕੀ ਕਹਿੰਦੇ 1 ਅਕਤੂਬਰ ਨੂੰ ਅਗਲੀ ਮੀਟਿੰਗ ਕਰਾਂਗੇ, ਉਧਰ ਨੂੰ ਫਿਰ ਦੇਖਦੇ ਆ ਕਿ ਬਾਕੀ ਵੱਡੇ ਫੈਸਲੇ ਲੈਣੇ ਆ। ਪਰ ਇਹਦੇ ਵਿੱਚ ਜਿਹੜੀਆਂ 2-3 ਚੀਜ਼ਾਂ ਹੋਰ ਹੋਈਆਂ ਕਿ ਪਿੰਡਾਂ ਦੇ ਜਿਹੜੇ ਸਰਪੰਚ ਨੇ, ਸ਼ਹਿਰਾਂ ਦੇ ਜਿਹੜੇ ਕੌਂਸਲਰ ਨੇ, ਉਹਨਾਂ ਨੂੰ SDM ਤੇ DC ਸਾਹਿਬ ਇੱਕ ਕਾਰਡ ਬਣਾ ਕੇ ਦੇਣਗੇ, ਉਹ ਆਪਣੇ ਪਹਿਚਾਣ ਪੱਤਰ ਦੇ ਦੇਣ, ਉਹਨਾਂ ਨੂੰ ਸਪੈਸ਼ਲ ਕਾਰਡ ਬਣ ਕੇ ਕਿਸੇ ਮੰਤਰੀ MLA ਨੂੰ ਮਿਲਣਾ, ਉਹਨਾਂ ਨੂੰ ਹੋਰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ, ਤੁਸੀਂ ਸਿੱਧੇ ਆਓ, ਕਹਿੰਦੇ ਕਨੈਕਸ਼ਨ ਸਥਾਪਿਤ ਕਰੋ। ਦੂਸਰਾ, ਕੈਬਨਿਟ ਮੀਟਿੰਗ ਕਰਨ ਦੇ ਨਾਲ ਹੀ ਜਿਹੜੇ ਵੱਖ-ਵੱਖ ਵਿਭਾਗਾਂ ਦੇ ਸੈਕਟਰੀ ਨੇ, ਜਿਨ੍ਹਾਂ ਦੀ ਕਲਮ ਚੱਲਣੀ ਹੁੰਦੀ ਅਸਲ, ਉਹਨਾਂ ਦੀ ਮੀਟਿੰਗ ਇੱਕ ਲੈ ਕੇ ਕਹਿ ਦਿੱਤਾ ਕਿ ਪਹਿਲੀ ਗੱਲ ਕਿ ਤੁਸੀਂ MLA ਮੰਤਰੀ ਦਾ ਮਾਣ ਸਤਿਕਾਰ ਕਰਨਾ। ਦੂਸਰੀ ਜਿਹੜੀ ਉਹਨਾਂ ਨੇ ਗੱਲ ਕਹੀ ਉਹ ਬਹੁਤ ਵੱਡਾ ਇੱਕ ਸ਼ੱਕ ਪੈਦਾ ਕਰਦੀ ਆ ਪਿਛਲੇ ਸਮੇਂ ਤੇ। ਉਹ ਕਹਿੰਦੇ ਮੇਰੇ ਨਾਂ ਤੇ ਜੇ ਕੋਈ ਮੰਤਰੀ, ਕੋਈ MLA, ਕੋਈ ਹੋਰ ਬੰਦਾ ਧੜ ਤੋਂ ਨਜਾਇਜ਼ ਕੰਮ ਕਰਾਉਂਦਾ, ਬਿਲਕੁਲ ਨਹੀਂ ਕਰਨਾ ਤੇ ਮੈਨੂੰ ਦੱਸਣਾ। ਹੁਣ ਇਹ ਤੋਂ ਭਾਵ ਕੀ ਲਾਈਏ ਕਿ ਇੱਕ ਮੁੱਖ ਮੰਤਰੀ ਹਰ ਵਿਭਾਗ ਦੇ ਵੱਡੇ ਅਫਸਰ ਨੂੰ ਕਹਿੰਦਾ ਕਿ ਜੇ ਕੋਈ MLA, ਜੇ ਕੋਈ ਮੰਤਰੀ, ਜੇ ਕੋਈ ਹੋਰ ਆਪਣੇ ਆਪ 'ਚ ਖਾਸ ਕਹਾਉਂਦਾ ਬੰਦਾ ਮੇਰੇ ਨਾਂ ਤੇ ਤੁਹਾਡੇ ਤੋਂ ਕੋਈ ਗੈਰ ਕਾਨੂੰਨੀ ਕੰਮ ਕਰਾਵੇ, ਕੋਈ ਬਦਲੀ ਕਰਾਵੇ, ਕੋਈ ਨਿਯੁਕਤੀ ਕਰਾਵੇ ਜਿਹੜੀ ਕਿ ਕਾਨੂੰਨ ਦੇ ਮੁਤਾਬਕ ਨਹੀਂ, ਤੁਸੀਂ ਉਸੇ ਵੇਲੇ ਮੈਨੂੰ ਦੱਸਣਾ। ਦੇਖੋ ਸੁਣਨ ਨੂੰ ਗੱਲ ਬਹੁਤ ਚੰਗੀ ਲੱਗੀ, ਦਿਲ ਨੂੰ ਲੱਗੀ, ਪਰ ਜੇ ਹੋਵੇ, ਆਪਾਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਵਾਂਗੇ, ਥਾਣਿਆਂ ਕਚਹਿਰੀਆਂ 'ਚ ਰਿਸ਼ਵਤ ਨਹੀਂ ਚੱਲੂ, ਆਮ ਲੋਕਾਂ ਦੇ ਕੰਮ ਹੋਣਗੇ, ਉਹਨਾਂ ਦਾ ਮਾਣ ਤਾਣ ਸਰਕਾਰੀ ਦਫ਼ਤਰਾਂ 'ਚ ਕਾਇਮ ਰੱਖਿਆ ਜਾਊਗਾ। ਅਸੀਂ ਭਾਸ਼ਣ ਬੜੇ ਸੁਣੇ ਆ, ਕਿਉਂਕਿ ਚੰਨੀ ਸਾਹਿਬ PhD ਕਰਦੇ ਆ, ਅਸੀਂ ਉਮੀਦ ਰੱਖਦੇ ਹਾਂ ਕਿ ਭਾਈ ਐਤਕੀ ਵਾਅਦੇ ਤਾਂ ਉਹੀ ਹੋਏ ਜਿਹੜੇ ਪੁਰਾਣੇ ਕਰਦੇ ਸੀ, ਪਰ ਇੰਪਲੀਮੈਂਟ ਹੋ ਜਾਣਾ। ਜੇ ਮੈਂ ਅੱਗੇ ਵੀ ਇੱਕ ਦੋ ਵਾਰ ਗੱਲ ਕੀਤੀ ਨਾ ਚੂੜੀ ਦੀ, ਚੂੜੀ ਉਹ ਦੂਜੀ ਨਹੀਂ, ਚੂੜੀ ਇਹ ਟੈਟ ਕੀਤੀ ਜਾਂਦੀ, ਇਹ ਹੁਣ ਜਿਸ ਹਿਸਾਬ ਨਾਲ ਚੂੜੀ ਟੈਟ ਕੰਮ ਨਾਲ ਕੰਮ ਚੱਲ ਪਿਆ,
ਮੈਨੂੰ ਲੱਗਦਾ ਵੀ ਹੁਣ ਜਿਹੜੇ ਨਵੇਂ ਮੰਤਰੀ ਵੀ ਬਣੇ ਹੋਣੇ ਉਹ ਵੀ ਸੋਚਦੇ ਨੇ ਵੀ ਆਹ ਕੰਮ ਵਧੀਆ ਹੋ ਗਿਆ ਜੀ। ਆਖਰੀ 6 ਮਹੀਨੇ ਹੁੰਦੇ ਆ ਜਦੋਂ ਥੋੜ੍ਹਾ ਜਿਹੀ ਆਸ ਹੁੰਦੀ ਵੀ ਚਲੋ ਕੁਰਸੀ ਮਿਲੂਗੀ, 4 ਗੱਡੀਆਂ ਮਿਲਣਗੀਆਂ। ਮੁੱਖ ਮੰਤਰੀ ਸਾਹਿਬ ਨੇ ਆਪਣੀ ਸੁਰੱਖਿਆ ਵੀ ਘਟਾਤੀ, ਨਾਲ ਕਹਿੰਦੇ ਉਹਨਾਂ ਅਫਸਰਾਂ ਨੂੰ ਇਹ ਵੀ ਕਹਿ ਦਿੱਤਾ ਭਾਈ ਸਾਹਿਬ ਵੀ ਇਹਨਾਂ ਦਾ ਵੀ ਪਤਾ ਪੁਤਾ ਕਰ ਲਓ, ਬੰਦੇ ਥੋੜ੍ਹੇ ਹੀ ਬਹੁਤ ਹੈ ਨਾ। ਹੁਣ ਜਦੋਂ ਤੇ ਇੱਕ ਟੌਰ ਟੱਪੇ ਦੀ ਗੱਲ ਹੁੰਦੀ, ਕਿਉਂਕਿ ਹੁਣ ਇਹ ਵੀ ਰੌਲਾ ਪੈ ਗਿਆ ਨਾ ਵੀ ਮੇਰਾ ਖਿਆਲ 4-4.5 ਕਰੋੜ ਰੁਪਏ ਖਰਚ ਕੇ ਨਵੀਆਂ ਇਨੋਵਾ ਦੇਣੀਆਂ ਕੁਝ ਬੰਦਿਆਂ ਨੂੰ, ਕੁਝ ਨੂੰ ਪਹਿਲਾਂ ਦੇ ਗਏ ਕੈਪਟਨ ਸਾਹਿਬ। ਹੁਣ ਤੁਸੀਂ ਆਪ ਸੋਚੋ ਵੀ ਗੱਡੀ ਨਵੀਂ ਨਕੋਰ ਹੋਵੇ, ਉਦੋਂ ਬਾਅਦ ਮਤਲਬ 5-4 ਪਿੱਛੇ ਗੱਡੀਆਂ, 5-4 ਅੱਗੇ ਗੱਡੀਆਂ, ਦੋਹਾਂ ਚੋਂ ਨੂੰ ਧੱਕੇ, ਤਿੰਨਾਂ ਚੋਂ ਨੂੰ ਮਤਲਬ ਭਰੇ ਹੋ ਹੈ ਨਾ। ਉਹ ਹੋਵੇ ਨਾ, ਫਿਰ ਪਤਾ ਨਹੀਂ ਲੱਗਦਾ ਵੀ ਯਾਰ ਮੰਤਰੀ ਸਾਹਿਬ ਆਏ ਨੇ। ਹੁਣ ਚਲੋ ਜਿਸ ਹਿਸਾਬ ਨਾਲ ਚੰਨੀ ਸਾਹਿਬ ਨੇ ਹੁਣ ਹੁਕਮ ਕਰਤੇ ਆ, ਜੇ ਤੇ ਮੰਨ ਲਓ ਵਾਕਈ ਇੱਦਾਂ ਹੋ ਜਾਂਦਾ ਵੀ ਨਾ ਤਾਂ ਮੰਤਰੀ ਸਾਹਿਬ ਦੇ ਨਾਲ ਕੋਈ ਬਹੁਤੀ ਸੁਰੱਖਿਆ, ਨਾ ਹੀ ਕੋਈ ਬੰਦਾ ਜਿਹੜਾ ਉੱਥੇ ਜਾ ਕੇ ਇਹ ਕਹਿ ਸਕਦਾ ਵੀ ਇਹ ਫਿਰ ਆਪਣਾ ਖਾਸ ਕੰਮ ਹੈ, ਇਹ ਫਿਰ ਕਰਨਾ ਪੈਣਾ, ਇਹ ਤਾਂ ਜ਼ਰੂਰੀ ਹੈ, ਇਹ ਤੋਂ ਬਿਨਾਂ ਕੋਈ ਗੱਲ ਬਣਦੀ ਨਹੀਂ, ਉਹ ਵੀ ਨਹੀਂ ਹੋਣਾ। ਤੇ ਹੋ ਸਕਦਾ ਕਿਤੇ 2-2.5 ਮਹੀਨੇ ਕਿਤੇ ਚੰਨੀ ਸਾਹਿਬ ਦੇ ਖਿਲਾਫ ਉੱਪਰ ਹਾਈ ਕਮਾਨ ਨਾਲ ਕੋਈ ਪਹੁੰਚ ਜਾਵੇ, ਆ ਫੇ ਕੋਈ ਫਾਇਦਾ ਥੋੜਾ ਜੀ, ਫਿਰ ਅਸੀਂ ਕਾਹਦੇ ਮੰਤਰੀ ਹੋਏ ਜੇ ਸਾਡੀ ਫਿਰ ਚੱਲਣੀ ਨਹੀਂ। ਇਹਦੇ ਨਾਲ ਲੰਬੜ ਚੰਗੇ ਹੀ ਪਿੰਡ ਦੇ, ਸਾਡਾ 3 ਪੀੜ੍ਹੀਆਂ ਹੋ ਗਈਆਂ ਲੰਬੜਦਾਰੀ, ਸਾਡੇ ਕੋਲ ਉੱਥੇ ਵੱਧ ਟੌਰ ਸੀ। ਆਹ ਵੀ ਕੋਈ ਗੱਲ ਥੋੜੋ, ਇਦਾਂ ਨਾ ਕਰਿਆ ਕਰੋ, ਸਾਡੀ ਵੀ ਪੁੱਛ ਪ੍ਰਤੀਤ ਹੋਣੀ ਚਾਹੀਦੀ, ਨੇ ਤਾਂ ਅਸੀਂ ਆਹੋ ਇਦਾਂ ਨਹੀਂ। ਮੈਨੂੰ ਇਹ ਵੀ ਯਾਦ ਆ ਵੀ ਹੋ ਸਕਦਾ ਇੱਕ ਅੱਧੇ ਐਮਐਲਏ ਨੇ ਹੁਣ ਦੂਜਾ ਬਿਆਨ ਦੇ ਦੇਣਾ। ਪਹਿਲਾਂ ਤਾਂ ਇਹ ਆਂਦੇ ਨਾ ਵੀ ਸਾਨੂੰ ਕੈਪਟਨ ਸਾਹਿਬ ਨਹੀਂ ਮਿਲਦੇ, ਹੁਣ ਉਹਨਾਂ ਕਹਿਣਾ ਸਾਡੀ ਸਰਪੰਚ ਨਹੀਂ ਸੁਣਦੇ, ਜਿੱਦਾਂ ਦੇ ਕਾਰਡ ਬਣਾਤੇ ਉਹ ਸਿੱਧਾ ਹੀ ਸਕੱਤਰੇ ਦਵਾਈਦੇ ਜਾ ਕੇ। ਹੋ ਸਕਦਾ ਇਹ ਵੀ ਕਹਿਣ ਜਾ ਸਾਰਿਆਂ ਨੂੰ ਮਿਲੀ ਜਾਂਦੇ ਆ, ਇਦਾਂ ਗੱਲ ਥੋੜੋ ਆ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਹੈ, ਕਿਉਂਕਿ ਸਰਕਾਰ ਤੋਂ ਲੋਕਾਂ ਨੂੰ ਆਸ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਜਿਸ ਮਸਲੇ ਦੇ ਉੱਤੇ ਸਭ ਤੋਂ ਵੱਧ ਘੁੰਡੀ ਸੀ ਉਹ ਮਸਲਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤੇ ਉਹਦੇ ਇਨਸਾਫ ਦਾ। ਹੁਣ ਐਡਵੋਕੇਟ ਜਨਰਲ ਰਹੇ ਅਤੁਲ ਨੰਦਾ ਸਾਹਿਬ ਦੀ ਚਰਚਾ ਚੱਲਦੀ ਸੀ ਕਿ ਭਾਈ ਕੇਸ ਨਹੀਂ ਚੰਗੀ ਤਰ੍ਹਾਂ ਲੜੇ, ਰੰਧਾਵਾ ਸਾਹਿਬ, ਨਵਜੋਤ ਸਿੰਘ ਸਿੱਧੂ, ਕਈ ਹੋਰ ਬੰਦੇ ਠੋਕ ਵਜਾ ਕੇ ਗੱਲਾਂ ਕਰਦੇ ਸੀ। ਪਰ ਹੁਣ ਅਮਰਪ੍ਰੀਤ ਸਿੰਘ ਦਿਓਲ ਹੋਰਾਂ ਨੂੰ ਐਡਵੋਕੇਟ ਜਨਰਲ ਬਣਾਇਆ, ਤੀਜੇ ਥਾਂ ਦੇ ਉੱਤੇ ਆਏ, ਕਿਉਂਕਿ 2 ਨਾਂ ਪਹਿਲਾਂ ਬੜੀ ਚਰਚਾ ਦੇ ਵਿੱਚ ਸੀ, ਪਰ ਇੱਥੇ ਮੋਹਰ ਲੱਗ ਗਈ। ਵੱਖ-ਵੱਖ ਥਾਵਾਂ ਤੋਂ ਹੁਣ ਚਰਚਾ ਚੱਲਣ ਲੱਗ ਪਈ ਪੰਜਾਬ ਦੇ ਨਵੇਂ ਡੀਜੀਪੀ ਇਕਬਾਲਪ੍ਰੀਤ ਸਿੰਘ ਸੋਤਾ ਸਾਹਿਬ ਦੇ ਬਾਰੇ ਤੇ ਦਿਓਲ ਸਾਹਿਬ ਦੇ ਬਾਰੇ। ਦੋਨੋਂ ਪੋਜੀਸ਼ਨਾਂ ਵੱਡੀਆਂ। ਪੰਜਾਬ ਸਰਕਾਰ ਵੱਲੋਂ ਕੇਸ ਹੁਣ ਦਿਓਲ ਸਾਹਿਬ ਨੇ ਲੜਨੇ ਆ ਸਾਰੇ, ਤੇ ਇੱਥੇ ਸਭ ਤੋਂ ਵੱਡੀ ਚਰਚਾ ਇਹ ਚੱਲੀ ਕਿ ਭਾਈ ਉਹ ਸਾਬਕਾ ਡੀਜੀਪੀ ਸੁਮੇਧ ਸੈਣੀ ਹੋਰਾਂ ਦੇ ਵਕੀਲ ਰਹੇ ਨੇ। ਹੁਣੇ ਜਦੋਂ ਸਾਧਨਾ ਤੋਂ ਵੱਧ ਆਮਦਨ ਇਕੱਠੀ ਕਰਨ ਦਾ ਇੱਕ ਕੇਸ ਚੱਲਿਆ ਸੀ, ਜਿਹਦੇ ਵਿੱਚ ਸੁਮੇਧ ਸੈਣੀ ਹੋਰੀ ਅੰਦਰ ਦਿੱਤੇ ਸੀ, ਤੇ ਬਾਅਦ ਵਿੱਚ ਅਦਾਲਤ ਨੇ ਕਿਹਾ ਸੀ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ, ਤੇ ਪਤਾ ਲੱਗਾ ਕਿ ਪੈਰਵਾਈ ਉਦੋਂ ਦਿਓਲ ਸਾਹਿਬ ਨੇ ਕੀਤੀ ਸੀ। ਕੋਈ ਗੱਲ ਨਹੀਂ, ਉਹ ਕਰ ਸਕਦੇ, ਕਾਨੂੰਨਨ ਉਹਨਾਂ ਨੂੰ ਹੱਕ ਹੈ, ਕਿਉਂਕਿ ਉਹ ਵਕੀਲ ਨੇ, ਕੋਈ ਵੀ ਬੰਦਾ ਇੱਕ ਵਕੀਲ ਦੀਆਂ ਸੇਵਾਵਾਂ ਲੈ ਸਕਦਾ। ਪਰ ਹੁਣ ਬਹੁਤ ਸਾਰੇ ਸਿਆਸਤਦਾਨਾਂ ਨੇ ਜਿਹੜੇ ਕਿ ਵਿਰੋਧੀ ਪਾਰਟੀਆਂ 'ਚ ਨੇ, ਇੱਥੋਂ ਤੱਕ ਕਿ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਗੋਲੀਬਾਰੀ ਦੀਆਂ, ਲਾਠੀਚਾਰਜ ਦੀਆਂ ਵਾਪਰੀਆਂ ਸੀ, ਉਹ ਪੀੜਤ ਪਰਿਵਾਰਾਂ ਨੇ ਇਸ ਮੁੱਦੇ ਦੇ ਉੱਤੇ ਸਵਾਲ ਚੁੱਕਣੇ ਸ਼ੁਰੂ ਕੀਤੇ ਆ ਕਿ ਭਾਈ ਇੱਕ ਪਾਸੇ ਤੁਸੀਂ ਇਨਸਾਫ ਦੇਣ ਦੀਆਂ ਗੱਲਾਂ ਕਰਦੇ ਹੋ, ਤੇ ਦੂਸਰੇ ਪਾਸੇ ਤੁਸੀਂ ਨਿਯੁਕਤੀ ਉਸ ਤਰੀਕੇ ਦੇ ਨਾਲ ਕਰ ਲਈ ਹੈ, ਕਿਉਂਕਿ ਸਵਾਲ ਇਹ ਖੜਾ ਕੀਤਾ ਜਾ ਰਿਹਾ ਕਿ ਜਿਹੜੇ ਪਹਿਲਾਂ ਸੁਮੇਧ ਸੈਣੀ ਹੋਰਾਂ ਦੇ ਲਈ ਅਦਾਲਤ ਦੇ ਵਿੱਚ ਲੜਦੇ ਰਹੇ ਆ ਤੇ ਪੰਜਾਬ ਸਰਕਾਰ ਦੇ ਫੈਸਲੇ ਉਲਟਾਉਂਦੇ ਰਹੇ ਆ, ਕੀ ਚੰਗੇ ਤਰੀਕੇ ਦੇ ਨਾਲ ਹੁਣ ਉਹ ਪੰਜਾਬ ਸਰਕਾਰ ਦਾ ਪੱਖ ਰੱਖ ਸਕਣਗੇ? ਅਸੀਂ ਨਹੀਂ ਕਹਿੰਦੇ ਕਿ ਨਹੀਂ ਰੱਖ ਸਕਣਗੇ, ਪਰ ਕਿਉਂਕਿ ਸਵਾਲ ਖੜਾ ਹੋਇਆ, ਚੰਨੀ ਸਾਹਿਬ ਦੀ ਵਜ਼ਾਰਤ ਜੇ ਬਣੀ ਹੈ, ਐਡਵੋਕੇਟ ਜਨਰਲ ਉਹਨਾਂ ਨੇ ਨਿਯੁਕਤ ਕੀਤੇ ਹੈ, ਤੇ ਵਿਰੋਧੀ ਧਿਰਾਂ ਦੇ ਪੈਰੇਟ ਜਿਹੜਾ ਬਟੇਰਾ ਆ ਗਿਆ, ਅਗਲੇ ਛੱਡਣਗੇ ਥੋੜੀ। ਇਹਨੇ ਛੱਡਣ ਨਾ ਛੱਡਣ, ਪਰ ਮੈਨੂੰ ਲੱਗਦਾ ਵੀ ਦੇਖੋ ਨਾ, ਇਹ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਇਹਦੇ 'ਚ ਕਿਤੇ ਨਾ ਕਿਤੇ ਜਿਹੜਾ ਇੱਕ ਤਾਂ ਹੁੰਦਾ ਸਿਆਸਤ, ਇੱਕ ਹੁੰਦੀ ਸਿਆਸਤ ਤੇ ਇੱਕ ਹੁੰਦਾ ਸਿਆਸੀ ਮਾਈਂਡ ਸੈਟ। ਮੈਨੂੰ ਲੱਗਦਾ ਵੀ ਸਿਆਸੀ ਮਾਈਂਡ ਸੈਟ ਜ਼ਿਆਦਾ ਕੰਮ ਕਰਦਾ। ਮੋਸਟਲੀ ਆਪਾਂ ਇਹ ਨੇ ਨਾ ਵੀ ਜਿੱਦਾਂ ਪੋਲੀਟੀਕਲ ਪਾਰਟੀਆਂ, ਉਹਨਾਂ ਦਾ ਵੀ ਯਾਰ ਫਲਾਨਾ ਬੰਦਾ ਸਾਡਾ ਹਾਰ ਗਿਆ ਤੇ ਫਲਾਨੀ ਪਾਰਟੀ ਦਾ ਉਮੀਦਵਾਰ ਤਕੜਾ, ਇਹਨੇ ਸਾਡਾ ਬੰਦਾ ਹਰਾਤਾ ਜੀ, ਆਪਾਂ ਇਦਾਂ ਕਰੀਏ ਘੁੰਮ ਘੁਮਾ ਕੇ ਇਹਨੂੰ ਆਪਣੀ ਪਾਰਟੀ ਸ਼ਾਮਲ ਕਰੀਏ। ਹੁਣ ਜੇ ਆਪਾਂ ਪਿਛਲੀ ਉਦਾਹਰਨ ਲੈ ਲਈਏ, ਮੰਨ ਲਓ ਅਤੁਲ ਨੰਦਾ ਸਾਹਿਬ ਸੀਗੇ, ਹੁਣ ਇਹ ਵੀ ਤੇ ਉਦੋਂ ਚਰਚਾ ਚੱਲਦੀ ਸੀ ਨਾ ਵੀ ਜਿਹੜਾ ਬੰਦਾ SYL ਨਹਿਰ ਵਾਲਾ ਕੇਸ ਹਰਿਆਣੇ ਨੂੰ ਜਿੱਤ ਕੇ ਦਿਆ, ਉਹਨੂੰ ਆਪਾਂ ਇੱਧਰੋਂ ਬਣਾ ਲਿਆ ਆਪਣੇ ਨੂੰ ਵੀ ਹੁਣ ਤੁਸੀਂ ਸਾਡੇ ਵੱਲੋਂ ਵੀ ਜਿੱਤ ਕੇ ਵਿਖਾਓ ਯਾਰ, ਪਹਿਲਾਂ ਤੁਸੀਂ ਉਧਰੋਂ ਤਾਂ ਜਿੱਤ ਲਿਆ। ਹੁਣ ਉਹੀ ਚੀਜ਼ ਮੇਰੇ ਖਿਆਲ ਨਾਲ ਸੈਣੀ ਸਾਹਿਬ ਦੇ ਮਾਮਲੇ 'ਚ ਦੇਖੀ ਹੋਣੀ, ਉਹਨਾਂ ਨੇ ਫਿਰ ਜਿੱਤ ਦਿੱਤਾ ਸੀ ਨਾ ਕੇਸ। ਗੱਲ ਸਮਝੇ ਨਹੀਂ, ਉਹ ਤੇ ਨਿਕਲ ਗਿਆ ਹੁੰਦਾ ਤੀਰ ਨਾ। ਉਹ ਗੱਲ ਉਹੀ ਆ ਗਈ ਵੀ ਮਾਈਂਡ ਸੈਟ ਇਹ ਆ ਵੀ ਇਹ ਸ਼ਾਇਦ ਜੀ ਸਾਡੇ ਬੰਦੇ ਨੂੰ ਹਰਾ ਸਕਦਾ ਤੇ ਸ਼ਾਇਦ ਸਾਡੇ ਵਾਲੇ ਪਾਸੇ ਫਿਰ ਸਾਨੂੰ ਵੀ ਜਿਤਾ ਦੂਗਾ। ਹੁਣ ਇਹ ਚੀਜ਼ ਅਤੁਲ ਨੰਦਾ ਸਾਹਿਬ ਵਰੀ ਉਹਨਾਂ ਨੇ ਤਜਰਬਾ ਕਰਕੇ ਵੇਖ ਲਿਆ, ਉਦੋਂ ਨਹੀਂ ਕਾਮਯਾਬ ਹੋਇਆ। ਉਹਨਾਂ ਨੂੰ ਲੱਗਦਾ ਉਹ ਵੀ ਸੈਣੀ ਸਾਹਿਬ ਨੂੰ ਜੇ ਉਦੋਂ ਬਲੈਂਕਟ ਬੇਲ ਬੰਦਾ ਦਵਾ ਸਕਦਾ ਵੀ ਪੰਜਾਬ ਸਰਕਾਰ ਦੇ ਵਕੀਲ ਹਾਰ ਗਏ ਤੇ ਉਹ ਬੰਦੇ ਨੇ ਉਹਨੂੰ ਬੈਨੀਫਿਟ ਦਵਾਤਾ, ਕੀ ਪਤਾ ਆਪਾਂ ਇਸ ਪਾਸੇ ਲੈ ਜੇ ਸਾਨੂੰ ਬੈਨੀਫਿਟ ਹੋ ਜੇ। ਮਾਈਂਡ ਸੈਟ ਹੈ ਨਾ ਬਿਲਕੁਲ। ਹੁਣ ਕਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਕੋਟਕਪੂਰੇ ਤੋਂ ਨਾਲ ਹੀ ਕਿਸਾਨ ਵਿੰਗ ਦੇ ਮੁਖੀ ਨੇ, ਇੱਕ ਮੁੱਦਾ ਉਹਨਾਂ ਨੇ ਚੁੱਕ ਲਿਆ। ਉਹ ਕਹਿੰਦੇ ਜੀ ਦੇਖੋ ਕੀ ਆਸ ਰੱਖੀਏ, ਕਿਉਂਕਿ ਜਦੋਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦਾ ਚਰਚਾ ਚੱਲਿਆ ਸੀ ਕਿ 2 ਨੌਜਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਹੋਈ ਸੀ, ਤੁਹਾਨੂੰ ਯਾਦ ਹੋਣਾ, ਅਕਾਲੀ ਭਾਜਪਾ ਸਰਕਾਰ ਦੇ ਸਮੇਂ,
ਤੇ ਉਦੋਂ ਕਿਹਾ ਗਿਆ ਸੀ ਕਿ ਭਾਈ ਮੰਨ ਗਏ ਆ, ਇਹਨਾਂ ਨੇ ਕੀਤਾ ਸਾਰਾ ਕੁਝ। ਬਾਅਦ ਵਿੱਚੋਂ ਬਰੀ ਹੋਏ ਸੀ ਐਡਵੋਕੇਟ HS ਫੂਲਕਾ ਸਾਹਿਬ ਨੇ, ਵੱਡੀ ਭੂਮਿਕਾ ਨਿਭਾਈ ਸੀ ਉਸ ਮਸਲੇ 'ਚ। ਹੁਣ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਉਸ ਕੇਸ ਦਾ ਰੈਫਰੈਂਸ ਦੇ ਕੇ ਪੰਜਾਬ ਪੁਲਿਸ ਤੇ ਵੱਡੇ ਅਹੁਦਿਆਂ ਤੇ ਜਿਹੜੀਆਂ ਨਿਯੁਕਤੀਆਂ ਹੋਈਆਂ ਉਧਰਲੇ ਪਾਸੇ ਵੀ ਚਰਚਾ ਛੇੜ ਦਿੱਤੀ ਹੈ। ਜਾਣੀ ਕਿ ਪੈਂਦੀ ਸੱਟੇ ਇੱਥੋਂ ਤੱਕ ਕਿ ਹਰਪਾਲ ਸਿੰਘ ਚੀਮਾ ਜਿਹੜੇ ਆ ਉਹਨਾਂ ਨੇ ਵੀ ਚਰਚਾ ਛੇੜੀ। ਉਹ ਕਹਿੰਦੇ ਜੀ ਇੱਕ ਪਾਸੇ ਤਾਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸੀ ਤਾਂ ਸਭ ਤੋਂ ਪਹਿਲਾਂ ਐਲਾਨ ਇਹ ਕੀਤਾ ਸੀ ਕਿ ਰੇਤ ਮਾਫੀਆ ਨਹੀਂ ਰਹੂਗਾ, ਤੇ ਉਹਨਾਂ ਨੇ ਨਾਂ ਤਾਂ ਨਹੀਂ ਲਿਆ ਕਿਸੇ ਦਾ ਬਹੁਤਾ, ਪਰ ਉਹ ਕਹਿੰਦੇ ਹੁਣ ਕੈਬਨਿਟ ਦੇ ਵਿੱਚ ਜਿਹੜੇ ਬੰਦੇ ਸ਼ਾਮਲ ਕੀਤੇ ਉਹ ਤੁਹਾਨੂੰ ਰੇਤ ਮਾਫੀਆ ਹੁਣ ਕਿੱਦਾਂ ਬੰਦ ਕਰਨ ਦੇਣਗੇ। ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਪੰਜਾਬ ਪੁਲਿਸ ਦੀਆਂ ਨਿਯੁਕਤੀਆਂ ਦੀ ਗੱਲ, ਉਧਰਲੇ ਪਾਸੇ ਐਡਵੋਕੇਟ ਜਨਰਲ ਹੋਰਾਂ ਦੀ ਗੱਲ, ਇਹ ਤਿੰਨ ਮੁੱਦਿਆਂ ਨੂੰ ਲੈ ਕੇ ਮੈਨੂੰ ਲੱਗਦਾ ਕਿ ਜਿੰਨੀ ਤੇਜ਼ ਰਫ਼ਤਾਰ ਦੇ ਨਾਲ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਅੱਗੇ ਵਧਣਾ ਸੀ, ਕੁਝ ਬ੍ਰੇਕਾਂ ਤਾਂ ਵਿਰੋਧੀ ਲਾਉਣ ਦੀ ਕੋਸ਼ਿਸ਼ ਕਰਨਗੇ। ਨਹੀਂ ਵਿਰੋਧੀ ਲਾਉਣ ਜੀ ਸਦਕੇ ਲਾਉਣ, ਪਰ ਕਾਰਨ ਇਹ ਆ ਵੀ ਆਮ ਆਦਮੀ ਪਾਰਟੀ ਵਾਲੇ ਪਾਸੋਂ ਤੇ ਬ੍ਰੇਕਾਂ ਲੱਗਦੀਆਂ ਨਹੀਂ ਮੈਨੂੰ, ਕਿਉਂਕਿ ਆਮ ਆਦਮੀ ਪਾਰਟੀ ਦੇ ਸਿਰਫ ਹੁਣ ਤੱਕ ਇਹੀ ਕਹਿੰਦੇ ਨੇ ਵੀ ਅਸੀਂ ਆਮ ਬੰਦੇ ਤੇ 10 ਦਿਨਾਂ 'ਚ ਮੇਰੇ ਖਿਆਲ ਨਾਲ ਜਿੰਨਾ ਚੰਨੀ ਸਾਹਿਬ ਨੇ ਆਮ ਆਦਮੀ ਬਣ ਕੇ ਵਿਖਾਤਾ, ਇਹਨੇ ਤੇ ਉਹਨਾਂ ਕੋਲੋਂ ਨਹੀਂ ਬਣਿਆ ਗਿਆ 4 ਸਾਲਾਂ 'ਚ। ਗੱਲ ਤਾਂ ਠੀਕ ਹੈ ਤੁਹਾਡੀ, ਪੈਂਦਾ ਹੀ ਆ ਨਾ। ਹੁਣ ਉਹ ਲੱਭਦੇ ਤੇ ਇਹ ਸੀ ਵੀ ਹਾਂ ਦੇਖੋ ਜੀ ਅਸੀਂ ਆਮ ਆਦਮੀ ਵਾਲੇ, ਅਸੀਂ ਆਮ ਬੰਦੇ ਨੂੰ ਉੱਥੇ ਨੇਤਾ ਬਣਾਉਣਾ। ਤੇ ਹੁਣ ਤੱਕ ਮੇਰੇ ਖਿਆਲ ਨਾਲ ਜਿੰਨੇ ਕੁ ਬੰਦੇ ਨੂੰ ਆਪਾਂ ਹਾਰ ਪਾਉਂਦੇ ਜਾਂ ਉਹ ਜਿਹੜਾ ਸਾਫਾ ਪਾਉਂਦੇ ਵਿਖਾਇਆ ਗਿਆ, ਉਹਦੇ ਤੇ ਇਹੋ ਲਿਖਿਆ ਹੁੰਦਾ ਨਾ ਵੀ ਹਾਂਜੀ ਭਾਈ ਸਾਹਿਬ ਵੀ ਤੁਸੀਂ ਸਾਡੀ ਪਾਰਟੀ ਚਾਹੁੰਦੇ ਹੋ। ਤੇ ਫਿਰ ਬਿਆਨ ਪਤਾ ਕੀ ਹੁੰਦਾ, ਇਹਨਾਂ ਦੇ ਸਿਆਸੀ ਜੀਵਨ ਨੂੰ ਅਸੀਂ ਦੇਖਿਆ ਬਹੁਤ ਹੀ ਉੱਚਾ ਸੁੱਚਾ ਤੇ ਇਮਾਨਦਾਰ ਸੀ, ਦਮ ਘੁੱਟਦਾ ਸੀ ਉੱਥੇ ਇਹਨਾਂ ਦਾ ਉੱਥੇ ਦਮ ਘੁੱਟਦਾ ਸੀ, ਤੇ ਇਹਨਾਂ ਨੇ ਸੋਚਿਆ ਕਿ ਮੈਂ ਹੁਣ ਆਮ ਆਦਮੀ ਪਾਰਟੀ ਜਾ ਕੇ ਸੇਵਾ ਕਰਨੀ ਹੈ। ਸਵਾਲ ਇਹ ਹੈ ਵੀ ਉਹ ਜਿਹੜੇ ਆਮ ਬੰਦੇ ਵਿਚਾਰੇ ਉਦੋਂ ਦੇ ਨਾਅਰੇ ਮਾਰਨ ਡਿਆ 14 ਦੇ, ਉਹਨਾਂ ਚੋਂ ਕਿਸੇ ਦਾ ਦਮ ਨਹੀਂ ਘੁੱਟਦਾ ਹੋਊਗਾ ਆਮ ਆਦਮੀ ਪਾਰਟੀ ਯਾਰ ਸਾਨੂੰ ਲੀਡਰ ਬਣਾ ਦਿਓ। ਨਹੀਂ, ਉਹ ਰੌਲਾ ਤਾਂ ਸਾਰਾ ਇਹੀ ਹੈ ਨਾ। ਹੁਣ ਕਈ ਤਰ੍ਹਾਂ ਦੀ ਚਰਚਾ ਚੱਲਦੀ ਹੈ, ਇਹਦੀ ਵੋਟ ਬਣਾ ਲਈ, ਉਹਦੀ ਵੋਟ ਕਟਾ ਲਈ। ਚੰਗਾ ਹੋਵੇ, ਆਮ ਆਦਮੀ ਪਾਰਟੀ ਦੇ ਲਈ ਹੁਣ ਮੁਸ਼ਕਲਾਂ ਵੱਧ ਰਹੀਆਂ, ਕਿਉਂਕਿ ਪਹਿਲਾਂ ਤੇ ਇਹ ਸੀ ਨਾ ਕਿ ਆਮ ਲੋਕਾਂ ਨੂੰ ਮਿਲਦੇ ਆ, ਆਮ ਲੋਕਾਂ ਦੇ ਵੀ ਹੁਣ ਚੰਨੀ ਸਾਹਿਬ ਜਿੱਥੇ ਜਾਂਦੇ ਉਹ ਕਹਿੰਦੇ ਆਮ ਲੋਕਾਂ ਚੋਂ ਆ, ਮੇਰੇ ਤੋਂ ਵੱਧ ਆਮ ਉਹ ਕਹਿੰਦੇ ਕੌਣ ਹੋ ਸਕਦਾ। ਆਮ ਆਦਮੀ ਪਾਰਟੀ ਨੂੰ ਆਪਣੇ ਆਪ ਨੂੰ ਆਮ ਬਣਾਈ ਰੱਖਣ ਦੇ ਲਈ ਖਾਸ ਕੰਮ ਕਰਨੇ ਪੈਣਗੇ। ਹੁਣ ਨਹੀਂ ਖਾਸ ਬੰਦੇ ਨਹੀਂ ਸ਼ਾਮਲ ਕਰਨੇ ਪੈਣਗੇ, ਖਾਸ ਕੰਮ ਕਰਨੇ ਪੈਣਗੇ। ਹੁਣ ਕੇਜਰੀਵਾਲ ਸਾਹਿਬ ਨੇ ਲੁਧਿਆਣੇ ਆਉਣਾ ਸੀ, ਪਿਛਲੇ ਦਿਨ ਨਹੀਂ ਆਏ। ਵੱਖਰੀ ਗੱਲ ਹੈ ਕਿ ਰਜੇਵੇਂ ਸੀ, ਪਰ ਹੋ ਸਕਦਾ ਰਜੇਵਿਆਂ ਦੇ ਵਿੱਚੋਂ ਭਗਵੰਤ ਮਾਨ ਸਾਹਿਬ ਵਾਲਾ ਵੀ ਚੱਕਰ ਹੋਵੇ। ਹੋ ਸਕਦਾ ਕਿ ਰਜੇਵਿਆਂ ਦੇ ਵਿੱਚੋਂ ਇਹ ਵੀ ਸੀ ਕਿਸਾਨਾਂ ਨੇ ਬੰਦ ਕਰਨਾ, ਕਿਤੇ ਖਬਰ ਨਾ ਰੁਲ ਜਾਏ। ਪਰ ਸਰਗਰਮੀ ਪਛੜ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਨਾਲ ਦੀ ਨਾਲ ਇਹ ਵੀ ਗੱਲ ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ ਕਿ ਜਦੋਂ ਚਰਨਜੀਤ ਸਿੰਘ ਚੰਨੀ ਸਾਹਿਬ ਇਹ ਕਹਿੰਦੇ ਆ ਕਿ ਆਮ ਬੰਦੇ ਆ, ਬਹੁਤ ਚੰਗੀ ਗੱਲ ਹੈ, ਆਮ ਰਹਿਣਾ ਚਾਹੀਦਾ, ਗਰੀਬ ਪਰਿਵਾਰਾਂ ਨੂੰ ਮਕਾਨ ਦੇਣੇ ਆ ਦਿਓ, ਆਮ ਬੰਦੇ ਨੂੰ ਰਾਹਤ ਦੇਣੀ ਆ ਦਿਓ, ਰਿਸ਼ਵਤਖੋਰੀ ਤੋਂ ਛੁਟਕਾਰਾ ਪਾਓ। ਚੰਨੀ ਸਾਹਿਬ ਨੇ ਜਾਣਾ ਹੀ ਅੱਜ ਖਟਕੜ ਕਲਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਪਿੰਡ, ਬਹੁਤ ਚੰਗੀ ਗੱਲ ਹੈ, ਜਾਣਾ ਚਾਹੀਦਾ। ਪਰ ਉੱਥੇ ਖੜ ਕੇ ਸੋਚਣਾ ਜ਼ਰੂਰ ਚਾਹੀਦਾ ਕਿ ਭਾਈ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਸੋਚਦੇ ਕੀ ਸੀ, ਚਿਤਵਦੇ ਕੀ ਸੀ, ਕਲਪਨਾ ਕੀ ਸੀ, ਕਿੱਦਾਂ ਦਾ ਸਮਾਜ ਤੇ ਕਿੱਦਾਂ ਦਾ ਦੇਸ਼ ਉਹ ਸਾਰਨਾ ਚਾਹੁੰਦੇ ਸੀ। ਇੱਕ ਮੋਟੀ ਜੀ ਗੱਲ ਹੈ, ਚੰਨੀ ਸਾਹਿਬ 4.5 ਸਾਲ ਜਿਹੜੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹੇ, ਪੰਜਾਬ 'ਚ ਇੱਕੋ ਇੱਕ ਅਵਾਰਡ ਹੈ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਂ ਤੇ ਹੈ। ਸ਼ਹੀਦ ਆਜ਼ਮ ਭਗਤ ਸਿੰਘ ਸੂਬਾ ਪੱਧਰੀ ਯੁਵਾ ਅਵਾਰਡ, ਜਾਣੀ ਕਿ ਨੌਜਵਾਨਾਂ ਦਾ ਅਵਾਰਡ, 50,000 ਰੁਪਈਆ ਉਹਦੇ ਵਿੱਚ ਉਸ ਨੌਜਵਾਨ ਨੂੰ ਦਿੱਤਾ ਜਾਂਦਾ ਜਿਹੜਾ ਬਹੁਤ ਵਧੀਆ ਕੰਮ ਕਰਦਾ ਹੈ, ਬਹੁਤ ਕਮਾਲ ਦਾ। ਹੁਣ ਜਦੋਂ ਦੀ ਕੈਪਟਨ ਸਾਹਿਬ ਦੀ ਸਰਕਾਰ ਆਈ ਹੈ, ਇਹਨਾਂ ਸਾਲਾਂ ਦੇ ਵਿੱਚੋਂ ਇੱਕ ਵਾਰੀ ਵੀ ਨਹੀਂ ਦਿੱਤਾ ਗਿਆ। ਉਹਦੇ ਕੁਝ ਨਿਯਮ ਨੇ, ਇਸ਼ਤਿਹਾਰ ਛਾਪਿਆ ਜਾਂਦਾ ਕਿ ਭਾਈ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਨਾਂ ਤੇ ਚਲਾਏ ਜਾ ਰਹੇ ਯੁਵਾ ਅਵਾਰਡ ਦੇ ਵਿੱਚ ਜਿਹੜਾ ਕਿ ਨੌਜਵਾਨਾਂ ਨੂੰ ਉਤਸ਼ਾਹ ਦੇਣ ਦੇ ਲਈ ਹੈ, ਆਹ ਸਾਡੀਆਂ ਸ਼ਰਤਾਂ ਨੇ, ਇਦਾਂ ਦੇ ਕੰਮ ਕੀਤੇ ਹੋਣੇ ਚਾਹੀਦੇ ਆ। 15 ਸਾਲ ਤੋਂ 35 ਸਾਲ ਤੱਕ ਦੀ ਉਮਰ ਦੇ ਬੰਦੇ ਸਾਨੂੰ ਅਰਜ਼ੀ ਦੇ ਵਿੱਚ ਆਪਣੀਆਂ ਪ੍ਰਾਪਤੀਆਂ, ਕਾਰਗੁਜ਼ਾਰੀ, ਉਹਦੇ ਸਬੂਤ ਭੇਜਣ। ਫਿਰ ਉਹਦੇ ਵਿੱਚ ਥੋੜੇ ਦਿਨ ਹੁੰਦੇ ਆ ਕਿ ਅਸੀਂ ਉਹਨਾਂ ਅਰਜ਼ੀਆਂ ਦੇ ਵਿੱਚੋਂ ਚੰਗੇ ਬੰਦੇ ਛਾਂਟ ਕੇ ਉਹਨਾਂ ਨੂੰ ਇਹ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਸਰਕਾਰੀ ਅਵਾਰਡ ਦੇਵਾਂਗੇ, ਜਿਹਦੇ ਵਿੱਚ 50,000 ਰੁਪਈਆ ਨਕਦ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਕਮਾਲ ਦੀ ਗੱਲ ਹੈ ਕਿ ਜਿੱਥੇ ਚੰਨੀ ਸਾਹਿਬ ਜਾ ਰਹੇ ਨੇ, ਹੋ ਸਕਦਾ ਉਹ ਕਹਿਣ ਕਿ ਮੈਂ ਤਾਂ ਮੁੱਖ ਮੰਤਰੀ ਹੁਣ ਬਣਿਆ, ਪਰ ਕੈਬਨਿਟ ਮੰਤਰੀ ਉਹ ਸੀਗੇ। ਪਿਛਲੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ। ਕੈਪਟਨ ਸਾਹਿਬ ਦੀ ਜਦੋਂ ਦੀ ਸਰਕਾਰ ਬਣੀ ਹੈ, ਪਹਿਲੇ 2 ਸਾਲ ਅਰਜ਼ੀਆਂ ਮੰਗੀਆਂ, ਪਿਛਲੇ 2-3 ਸਾਲਾਂ ਤੋਂ ਅਰਜ਼ੀਆਂ ਵੀ ਨਹੀਂ ਮੰਗੀਆਂ, ਇਸ਼ਤਿਹਾਰ ਵੀ ਨਹੀਂ ਦਿੱਤਾ। ਜਿਨ੍ਹਾਂ ਨੇ 5 ਸਾਲ ਪਹਿਲਾਂ ਅਰਜ਼ੀਆਂ ਦਿੱਤੀਆਂ ਸੀ, ਉਹਨਾਂ ਅਰਜ਼ੀਆਂ ਨੂੰ ਪੜ੍ਹ ਕੇ ਮੁੜ ਕੇ ਉਹਨਾਂ ਦੇ ਨਾਮ ਤੱਕ ਅਨਾਉਂਸ ਨਹੀਂ ਕੀਤੇ। ਜੇ ਵੱਧ ਤੋਂ ਵੱਧ ਵੀ ਯੋਗ ਨੌਜਵਾਨ ਪੰਜਾਬ ਚੋਂ ਨਿਕਲੇ ਹੁਣ, 23 ਲੱਖ ਰੁਪਈਆ ਬਣਦਾ ਹੈ, ਸਿਰਫ 23 ਲੱਖ। ਕਿ ਜੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੀ 1 ਸਾਲ ਦੇ ਵਿੱਚ ਨਿਯਮਾਂ ਦੇ ਮੁਤਾਬਕ ਭਗਤ ਸਿੰਘ ਹੋਰਾਂ ਦੇ ਨਾਂ ਦੇ ਉੱਤੇ ਅਵਾਰਡ ਦੇਣਾ ਹੋਵੇ ਤਾਂ 23 ਲੱਖ ਤੋਂ ਵੱਧ ਦਾ ਖਰਚਾ ਨਹੀਂ ਆਉਂਦਾ। ਹੋ ਸਕਦਾ ਹੈ ਕਿ 23 ਲੱਖ ਰੁਪਈਆ ਪੰਜਾਬ ਸਰਕਾਰ ਅੱਜ ਦੀ ਫੇਰੀ ਦੇ ਉੱਤੇ ਖਰਚ ਕਰ ਦੇਵੇ। ਜਾਣੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣਾ, ਤੇ ਦੂਜੇ ਪਾਸੇ ਇੱਕੋ ਹੀ ਅਵਾਰਡ ਤੁਸੀਂ ਸਾਲ 'ਚ ਦੇਣਾ ਹੈ। ਉਹ ਦਿੱਤੇ ਨੂੰ 5 ਸਾਲ ਹੋ ਗਏ, ਥੋੜਾ ਬਹੁਤ ਇਧਰਲੇ ਪਾਸੇ ਧਿਆਨ ਕਰਨਾ ਚਾਹੀਦਾ।
ਪਰ ਇਹ ਵੀ ਤੇ ਹੋ ਸਕਦਾ ਨਾ ਉਹਨੂੰ ਕੋਈ ਨੌਜਵਾਨ ਲੱਭਾ ਹੀ ਨਾ ਹੋਵੇ ਤਾਂ ਹਾਏ 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 ਹਾਏ, ਆ ਕਿਸਾਨਾਂ ਨੂੰ ਨੌਜਵਾਨ ਸਾਰੇ ਪੰਜਾਬ ਚੋਂ ਲੱਭ ਯਾਰ ਪਏ। ਇਹ ਤੇ ਆਮ ਬੰਦੇ ਨੇ ਕੀ ਕਰਦੇ ਉਹ ਗੱਲ। ਨੌਜਵਾਨ ਜਦੋਂ ਯਾਰ ਕੋਈ ਅਵਾਰਡ ਦੇਣਾ ਸਰਕਾਰ ਵਾਲੇ ਪਾਸੋਂ ਦੇਣਾ, ਫਿਰ ਉਹ ਆਪਣੇ ਟੱਬਰਾਂ 'ਚ ਹੁੰਦਾ, ਪਾਰਟੀ 'ਚ ਹੁੰਦਾ। ਮਨਾ ਇਹ ਅਵਾਰਡ ਯੋਗਤਾ ਦੇ ਆਧਾਰ ਤੇ, ਪ੍ਰਾਪਤੀਆਂ ਦੇ ਆਧਾਰ ਤੇ ਮਿਲਦਾ, ਤਰਸ ਦੇ ਆਧਾਰ ਤੇ ਨਹੀਂ ਮਿਲਦਾ। ਕਿਉਂ ਤੁਸੀਂ ਉਹੀ ਕੰਮ ਕਰਦੇ ਹੋ? ਅੱਛਾ ਫੇਰ ਠੀਕ ਹੈ। ਮੈਨੂੰ ਤਾਂ ਸੀ, ਮੈਂ ਕਿਹਾ ਵੀ ਉਹ ਕਿਸੇ ਵੇਲੇ ਹੁੰਦਾ ਨਾ ਵੀ ਨਹੀਂ ਯਾਰ ਉਹ ਫਿਰ ਕਾਕੇ ਦਾ ਪਤਾ ਕਿ ਯਾਰ ਕਾਕਾ ਤੇ ਫਿਰ ਬਾਹਰ ਪੜਨ ਗਿਆ ਨਾ, ਫਿਰ ਨਹੀਂ ਆਉਣਾ ਹੈਗਾ ਇੱਥੇ, ਵੀ ਕੀ ਕਰੀਏ ਹੁਣ। ਤਾਂ ਕਰਕੇ ਹੁੰਦਾ ਨਾ, ਕੇਵਲ ਤੁਸੀਂ ਕਲੀਅਰ ਕਰਤਾ ਵਧੀਆ ਗੱਲ ਵੀ ਇਹ ਯੋਗਤਾ ਦੇ ਹਿਸਾਬ ਨਾਲ ਹੋ ਸਕਦਾ ਵੀ ਯੋਗਤਾ ਦਾ ਕਰਕੇ ਹੀ ਨਹੀਂ ਮਿਲਿਆ। ਜੇ ਮੈਂ ਨਾ ਵੀ ਇਹ ਕਹਿੰਦਾ ਨਾ ਵੀ ਤਰਸ ਦੇ ਆਧਾਰ ਤੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਆਪਾਂ ਦਿਆ ਕਰਾਂਗੇ, ਹੁਣ ਨੂੰ ਮੇਰੇ ਖਿਆਲ ਨਾਲ ਕਈਆਂ ਦੇ ਦੇਣੇ, ਕਈਆਂ ਦੇ ਦੇਣੇ ਸੀ। ਹਾਂ ਪਰ ਚਲੋ ਇਹ ਜੋ ਵੀ ਜਿੱਧਰ ਨੂੰ ਵੀ ਸਿਆਸਤ ਤੁਰ ਪਈ, ਆਪਾਂ ਤੇ ਇਹ ਚਾਹੁੰਦੇ ਆ ਵੀ ਕੁਛ ਨਾ ਕੁਛ ਕਰ ਲੈਣ। ਪਰ ਇੱਕ ਪਾਸੇ ਇਹ ਵੀ ਹੈ ਨਾ ਵੀ ਜਿਹੜਾ ਬੰਦਾ ਸੋਚਦਾ ਵੀ ਯਾਰ ਮੈਂ ਆਪਣੀ ਯੋਗਤਾ ਦੇ ਆਧਾਰ ਦੇ ਉੱਪਰ ਐਗਜ਼ਾਮ ਦੇਣਾ, ਪੇਪਰ ਦੇਣਾ, ਫਿਰ ਮੈਨੂੰ ਨੌਕਰੀ ਮਿਲੇ। ਆ ਪਿਛਲੇ ਦਿਨ ਹੀ ਕਹਿੰਦੇ ਇੰਸਪੈਕਟਰ ਭਰਤੀ ਕਰਨੇ ਆ, ਪੇਪਰ ਹੋਇਆ, ਫਿਰ ਪਤਾ ਲੱਗਿਆ ਵੀ ਪੇਪਰ ਵਾਲਾ ਦੇ ਅੰਦਰ ਬੈਠਾ ਹੀ ਸੀ, ਬਸ ਪੇਪਰ ਤੇ ਕਿਤੇ ਹੋਰ ਥਾਂ ਤੋਂ ਹੀ ਹੋ ਗਿਆ। ਤੇ ਹੁਣ ਰੌਲਾ ਇਸ ਚੀਜ਼ ਦਾ ਪੈ ਗਿਆ ਵੀ ਮਾਰਾ ਰੱਦ ਹੋਣਾ ਚਾਹੀਦਾ। ਸੰਧਾਲੀਆ ਸਾਹਿਬ ਦੇਖੋ, ਇਹ ਆਪਣੇ ਆਪ 'ਚ ਬੜੀ ਅਜੀਬੋ-ਗਰੀਬ ਗੱਲ ਹੈ ਕਿ ਪਹਿਲਾਂ ਤਾਂ ਨੌਕਰੀਆਂ ਕੱਢੀਆਂ ਨਹੀਂ, ਅਸਾਮੀਆਂ, ਨਲੇ ਇਸ਼ਤਿਹਾਰ ਨਹੀਂ ਦਿੱਤਾ ਕਿ ਅਸੀਂ ਬੰਦੇ ਭਰਤੀ ਕਰਨੇ। ਜਦੋਂ ਕੀਤੇ ਅਜੇ ਤੱਕ ਸਰਕਾਰੀ ਤੌਰ ਦੇ ਉੱਤੇ ਕਿਸੇ ਨੇ ਧੂੰਆਂ ਨਹੀਂ ਕੱਢਿਆ ਕਿ ਕੁਝ ਹੋਇਆ, ਪਰ ਪਤਾ ਲੱਗਾ ਕਿ ਪਰਚਾ ਦਰਜ ਹੈ। ਉਹਦੇ ਵਿੱਚ ਇਹ ਸੀ ਕਿ ਕੰਪਿਊਟਰ ਦੇ ਉੱਤੇ ਪੇਪਰ ਹੋਣਾ, ਇੱਕ ਕੰਪਨੀ ਨੂੰ ਠੇਕਾ ਦੇ ਦਿੱਤਾ ਕਿ ਭਾਈ ਤੁਸੀਂ ਇਹ ਪੇਪਰ ਤਿਆਰ ਕਰਨਾ, ਤੁਸੀਂ ਸਾਰਾ ਪ੍ਰਬੰਧ ਕਰਨਾ, ਕਿਹੜੇ ਕੰਪਿਊਟਰ ਹੋਣਗੇ। ਉਹਦੇ ਵਿੱਚੋਂ ਕੁਝ ਇੱਕ ਕਰਮਚਾਰੀਆਂ ਦੇ ਬਾਰੇ ਪਤਾ ਲੱਗਾ ਕਿ ਉਹਨਾਂ ਨੇ ਸੌਦਾ ਮਾਰਿਆ 30 ਲੱਖ ਰੁਪਏ 'ਚ, ਕਿ 30 ਲੱਖ ਰੁਪਈਆ ਦਿਓ, ਕਰਨਾ ਤੁਸੀਂ ਕੁਛ ਨਹੀਂ, ਅਸੀਂ ਸੌਫਟਵੇਅਰ ਉਹਦੇ 'ਚ ਇੰਸਟਾਲ ਕਰ ਦਿੱਤਾ, ਤੁਸੀਂ ਬਸ ਕੰਪਿਊਟਰ ਮੂਹਰੇ ਬਹਿ ਕੇ ਐਂ ਕਰੀ ਜਾਣਾ, ਅਸੀਂ ਬਾਹਰ ਬੈਠੇ ਹੀ ਤੁਹਾਡਾ ਕੰਪਿਊਟਰ ਜਿਹੜਾ ਆਪ ਆਪਰੇਟ ਕਰਾਂਗੇ, ਇੱਥੋਂ ਤੇ ਪੇਪਰ ਤੁਹਾਡਾ ਹੋ ਜੂ। ਕਹਿੰਦੇ ਪੇਪਰ ਹੋ ਗਿਆ, ਰੌਲਾ ਬਾਅਦ 'ਚ ਪਿਆ। ਹੁਣ ਜਦੋਂ ਰੌਲਾ ਪੈ ਗਿਆ ਕਿ ਭਾਈ ਪੇਪਰ ਤਾਂ ਬਾਹਰੋਂ ਕੋਈ ਹੋਰ ਹੀ ਹੱਲ ਕਰਦਾ ਰਿਹਾ, ਬੰਦੇ ਤਾਂ ਉਹ ਭਰਤੀ ਹੋ ਜਾਣੇ। ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਇਹ ਪੇਪਰ ਦਿੱਤੇ ਸੀ, ਅੱਖਾਂ 'ਚ ਅਥਰੂ, ਨਿਰਾਸ਼ਾ ਹੁੰਦੀ ਹੈ ਨਾ, ਕਿਉਂਕਿ ਓਵਰੇਜ ਹੋਣ ਵਾਲੇ ਬਹੁਤ ਸਾਰੇ ਬੱਚੇ, ਉਹ ਕਹਿੰਦੇ ਜੀ ਪੇਪਰ ਰੱਦ ਕਰਕੇ ਦੁਬਾਰਾ ਲਾਓ, ਕਿਉਂਕਿ ਇਹਦੇ ਵਿੱਚ ਗਲਤ ਤਰੀਕੇ ਦੇ ਨਾਲ ਪੇਪਰ ਲਿਆ ਗਿਆ। ਮਸਲਾ ਇੱਥੇ ਖਤਮ ਨਹੀਂ ਹੋਇਆ, ਜਿੱਧਰਲੇ ਪਾਸੇ ਮਰਜ਼ੀ ਤੁਰ ਪਓ। ਨਹੀਂ ਪਰ ਇੱਕ ਗੱਲ ਹੈ ਵਾਟ ਸਾਹਿਬ, ਵੇਖੋ ਹੁਣ ਆ ਜਿਹੜਾ 50,000 ਤੁਸੀਂ ਦਵਾਉਂਦੇ ਆ, ਇਹ ਤੇ ਬਣਦਾ ਕਿ ਨਹੀਂ ਉਹਨਾਂ ਦੀ ਘੱਟ ਯੋਗਤਾ ਜਿਨ੍ਹਾਂ ਨੇ ਬਾਹਰ ਬੈਠਿਆਂ ਨੇ ਪੇਪਰ ਹੱਲ ਕਰਤਾ। ਮੈਂ ਕਹਿੰਦਾ ਉਹਨਾਂ ਨੇ ਵੀ ਗਲਤੀ ਕੀਤੀ, 30 ਲੱਖ ਲਿਆ, 60 ਇਨਾਮ ਦੇ ਹੋ ਜਾਣੇ ਸੀ। ਕਮਾਲ ਦੀ ਗੱਲ ਹੈ ਕਿ ਨਹੀਂ, ਹੈ ਨਾ। ਹੁਣ ਮਤਲਬ ਇਹ ਬੜੀ ਚਰਚਾ ਹੈ ਇਸ ਵਕਤ ਕਿ ਇਹਦੇ ਪੰਜਾਬ ਦੇ ਵਿੱਚ ਇੱਕ ਬੜੀ ਹਾਈਟੈਕ ਨਕਲ ਵੱਜੀ, ਜਿਹਦਾ ਕਿ ਅਜੇ ਤੱਕ ਕਿਸੇ ਨੂੰ ਚੇਤਾ ਹੀ ਨਹੀਂ ਸੀ ਵੀ ਇਦਾਂ ਵੀ ਹੋ ਸਕਦਾ ਹੈ। ਕਰੋੜਾਂ ਰੁਪਈਆ ਦਾ ਲੈਣ ਦੇਣ ਹੋਇਆ, ਹੁਣ ਹੋਇਆ ਨਹੀਂ ਹੋਇਆ। ਥੱਲੇ ਹੀ ਹੋ ਤੁਸੀਂ। ਅੱਛਾ, ਪੰਜਾਬ ਦੇ ਨਾਲ ਹੀ ਪਰਲੇ ਪਾਸੇ ਨੂੰ ਚਲੇ ਜਾਓ, ਗੰਗਾਨਗਰ ਵਾਲੇ ਪਾਸੇ ਤਾਂ ਰਾਜਸਥਾਨ ਲੱਗਦਾ ਹੈ, ਉੱਥੇ ਰੀਟ ਦਾ ਪੇਪਰ ਹੁੰਦਾ, ਇੱਕ REET, ਟੀਚਰ ਐਲੀਜੀਬਿਲਿਟੀ ਟੈਸਟ ਹੈ ਜੀ। ਉਹ ਵੀ ਅੱਜ ਕੱਲ੍ਹ ਇੱਕ ਰੀਤ ਹੀ ਰਹਿ ਗਈ ਹੈ, ਉਹ ਚੰਗਾ ਮਿਲਦਾ ਤਾਂ ਕੁਝ ਨਹੀਂ ਉਹਦੇ ਵਿੱਚੋਂ। ਨਹੀਂ ਤੁਸੀਂ ਦੇਖੋ ਸੀ ਹੋਇਆ ਕੀ, ਪੇਪਰ ਹੁੰਦਾ ਸੀ ਤੇ ਵਿੱਚੋਂ ਰੌਲਾ ਪੈ ਗਿਆ ਤੇ 3 ਬੰਦੇ ਫੜ ਹੋਏ ਆ। ਕਾਹਦੇ ਲਈ? ਉਹਨਾਂ ਨੇ ਸੌਦਾ ਮਾਰਿਆ। ਸੌਦਾ ਉਹਨਾਂ ਨੇ ਵੀ ਮਾਰਿਆ ਕਿ ਤੁਹਾਡਾ ਪੇਪਰ ਕਰਾਵਾਂਗੇ ਕਿੱਦਾਂ। ਵਿਸ਼ੇਸ਼ ਕਿਸਮ ਦੀਆਂ ਚੱਪਲਾਂ ਦਿੱਤੀਆਂ 6-6 ਲੱਖ ਦੀਆਂ, ਜਿਨ੍ਹਾਂ ਕੁਝ ਇੱਕ ਬੱਚਿਆਂ ਨਾਲ ਸੌਦਾ ਮਾਰਿਆ ਕਿ ਅਸੀਂ ਤੁਹਾਡਾ ਪੇਪਰ ਕਰਾਵਾਂਗੇ ਕਿਵੇਂ। ਉਹਨਾਂ ਵਿੱਚ ਬਲੂਟੁੱਥ ਲੱਗਾ ਸੀ ਚੱਪਲਾਂ 'ਚ, ਉਹ ਵਿਦਿਆਰਥੀਆਂ ਨੇ ਉਹ ਚੱਪਲਾਂ ਪਾਈਆਂ ਤੇ ਸਕਿਨ ਕਲਰ ਦਾ ਬਹੁਤ ਛੋਟਾ ਜਿਹਾ ਈਅਰਫੋਨ, ਕੰਨ ਨੂੰ ਸੁਣਨ ਵਾਲਾ ਯੰਤਰ ਜਿਹੜਾ ਸਕਿਨ ਕਲਰ ਦਾ, ਇੰਨਾ ਛੋਟਾ ਕਿ ਬੱਚੇ ਇਦਾਂ ਬੈਠੇ ਆ ਤੇ ਕਿਸੇ ਨੂੰ ਨਹੀਂ ਸੀ ਪਤਾ ਲੱਗਦਾ ਕਿ ਉਹਨਾਂ ਦੇ ਕੰਨ ਦੇ ਵਿੱਚ ਕੁਝ ਪਾਇਆ, ਕਿਉਂਕਿ ਸਕਿਨ ਕਲਰ ਦਾ ਸੀ। ਚੱਪਲਾਂ ਨੂੰ ਉਹ ਪਾਈਆਂ ਜਿਹਨਾਂ ਦੇ ਵਿੱਚ ਬਲੂਟੁੱਥ ਆ, ਬਲੂਟੁੱਥ ਦੇ ਨਾਲ ਉਹ ਕਨੈਕਟ ਆ, ਤਾਂ ਫਿਰ ਆਹੋ ਉਹ ਸਾਰਾ ਹੀ ਪੇਪਰ ਉਹ ਕਹਿੰਦੇ ਕਿ ਕੰਨ ਦੇ ਵਿੱਚ ਬੋਲ ਕੇ ਅਗਲੇ ਦੱਸੀ ਜਾਂਦੇ ਸੀ, ਤੇ ਉਹ ਇਧਰਲੇ ਪਾਸੇ ਬੱਚੇ ਜਿਹੜੇ ਉਹ ਲਿਖੀ ਜਾਂਦੇ ਸੀ, ਉਹਦਾ ਵੀ ਰੌਲਾ ਪੈ ਗਿਆ। ਬੰਦੇ ਉਧਰ ਵੀ 2-3 ਫੜ ਹੋ ਗਏ। ਹੁਣ ਪੰਜਾਬ ਦੇ ਵਿੱਚ ਅਗਲੇ ਕੰਪਿਊਟਰ ਹੀ ਬਾਹਰੋਂ ਆਪਰੇਟ ਕਰੀ ਜਾਂਦੇ ਆ। ਰਾਜਸਥਾਨ ਦੇ ਵਿੱਚ ਵਿਸ਼ੇਸ਼ ਕਿਸਮ ਦੀਆਂ ਚੱਪਲਾਂ ਬਣਾਤੀਆਂ, ਅਵਾਰਡ ਉਹਨਾਂ ਲਈ ਵੀ ਸ਼ੁਰੂ ਕਰ ਰਹੀ ਹੈ। ਨਹੀਂ ਦੇਖੋ ਤੁਸੀਂ ਹੁਣੇ ਕਹਿੰਦਾ ਯੋਗਤਾ ਨਹੀਂ, ਯੋਗਤਾ ਦੇ ਕੰਧਾਂ ਨਾਲ ਵੱਜਦੀ ਫਿਰਦੀ, ਕੋਈ ਦੇਵੇ ਤੇ ਸਹੀ। ਯੋਗਤਾ ਚੱਪਲਾਂ 'ਚ ਵੱਜਦੀ ਫਿਰਦੀ, ਕੋਈ ਅਵਾਰਡ ਤੇ ਦੇਵੇ, ਹੈ ਨਾ। ਪਰ ਚਲੋ ਇੱਕ ਗੱਲ ਤੇ ਹੈਗੀ ਆ ਵੀ ਆਪਾਂ ਇੱਥੋਂ ਇਹ ਅੰਦਾਜ਼ਾ ਲਾਈਏ ਕਿ ਜੇ 30 ਲੱਖ ਮੰਨ ਲਓ ਇੰਸਪੈਕਟਰ ਭਰਤੀ ਹੋਣ ਲਈ, ਟੈਸਟ ਪਾਸ ਕਰਨ ਲਈ ਰਿਸ਼ਵਤ ਜਿੰਨੇ ਵੀ ਦਿੱਤੀ ਜਾਂ ਦੇਣੀ ਪਈ, ਜਾਂ ਜਿੰਨੇ ਆਪਣਾ ਕੋਈ ਟੈਸਟ ਦੇਣਾ ਜਾਂ ਜੀ ਇਹ ਟੈਸਟ ਮੈਂ ਪਾਸ ਕਰਕੇ ਕਿਤੇ ਮੈਨੂੰ ਐਡਮਿਸ਼ਨ ਮਿਲ ਜੂਗੀ, ਆ ਨਿਆਣੇ ਦਾ ਫਿਊਚਰ ਬਣ ਜੂਗਾ, 6-6 ਲੱਖ ਉੱਤੇ ਖਰਚਦਾ। ਇਹਦਾ ਮਤਲਬ ਇਹ ਹੋ ਗਿਆ ਵੀ ਆਪਾਂ ਨੂੰ ਇਹ ਜਾਪਦਾ ਵੀ ਯਾਰ ਕਿਸੇ ਨਾ ਕਿਸੇ ਤਰ੍ਹਾਂ ਇਸ ਭੀੜ ਚੋਂ ਕੱਢ ਕੇ ਕੋਈ ਮੈਨੂੰ ਅੱਗੇ ਰੱਖ ਦੇਵੇ, ਉਦੋਂ ਅੱਗੇ ਮੈਂ ਰੇਸ ਜਿੱਤ ਲੈਣੀ ਹੈ। ਪਰ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਯਾਰ 30 ਲੱਖ ਤੇ ਥੋੜਾ ਹੁੰਦਾ, 30 ਲੱਖ ਨਾਲ ਕੋਈ ਕੰਮ ਕਾਰੋਬਾਰ ਠੀਕ ਨਹੀਂ ਹੁੰਦਾ, ਐਸਾ ਸ਼ੁਰੂ ਨਹੀਂ ਹੁੰਦਾ ਵੀ ਜਿਹਦੇ ਨਾਲ ਤੁਸੀਂ ਰੋਟੀ ਖਾ ਸਕੋ ਸਾਰੀ ਉਮਰ। ਇੰਸਪੈਕਟਰ ਬਣਨਾ ਜ਼ਰੂਰੀ, ਜਾਂ ਇੰਸਪੈਕਟਰ ਬਣ ਕੇ ਕੋਈ ਐਸੀ ਕਮਾਈ ਜਾਪਦੀ ਜਿੱਥੋਂ ਜਾਪਦਾ ਵੀ 30 ਲੱਖ ਤੇ ਕੁਛ ਵੀ ਨਹੀਂ ਵੀਰ ਜੀ, ਬਾਅਦ ਫਿਰ ਤੁਸੀਂ ਦੇਖੋਗੇ ਕੀ ਬਣਦਾ। ਨਹੀਂ ਸੰਧਾਲੀਆ ਸਾਹਿਬ, ਗੱਲ ਤਾਂ ਤੁਹਾਡੀ ਠੀਕ ਆ, ਪਰ ਤੁਸੀਂ ਉਹ ਗੱਲ ਕਰਦੇ ਜਿਹੜਾ ਤੁਹਾਡੇ ਵਰਗੇ ਲੀਡਰ ਬੰਦੇ ਨੂੰ ਕਰਨੀ ਨਹੀਂ ਚਾਹੀਦੀ। ਕਿਉਂ ਜੀ? ਤੁਸੀਂ ਆ ਦੇਖੋ ਹੁਣ ਪੰਜਾਬ ਦੇ ਵਿੱਚ ਮਹਿਕਮੇ ਵੰਡਣੇ ਆ, ਜਾਂ ਪਹਿਲਾਂ ਵੀ ਮਹਿਕਮੇ ਵੰਡਣੇ ਸੀ, ਉੱਥੇ ਤੁਸੀਂ ਕਿਸੇ ਬੰਦੇ ਨੂੰ ਕਹਿ ਕੇ ਦੇਖੋ ਭਾਈ ਖੇਡਾਂ ਵਾਲਾ ਡਿਪਾਰਟਮੈਂਟ ਲੈ ਲਾ, ਹੋ ਸਕਦਾ ਪ੍ਰਗਟ ਸਿੰਘ ਹੋਰੀ ਬਾਰ-ਬਾਰ ਕਹਿੰਦੇ ਯਾਰ ਮੈਨੂੰ ਦੇ ਦਿਓ, ਕੋਈ ਗੱਲ ਨਹੀਂ ਮੈਂ ਚਲਾਊਂਗਾ। ਹਾਂ, ਕਿਸੇ ਨੂੰ ਕਹਿ ਕੇ ਦੇਖ ਲਓ ਸਥਾਨਕ ਸਰਕਾਰਾਂ ਬਾਰੇ ਵਿਭਾਗ ਲੈਣਾ, ਮਾਲ ਮਹਿਕਮਾ ਲੈਣਾ ਹੀ, ਬਿਜਲੀ ਮੰਤਰੀ ਕਿਹਨੂੰ ਬਣਾਇਓਗੇ, ਮੈਂ ਨਹੀਂ ਬਣਨਾ ਯਾਰ, ਰਹਿਣ ਦਿਓ।
ਯਾਨੀ ਜਿੱਥੇ ਕੰਮ ਕਰਨਾ ਪੈਣਾ ਉਧਰਲੇ ਪਾਸੇ ਨੂੰ ਕੋਈ ਨਹੀਂ ਜਾਂਦਾ। ਹਾਂ, ਜਿੱਥੇ ਮਾਲ ਤੇ ਮਲਾਈ ਦੋਨੇ ਹੀ ਬਹੁਤ ਨੇ ਉੱਥੇ ਸਾਰੇ ਹੀ ਜਾਣਾ ਚਾਹੁੰਦੇ ਆ। ਇਸੇ ਤਰੀਕੇ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਓ, ਹੁਣ ਅਧਿਆਪਕ ਆ, ਬੜੀ ਹੱਦ ਕੀ ਕਰ ਲੂ, ਤਨਖਾਹ ਮਿਲਦੀ ਹੈ, ਟਿਊਸ਼ਨਾਂ ਪੜ੍ਹਾ ਲੂ, ਤੇ ਦੂਜੇ ਪਾਸੇ ਪਟਵਾਰੀ ਲੱਗੇ ਆ। ਯਾਨੀ ਸਾਰੇ ਆਪਾਂ ਮਾੜਾ ਨਹੀਂ ਕਿਸੇ ਨੂੰ ਕਹਿੰਦੇ, ਅਸੀਂ ਕਿਉਂ ਕਹਿਣਾ, ਅਸੀਂ ਕਾਹਨੂੰ ਕਹਿਣਾ ਹੀ, ਸਾਨੂੰ ਕੀ ਲੋੜ ਪਈ। ਫਿਰ ਰੌਲਾ ਦੇ ਆ ਕਿ ਜੇ ਤਾਂ ਉੱਪਰਲੀ ਤਨਖਾਹ ਦੇ ਨਾਲ ਸਰਦਾ ਹੋਵੇ, ਫਿਰ ਅਗਲੇ ਕਹਿੰਦੇ ਅਸੀਂ ਥੱਲੇ ਜਿਹੜਾ ਖੁੱਗ ਕੇ ਕੁਝ ਨਹੀਂ ਲਿਆਉਂਦੇ। ਪਰ ਆਪਾਂ ਸਾਰਿਆਂ ਨੂੰ ਪਤਾ ਕਿ ਹਾਲਾਤ ਇਹ ਹੋ ਗਏ ਆ, ਤੇ ਹਾਲਾਤ ਥੱਲੇ ਨਹੀਂ ਹੋਏ, ਹਾਲਾਤ ਉੱਪਰੋਂ ਵਿਗੜੇ ਆ। ਤੇ ਚਲੋ ਜਿੱਧਰੋਂ ਵੀ ਵਿਗੜਿਆ, ਹੁਣ ਆਪਾਂ ਕੇਜਰੀਵਾਲ ਸਾਹਿਬ ਦੀ ਗੱਲ ਕਰ ਲਈਏ। ਆਜੋ। ਕਹਿੰਦੇ ਦੇਖੋ ਮੇਰੀ ਦਿੱਲੀ ਐਪ ਉਹਨਾਂ ਨੇ ਇੱਕ ਲਾਂਚ ਕਰ ਦਿੱਤੀ ਹੈ, ਬੇਸਿਕਲੀ ਟੂਰਿਜ਼ਮ ਨੂੰ ਬੜਾਵਾ ਦੇਣ ਦੇ ਲਈ। ਹੁਣ ਵੈਸੇ ਮੈਂ ਸੋਚਦਾ ਸੀ ਵੀ ਕਭੀ ਤੋਂ ਗੁਜਰਾਤ ਆਈਏ, ਜਦੋਂ ਮੋਦੀ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਉਦੋਂ ਅਮਿਤਾਭ ਬੱਚਨ ਹੋਰੀ ਕਹਿੰਦੇ ਹੁੰਦੇ ਕੁਛ ਰਾਤੀ यहाँ पर गुजारी है ना, कच्छ का मैदान है, यहाँ पर ये है वो है ना। ਹੁਣ ਮੈਨੂੰ ਲੱਗਦਾ ਵੀ ਹੌਲੀ ਹੌਲੀ ਕੇਜਰੀਵਾਲ ਸਾਹਿਬ ਨੂੰ ਲੱਗਣ ਲੱਗਿਆ ਵੀ ਯਾਰ ਮੈਂ ਵੀ ਕਿਸੇ ਨਾ ਕਿਸੇ ਤਰ੍ਹਾਂ ਉੱਦਾਂ ਥੋੜੀ ਮਸ਼ਹੂਰੀ ਜੀ ਕਰੀਏ। ਹੁਣ ਕਹਿੰਦੇ ਐਪ ਤੋਂ ਪਤਾ ਲੱਗਣਾ ਵੀ ਭਾਈ ਸਾਹਿਬ ਆਹ ਥਾਵਾਂ ਦਿੱਲੀ 'ਚ ਦੇਖਣ ਵਾਲੀਆਂ ਨੇ, ਤੁਸੀਂ ਉੱਥੇ ਜਾਓ ਤੇ ਦਿੱਲੀ ਨੂੰ ਦੇਖ ਕੇ ਆਓ। ਹੁਣ ਮੈਨੂੰ ਸਮਝ ਨਹੀਂ ਆਈ ਵੀ ਮਤਲਬ ਇਹ ਉਸ ਐਪ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਵੀ ਸਿਲੰਡਰ ਆਕਸੀਜਨ ਵਾਲਾ ਲੈ ਕੇ ਆਉਣਾ ਵੀਰ ਨਾਲ, ਪਤਾ ਲੱਗੇ ਵੀ ਦਵੇਂ ਦਾ ਮਰੀਜ਼ ਹੋਵੇ ਤੇ ਬਾਅਦ 'ਚ ਬੰਦਾ ਵੇਂਦਾ ਮੁੜ ਕੇ ਆਖਣ ਵੀ ਆਖਰੀ ਵਾਰ ਦਿੱਲੀ 'ਚ ਦੇਖੇ ਗਏ ਸੀ, ਗਏ ਤਾਂ ਦਿੱਲੀ ਦੇਖਣ ਸੀ, ਗਏ ਹੀ ਸੀ ਬਸ। ਫਿਰ ਆਉਂਦੇ ਹੋਏ ਤਾਂ ਫਿਰ ਅਸੀਂ ਦੇਖ ਕੇ ਲਿਆਂਦੇ। ਅੱਛਾ ਸੰਧਾਲੀਆ ਸਾਹਿਬ, ਚਲੋ ਇਹ ਪ੍ਰਦੂਸ਼ਣ ਦਾ ਮਸਲਾ ਤਾਂ ਹੈਗਾ। ਨਹੀਂ, ਮੈਂ ਤਾਂ ਇਹ ਕਿਹਾ ਵੀ ਇਹ ਜਦੋਂ ਐਪ ਲਾਂਚ ਹੋਈ ਆ ਉਧਰੋਂ ਪੰਜਾਬ ਦੇ ਵਿੱਚ ਝੋਨਾ ਵੱਢਿਆ ਜਾਣ ਲੱਗ ਪੈਣਾ, ਅਕਤੂਬਰ 'ਚ ਰੌਲਾ ਫੇਰ ਪੈ ਜਾਣਾ ਪਰਾਲੀ ਵਾਲਾ। ਨਹੀਂ, ਉਹਨਾਂ ਕੈਪਸੂਲ ਹੈਗਾ। ਅੱਛਾ, ਹਾਂ, ਉਹ ਤਾਂ ਥੋੜੀ ਸਰਕਾਰ, ਉਹ ਤਾਂ ਥੋੜੀ ਸਰਕਾਰ ਦੀ ਨਾਕਾਮੀ ਹੈ ਨਾ ਕਿ ਕੈਪਸੂਲ ਉਹ ਵਰਤਦੇ ਜਿਹੜੇ ਕੇਜਰੀਵਾਲ ਸਾਹਿਬ ਵਰਤਦੇ ਆ। ਪਰ ਅੱਛਾ, ਇੱਕ ਗੱਲ ਪੱਕੀ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਦੇ ਲਈ ਉਹ ਕੀ ਫੈਸਲਾ ਲੈਂਦੇ ਆ ਉਹ ਇੱਕ ਵੱਖਰਾ ਵਿਸ਼ਾ। ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਉਂਦੇ ਆ ਕਿ ਕਿਸੇ ਹੋਰ ਨੂੰ, ਉਹ ਵੀ ਵੱਖਰਾ ਵਿਸ਼ਾ। ਉਹਨਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਜਦੋਂ ਆਮ ਆਦਮੀ ਪਾਰਟੀ ਹਾਰੀ ਆ ਪਰ ਵਿਰੋਧੀ ਧਿਰ ਦੀ ਅਹਿਮ ਮੈਂਬਰ ਬਣ ਗਈ ਹੈ, ਉਹਦੇ ਤੋਂ ਬਾਅਦ ਮੁਲਾਂਕਣ ਨਹੀਂ ਕੀਤਾ ਕਿ ਅਸੀਂ 100 ਤੋਂ ਘੱਟ ਕੇ 20 ਤੇ ਕਿਉਂ, ਇਹ ਕੋਈ ਵੱਖਰਾ ਵਿਸ਼ਾ। ਉਹਨਾਂ ਨੇ ਮਾਫੀ ਵਾਲੀ ਚਿੱਠੀ ਕਿਉਂ ਲਿਖ ਦਿੱਤੀ, ਇੱਕ ਵੱਖਰਾ ਵਿਸ਼ਾ। ਪਰ ਇੱਕ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਸੰਧਾਲੀਆ ਸਾਹਿਬ ਜਿਹੜੇ ਪ੍ਰਯੋਗ ਉਹਨਾਂ ਨੇ ਕੀਤੇ ਆ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਸਾਨੂੰ ਦੇਖਣੇ ਪੈਣਗੇ। ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਕਿਹੜਾ, ਬਿਜਲੀ ਦਾ, ਕਿ ਜੀ ਬਿਜਲੀ ਕੰਪਨੀਆਂ ਦੇ ਨਾਲ ਸਮਝੌਤੇ। ਅਗਲਾ ਬੰਦਾ ਇੱਥੇ ਕਹਿ ਕੇ ਜਾਂਦਾ ਨਾ ਮੈਂ ਤਾਂ ਹੱਲ ਕਰਾਤਾ। ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਸਮੱਸਿਆ ਜਿਹਦੇ ਬਾਰੇ ਚੰਨੀ ਸਾਹਿਬ ਨੇ ਕਿਹਾ ਸੀ ਕਿ ਪਾਣੀ ਦੀ ਸਪਲਾਈ ਵਾਲੇ ਮੋਟਰਾਂ ਦੇ ਬਿੱਲ ਨਹੀਂ ਲੈਣੇ, ਕਨੈਕਸ਼ਨ ਨਹੀਂ ਕਿਸੇ ਦਾ ਕੱਟਣਾ। ਅਗਲੇ ਕਹਿੰਦੇ ਕਿ ਅਸੀਂ ਸਪਲਾਈ 20,000 ਲੀਟਰ ਤੱਕ ਦਾ ਕੋਈ ਚਰਚਾ ਚੱਲਿਆ ਸੀ ਕਿ ਅਸੀਂ ਕੀਤੀ। ਉਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਆ ਕਰੋਨਾ ਕਾਲ ਦੇ ਦੌਰਾਨ ਸਰਕਾਰੀ ਹਸਪਤਾਲਾਂ ਦੀ ਸਥਿਤੀ ਕੀ ਹੈ ਉਹਦੀ ਚਰਚਾ ਚੱਲੀ। ਅਗਲੇ ਕਹਿੰਦੇ ਜੀ ਅਸੀਂ ਮੁਹੱਲਾ ਕਲੀਨਿਕ ਖੋਲ੍ਹੇ। ਮੈਂ ਠੀਕ ਕੰਮਾਂ ਦੀ ਗੱਲ ਕਰਦਾ, ਗਲਤ ਵੀ ਹੋਏ ਹੋਣਗੇ। ਹੁਣ ਜੇ ਦਿੱਲੀ ਵਰਗਾ ਵੱਡਾ ਸ਼ਹਿਰ ਉਹ ਜੇ ਇੱਕ ਐਪ ਲਾਂਚ ਕਰਦੇ ਆ ਕਿ ਭਾਈ ਤੁਸੀਂ ਜਿੱਥੇ ਆਓਗੇ ਤੁਹਾਨੂੰ 5, 7, 10 ਕਿਲੋਮੀਟਰ ਦੇ ਘੇਰੇ 'ਚ ਜਿਹੜੀਆਂ ਇਤਿਹਾਸਕ ਥਾਵਾਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਮਿਲ ਜੂ ਕਿ ਸੜਕ ਕਿੱਧਰ ਦੀ ਜਾਂਦੀ ਹੈ, ਉਹ ਕਿੰਨੇ ਤੋਂ ਕਿੰਨੇ ਖੁੱਲੀਆਂ ਹੁੰਦੀਆਂ, ਕੀ ਉੱਥੇ ਟਿਕਟ ਲੱਗਦੀ ਹੈ ਕਿ ਨਹੀਂ ਲੱਗਦੀ, ਤੁਹਾਨੂੰ ਨੇੜੇ ਬੱਸ ਕਿਹੜੀ ਮਿਲ ਜੂ, ਜੇ ਆਟੋ ਲਾਓਗੇ ਤਾਂ ਕਿੰਨੇ ਪੈਸੇ ਲੱਗਣਗੇ, ਜਾਮ ਲੱਗਾ ਕਿ ਨਹੀਂ ਲੱਗਾ, ਕਹਿੰਦੇ ਸਭ ਕੁਝ ਪਤਾ ਲੱਗੂ। ਨਾਲ ਦੀ ਨਾਲ ਉਹਨਾਂ ਨੇ ਇੱਕ ਦਾਅਵਾ ਕੀਤਾ, ਉਹ ਕਹਿੰਦੇ ਕਿ ਦਿੱਲੀ 'ਚ ਰਹਿੰਦੇ ਲੋਕ ਵੀ ਹੈਰਾਨ ਹੋ ਜਾਣਗੇ ਕਿ ਭਾਈ ਤੁਹਾਡੀ ਦਿੱਲੀ 'ਚ ਇੰਨੀਆਂ ਥਾਵਾਂ ਨੇ ਦੇਖਣ ਵਾਲੀਆਂ, ਤੁਸੀਂ ਵੀ ਨਹੀਂ ਦੇਖੀਆਂ ਹੋਣਗੀਆਂ। ਜੇ ਦਿੱਲੀ ਵਰਗੇ ਭੀੜ ਭੜੱਕੇ ਵਾਲੇ ਸ਼ਹਿਰ ਦੇ ਵਿੱਚ ਉਹਨਾਂ ਨੇ ਇਦਾਂ ਦਾ ਯਤਨ ਕੀਤਾ ਤੇ ਯਤਨ ਚੰਗਾ। ਹਾਂ, ਜਿਹੜੀ ਪ੍ਰਦੂਸ਼ਣ ਵਾਲੀ ਗੱਲ ਹੈ, ਟ੍ਰੈਫਿਕ ਵਾਲੀ ਗੱਲ ਹੈ, ਸੁਰੱਖਿਆ ਵਾਲੀ ਗੱਲ ਹੈ, ਉਹ ਤਿੰਨੋਂ ਮਸਲੇ ਬਰਾਬਰ ਵਿਚਾਰੇ ਜਾਣੇ ਚਾਹੀਦੇ ਆ। ਪਰ ਚੰਗਾ ਪ੍ਰਯੋਗ ਉਹਨਾਂ ਨੇ ਸ਼ੁਰੂ ਕੀਤਾ, ਸ਼ਾਇਦ ਸਾਡੇ ਵਾਲੇ ਵੀ ਕਰਨ। ਨਹੀਂ, ਆਪਣੇ ਵਾਲੇ ਤੇ ਆਲਰੇਡੀ ਕੀਤਾ। ਆਪਣੇ ਵਾਲੇ ਤੇ ਇੱਕ ਫਿਲਮ ਸਿਟੀ ਬਣ ਗਈ ਆ ਆਪਰੇ ਪਠਾਨਕੋਟ ਵਾਲੀ ਸਾਈਡ ਨੂੰ ਕਰਕੇ, ਮੋਟਰ ਟੈਕਸੀ ਬਣ ਗਈ ਆ। ਹਾਂ, ਉਹ ਬੱਸਾਂ ਤਾਂ ਹੁੰਦੀਆਂ ਹੀ ਚੱਲਦੀਆਂ ਨੇ ਪਾਣੀ ਦੇ ਵਿੱਚ। ਕੀ ਹੋਇਆ, ਹੱਸਣ ਕਿਉਂ ਲੱਗ ਪਏ? ਨਹੀਂ, ਮੈਨੂੰ ਤਾਂ ਸੀਗਾ ਵੀ ਝੂਟੇ ਲੈਣੇ ਆ। ਹਾਂ, ਉਹੀ ਮੈਂ ਕਹਿ ਰਿਹਾ। ਮਤਲਬ ਹੁਣ ਦੇਖੋ ਕਦੀ ਸ਼ੂੰ ਕਰਕੇ ਬੱਸ ਇੱਧਰ ਨੂੰ ਜਾਂਦੀ ਹੈ, ਕਦੀ ਸ਼ੂੰ ਕਰਕੇ ਉੱਧਰ ਨੂੰ ਜਾਂਦੀ ਹੈ। ਉਦੋਂ ਬਾਅਦ ਜਿੱਧਰ ਨੂੰ ਵੀ ਤੁਸੀਂ ਚਲੇ ਜਾਓ ਵੱਡੇ ਸਾਰੇ ਬੋਰਡ ਲੱਗੇ ਵੀ ਇਤਿਹਾਸਕ ਸਥਾਨ ਇੱਧਰ ਇਹ ਦੇਖਣ ਵਾਲਾ, ਇਤਿਹਾਸਕ ਸਥਾਨ ਇੱਧਰ ਉਹ ਦੇਖਣ ਵਾਲਾ। ਜਦੋਂ ਬੰਦਾ ਉਹ ਗੱਲ ਵੱਖਰੀ ਵੀ ਇਤਿਹਾਸਕ ਸਥਾਨ ਵਾਲੇ ਪਾਸੇ ਨੂੰ ਜਾਂਦਾ, ਫਿਰ ਉਹ ਕਹਿੰਦੇ ਵੀ ਕਿੱਥੇ ਇਤਿਹਾਸਕ ਸਥਾਨ, ਉਹ ਤੇ ਹੁੰਦਾ ਸੀ ਮਹਾਰਾਜ, ਇਹ ਹੁਣ ਤੇ ਬੋਰਡ ਹੀ ਰਹਿ ਗਏ। ਕਹਿੰਦੇ ਬਾਕੀ ਉਹ ਫਿਰ ਇੱਟਾਂ ਉੱਟਾਂ ਲੈ ਗਏ ਲੋਕੀ, ਹੁਣ ਤੇ ਹੈ ਨਹੀਂ ਉੱਥੇ ਕੁਝ। ਮਤਲਬ ਕਾਰਨ ਇਹ ਆ ਵੀ ਆਪਣੇ ਲਈ ਤੇ ਕਰਦੇ ਹੀ ਹੈ ਕੰਮ। ਉਹ ਗੱਲ ਵੱਖਰੀ ਹੈ ਵੀ ਹੁਣ ਜੇ ਅਗਲਾ ਦੇ ਬੰਦਾ ਤਰੱਦਦ ਕਰਕੇ ਜਾਂਦਾ ਨਾ ਵੇਖਣ ਜੀ, ਹੁਣ ਜੇ ਉਹਨੂੰ ਉੱਥੇ ਨਹੀਂ ਕੁਝ ਨਜ਼ਰ ਆਉਂਦਾ ਤੇ ਹੁਣ ਵਿਖਾਉਣਾ ਥੋੜਾ ਸਰਕਾਰ ਨੇ ਫਿਰ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਬਾਕੀ ਮੈਨੂੰ ਇੰਨੀ ਗੱਲ ਸਮਝ ਆਉਂਦੀ ਆ, ਬਲਵੀਰ ਸਿੰਘ ਸਿੱਧੂ ਹੋਰਾਂ ਦਾ ਮੈਨੂੰ ਚੇਤਾ ਆ ਗਿਆ। ਉਹਨਾਂ ਨੇ ਕਿਹਾ ਸੀ ਮੇਰਾ ਕਸੂਰ ਦੱਸ ਦਿਓ, ਅੱਖਾਂ ਭਰੀਆਂ ਉਹਨਾਂ ਨੇ ਕਿ ਮੈਨੂੰ ਮੰਤਰੀ ਮੰਡਲ ਚੋਂ ਕੱਢਿਆ, ਕਿਉਂ ਮੈਨੂੰ ਅਸਤੀਫਾ ਦੇਣ ਨੂੰ ਕਹਿੰਦੇ ਕਹਿ ਦਿੰਦੇ। ਵੀਰ ਦਵਿੰਦਰ ਸਿੰਘ ਹੋਰੀ ਕਾਂਗਰਸ ਪਾਰਟੀ ਦੇ ਲੀਡਰ ਤੇ ਕਦੇ ਇਹਨਾਂ ਦੇ ਹਲਕੇ ਤੋਂ ਹੀ ਕਾਂਗਰਸ ਪਾਰਟੀ ਵੱਲੋਂ ਚੋਣ ਲੜਦੇ ਸੀ। ਉਹਨਾਂ ਨੇ ਗੱਲ ਕਹੀ, ਉਹ ਕਹਿੰਦੇ ਜੀ ਦੇਖੋ ਬਲਵੀਰ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿਹਾ ਕਿ ਮੈਨੂੰ ਕਸੂਰ ਦੱਸ ਦਿਓ। ਵੀਰ ਦਵਿੰਦਰ ਸਿੰਘ ਹੋਰੀ ਕਹਿੰਦੇ 17 ਸਾਲ ਪਹਿਲਾਂ ਮੈਂ ਬਲਵੀਰ ਸਿੰਘ ਸਿੱਧੂ ਦੇ ਹਲਕੇ ਤੋਂ ਕਾਂਗਰਸ ਪਾਰਟੀ ਦਾ MLA ਸੀ। ਮੈਂ ਡਿਪਟੀ ਸਪੀਕਰ ਰਿਹਾ,
ਮੈਂ ਆਪਣੇ ਲੋਕ ਕੋਈ ਮਾੜਾ ਕੰਮ ਨਹੀਂ ਕੀਤਾ। ਮੈਂ ਜਿੰਨੇ ਕੁ ਸਾਧਨ ਸੀ ਡਿਵੈਲਪਮੈਂਟ 'ਚ ਵੀ ਕਸਰ ਕੋਈ ਨਹੀਂ ਛੱਡੀ। ਮੈਨੂੰ ਐ ਲੱਗਦਾ ਮੇਰਾ ਕਸੂਰ ਕੋਈ ਨਹੀਂ। ਮੇਰੀ ਕਹਿੰਦੇ ਟਿਕਟ ਕੱਟ ਦਿੱਤੀ, ਮੈਂ ਹਾਈ ਕਮਾਂਡ ਨੂੰ ਚਿੱਠੀ ਲਿਖੀ ਮੇਰਾ ਕਸੂਰ ਦੱਸ ਦਿਓ। ਕਹਿੰਦੇ 17 ਸਾਲ ਹੋ ਗਿਆ ਮੈਨੂੰ ਕਿਸੇ ਨੇ ਕਸੂਰ ਨਹੀਂ ਦੱਸਿਆ। ਤੇ ਉਦੋਂ ਜਦੋਂ ਮੈਂ ਕਹਿੰਦੇ ਕਸੂਰ ਪੁੱਛਦਾ ਸੀ ਤਾਂ ਬਲਵੀਰ ਸਿੰਘ ਸਿੱਧੂ ਦੇ ਸਮਰਥਕ ਭੰਗੜੇ ਪਾਉਂਦੇ ਸੀ, ਲੱਡੂ ਵੰਡਦੇ ਸੀ, ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਂਦੇ ਸੀ। ਤੇ ਅੱਜ ਇਹਨਾਂ ਕੋਲ ਟਿਕਟ ਖੋਲੀ ਹੈ, ਮੰਤਰੀ ਦਾ ਉਦੋਂ ਹੀ ਗਿਆ। ਜੇ ਕਹਿੰਦੇ ਮੇਰੇ ਹੱਕ 'ਚ ਉਦੋਂ ਹਾਂ ਦਾ ਨਾਰਾ ਮਾਰਿਆ ਹੁੰਦਾ ਤੇ ਸ਼ਾਇਦ ਅੱਜ ਮੈਂ ਵੀ ਇਹਨਾਂ ਦੇ ਹੱਕ 'ਚ ਮਾਰ ਦਿੰਦਾ। ਪਰ ਹੁਣ ਜਿੱਦਾਂ ਦਾ ਮੈਂ ਭੁਗਤਿਆ ਤੁਸੀਂ ਭੁਗਤੀ ਜਾਓ। ਨਹੀਂ, ਪਰ ਹੁਣ ਇਹ ਸਾਰੇ ਬਿਆਨ 'ਚ ਮੈਂ ਇੱਕ ਗੱਲ ਨਹੀਂ ਸਮਝਿਆ ਵੀ ਹੁਣ ਸਿੱਧੂ ਸਾਹਿਬ ਦੇ ਵਿਰੋਧ ਦੇ ਵਿੱਚ ਕਿਸੇ ਨੇ ਭੰਗੜੇ ਨਹੀਂ ਪਾਏ ਤਾਂ ਕਰਕੇ ਉਹਨਾਂ ਨੇ ਮੈਸੇਜ ਕੀਤਾ। ਨਹੀਂ ਇਦਾਂ ਨਹੀਂ, ਉਹ ਕਹਿੰਦੇ ਕਿ ਭਾਈ ਇੱਥੇ ਤਾਂ ਸਿਆਸਤ 'ਚ ਇਦਾਂ ਹੀ ਹੁੰਦੀ ਰਹਿੰਦੀ, ਤੁਹਾਡੇ ਨਾਲ ਪਹਿਲੀ ਵਾਰ ਨਹੀਂ ਹੋਈ। ਜਦੋਂ ਕਿਉਂਕਿ ਇਹਨਾਂ ਦੀ ਟਿਕਟ ਕਟਾ ਕੇ ਬਲਵੀਰ ਸਿੰਘ ਸਿੱਧੂ ਨੂੰ ਮਿਲੀ ਸੀ ਤੇ ਹਲਕਾ ਉਹੀ ਸੀ। ਤੇ ਉਦੋਂ ਇਹਨਾਂ ਨੇ ਚਿੱਠੀ ਪਾਈ ਸੀ ਕਿ ਭਾਈ ਹਾਈ ਕਮਾਂਡ ਤੋਂ ਮੜ ਜਾ ਪੁੱਛ ਕੇ ਕਿ ਮੈਨੂੰ ਮੇਰਾ ਕਸੂਰ ਦੱਸਿਓ। ਕਹਿੰਦੇ ਮੇਰਾ ਦੱਸਿਆ ਨਹੀਂ ਸਿੱਧੂ ਸਾਹਿਬ, ਤੁਹਾਡਾ 15 ਦਿਨ ਕਿਹੜਾ ਦੱਸ ਦਿਓ। ਚਲੋ ਇਹ ਤੇ ਹੁਣ ਸਮਾਂ ਦੱਸੂਗਾ ਵੀ ਕੀ ਬਣਦਾ ਕੀ ਨਹੀਂ ਬਣਦਾ, ਕਿਉਂਕਿ ਇਹ ਐਂ ਜਾਪਦਾ ਵੀ ਜਿੱਦਾਂ ਕੁੱਲ ਮਿਲਾ ਕੇ ਬੜੀ ਵਧੀਆ ਢੰਗ ਨਾਲ ਲੜਾਈ ਨਜਿੱਠ ਲਈ ਹੈ ਕਾਂਗਰਸ ਪਾਰਟੀ ਵਾਲੇ ਨੇ। ਪਰ ਪਤਾ ਨਹੀਂ ਮੈਨੂੰ ਐਂ ਕਿਉਂ ਜਾਪਦਾ ਵੀ ਉਦਾਂ ਹੀ ਜਿੱਦਾਂ ਮਤਲਬ ਪਾਥੀਆਂ ਦੀ ਅੱਗ ਹੁੰਦੀ ਨਾ ਤੇ ਉੱਤੇ ਪਰਾਲੀ ਜੀਆਂ ਸੁੱਟ ਕੇ ਹੈ ਨਹੀਂ ਕੁਝ ਵੀ, ਕਿੱਥੇ ਹੁਣ ਤੇ ਕੁਝ ਵੀ ਨਹੀਂ। ਹੌਲੀ ਹੌਲੀ ਧੁਖਣੀ ਆ, ਫਿਰ ਇੱਧਰੋਂ ਉੱਧਰੋਂ, ਫਿਰ ਬਾਅਦ 'ਚ ਪਤਾ ਉਦੋਂ ਲੱਗਣਾ ਜਦੋਂ ਅੰਗਿਆਰ ਬਣ ਜਾਣੇ। ਕਿਉਂਕਿ ਜਿੰਨੀਆਂ ਪੌਕਟਾਂ ਨੇ, ਭਾਵੇਂ ਆਪਾਂ ਮਾਝੇ ਵੱਲੋਂ ਲਾ ਲਈਏ, ਭਾਵੇਂ ਦੁਆਬੇ ਵੱਲੋਂ, ਭਾਵੇਂ ਮਾਲਵੇ ਵੱਲੋਂ, ਇਹ ਖੇਤਰਾਂ 'ਚ ਆਪਾਂ ਨਹੀਂ ਵੰਡਦੇ, ਇਹਨਾਂ ਨੇ ਆਪ ਹੀ ਵੰਡਿਆ। ਉਹ ਸਾਰੇ ਥਾਵਾਂ ਤੋਂ ਥੋੜਾ ਕਿਤੇ ਨਾ ਕਿਤੇ ਕੋਈ ਨਾ ਕੋਈ ਬੰਦਾ ਕਿਸੇ ਨਾਲ ਖਹਿ ਕੇ ਧੁਖਦਾ ਜ਼ਰੂਰ ਆ। ਉਹ ਅਸਲ 'ਚ ਸੰਧਾਲੀਆ ਸਾਹਿਬ ਉਹਦੇ ਪਿੱਛੇ ਕਾਰਨ ਇਹ ਸਾਰਿਆਂ ਨੂੰ ਲੱਗਦਾ ਸੀ ਕਿ ਅਸੀਂ ਸਿੱਧੂ ਸਾਹਿਬ ਦੇ ਸਭ ਤੋਂ ਨੇੜੇ ਆ। ਜੇ ਕਿਤੇ ਬਾਜੀ ਪਲਟ ਗਈ ਤਾਂ ਮੰਤਰੀ ਅਸੀਂ ਬਣਨਾ ਹੀ ਬਣਨਾ। ਪਰ ਮੰਤਰੀ ਤਾਂ ਹੁਣ ਭਾਈ 18 ਹੀ ਬਣਨੇ ਸਮੇਤ ਮੁੱਖ ਮੰਤਰੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ 5-7 ਬੰਦੇ ਦੁਆਬੇ ਦੇ ਵਿੱਚੋਂ ਹੋ ਗਏ ਇਕੱਠੇ ਹੋ ਕੇ ਕਿ ਰਾਣਾ ਗੁਰਜੀਤ ਸਿੰਘ ਨੂੰ ਕਿਉਂ ਬਣਾਉਣਾ ਹੈ, ਉਹਨਾਂ ਵਾਲਾ ਮਸਲਾ ਥੋੜਾ ਜਿਹਾ ਜਥੇਬੰਦ ਲੱਗਦਾ। ਬਾਕੀ ਤਾਂ ਇਕੱਲੇ ਨੂੰ ਇਕੱਲਾ ਟੱਕਣ ਵਾਲਾ ਵਿਰੋਧ ਹੀ ਹੈ। ਨਹੀਂ, ਉਹ ਜਥੇਬੰਦ ਵੀ ਤੇ ਇੱਕ ਪਾਸੇ ਹੀ ਹੈ ਨਾ ਗੱਲ ਤੇ ਹੈ। ਕਿਉਂਕਿ ਕਾਰਨ ਹੈ ਵੀ ਜਦੋਂ ਲੀਡਰ ਉਹ ਚੁਣਦੇ ਨੇ ਉਹ ਕਹਿੰਦੇ ਵੀ ਲੀਡਰ ਬਹੁਤ ਕੱਟੜ ਕਾਂਗਰਸੀ ਨੇ। ਉਹ ਕਹਿੰਦੇ ਯਾਰ ਇਹ ਸ਼ਬਦ ਨਾ ਵਰਤੋ ਕਿਉਂਕਿ ਪਿਛਲੇ ਮਹੀਨਿਆਂ 'ਚ ਗੇੜਾ ਗੂੜਾ ਉਹਨਾਂ ਵਾਹ ਬੰਦੇ ਮਾਰਿਆ ਹੈ ਨਾ। ਹੁਣ ਕਈ ਚੀਜ਼ਾਂ ਨੇ, ਪਰ ਕੁੱਲ ਮਿਲਾ ਕੇ ਇੱਕ ਗੱਲ ਤੇ ਹੈਗੀ ਆ ਵੀ ਫਿਲਹਾਲ ਉਹ ਨਜਿੱਠਿਆ ਜਾਪਦਾ। ਜੇ ਚੰਨੀ ਸਾਹਿਬ ਇਸ ਹਿਸਾਬ ਨਾਲ ਮੇਰੇ ਖਿਆਲ ਨਾਲ ਸਰਗਰਮੀ ਕਰ ਜਾਂਦੇ ਆ, ਆਉਂਦੇ 1.5-2 ਮਹੀਨੇ 'ਚ ਕੁਛ ਨਾ ਕੁਛ ਕਰਕੇ ਵਿਖਾ ਦੇਣ ਤੇ ਸ਼ਾਇਦ ਲੋਕ 4.5 ਸਾਲਾਂ ਦਾ ਜੋ ਕੁਛ ਕਮੀ ਪੇਸ਼ੀ ਉਡੀਕਦੇ ਸੀ ਉਹ ਥੋੜੀ ਬਹੁਤ ਭਰਪਾਈ ਹੋ ਜੇ। ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਹੁਣ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਡੀਜੇ ਤੇ ਨੱਚਣ ਵਾਲਾ ਸਮਾਂ, ਜਿਹੜਾ ਯਾਨੀ ਭੰਗੜੇ ਪਾਉਣ ਵਾਲਾ ਸਮਾਂ ਖਤਮ ਹੋ ਗਿਆ। ਤੇ ਹੁਣ ਚੰਨੀ ਸਾਹਿਬ ਦੇ ਲਈ ਆਉਣ ਵਾਲਾ ਸਮਾਂ ਪਤਾ ਕਿਹੜਾ ਹੈ? ਜਦੋਂ ਵਿਆਹ ਵਾਲੇ ਘਰ ਦੇ ਵਿੱਚੋਂ ਡੀਜੇ ਮੁੱਕ ਜਾਂਦਾ, ਉਹ ਆਪਣਾ ਸਮਾਨ ਲੈ ਜਾਂਦੇ, ਫਿਰ ਟੈਂਟ ਵਾਲੇ ਦਾ ਹਿਸਾਬ ਕਰਨਾ ਹੁੰਦਾ, ਗੁਰਦੁਆਰੇ ਦੇ ਭਾਂਡੇ ਮੋੜਨੇ ਹੁੰਦੇ ਆ, ਜਿਹੜਾ ਕੰਧ ਦੇ ਉੱਤੇ ਮਾੜਾ ਮੋਟਾ ਕਿਸੇ ਨੇ ਚਟਨੀ ਵਾਲੇ ਹੱਥ ਸਾਫ਼ ਕੀਤੇ ਹੁੰਦੇ ਉਹ ਵੀ ਸਾਫ਼ ਕਰਨੇ ਹੁੰਦੇ ਆ। ਇਹਦੇ ਤੋਂ ਇਲਾਵਾ ਹੋਰ ਲੈਣ ਦੇਣ ਜਿਹੜੇ ਨਜਿੱਠਣੇ ਹੁੰਦੇ ਆ, ਕਿਸੇ ਦਾ ਸਮਾਨ ਮੋੜਨਾ ਹੁੰਦਾ, ਗੁਰਦੁਆਰੇ ਦੇ ਚਮਚੇ ਘਟ ਗਏ ਹੁੰਦੇ ਆ। ਉਨਾ ਹੀ ਕੰਮ ਇੱਕ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਚਰਨਜੀਤ ਸਿੰਘ ਚੰਨੀ ਤੇ ਉਹਨਾਂ ਦੀ ਟੀਮ ਦੇ ਕੋਲ ਹੈ। ਲੋਕਾਂ ਨੇ ਮਹੀਨਾ ਖੰਡ ਮਸੀਂ ਦੇਣਾ ਹੀ, ਕਿਉਂਕਿ ਆਮ ਆਦਮੀ ਪਾਰਟੀ ਨੇ ਹਫ਼ਤਾ ਦਿੱਤਾ ਕਿ ਭਾਈ ਜੇ ਤੁਸੀਂ ਜਿਹੜੇ ਦਾਗੀ ਮੰਤਰੀ ਪਹਿਲਾਂ ਸੀਗੇ ਤੇ ਹੁਣ ਕੱਢ ਦਿੱਤੇ, ਉਹਨਾਂ ਦੇ ਖਿਲਾਫ ਪਰਚਾ ਨਾ ਦਰਜ ਕੀਤਾ, ਫਿਰ ਸਾਡੇ ਨਾਲੋਂ ਬੁਰਾ ਕੋਈ ਨਹੀਂ। ਕੰਮ ਉਹ ਸ਼ੁਰੂ ਹੋ ਜਾਣਾ। ਚੰਨੀ ਸਾਹਿਬ ਖਿੱਚ ਕੇ ਰੱਖੋ, ਨਹੀਂ ਤਾਂ ਲੋਕ ਖਿੱਚ ਦਿੰਦੇ ਹੁੰਦੇ ਆ। ਨਹੀਂ, ਨਾਲ ਫਿਰ ਇਹ ਵੀ ਹੈ ਨਾ, ਮੇਰਾ ਖਿਆਲ ਇੱਕ ਬੰਦੇ ਦੀ ਇਹ ਵੀ ਡਿਊਟੀ ਲਾਈ ਜਾਂਦੀ ਵੀ ਤੂੰ ਭੱਜ ਕੇ ਤੂੜੀ ਫਰੋਲ ਕੇ ਆ। ਕਹਿੰਦਾ ਕੀ ਕਹਿੰਦਾ ਬਰਫ਼ ਵਧੀ ਹੈ ਕੋਈ ਥੋੜੀ ਬਹੁਤ, ਹੈ ਨਾ। ਉਹ ਹੁਣ ਵੇਖ ਲੈਣ ਵੀ ਬਰਫ਼ ਵਾਲਾ ਜਿਹੜਾ ਖਜ਼ਾਨਾ ਉਹ ਜਾਇਆ ਕੁਛ ਨਾ ਕੁਛ। ਹਾਂ, ਨਹੀਂ ਜ਼ਰੂਰੀ ਕਿਸੇ ਵੇਲੇ ਹੁੰਦਾ ਨਾ ਵੀ ਅਗਲਾ ਠੰਡਾ ਪੀਣਾ, ਹੁਣ ਬਰਫ਼ ਤੇ ਚਾਹੀਦੀ ਹੈ ਨਾ। ਪਤਾ ਲੱਗੇ ਵੀ ਬਾਅਦ ਯਾਰ ਤੂੜੀ ਸਾਰੀ ਫਰੋਲੀ ਬਰਫ਼ ਤੇ। ਕਈ ਵਾਰੀ ਘਰ 'ਚ ਇੱਕ ਅੱਧਾ ਸਿਆਣਾ ਜੀ ਥੋੜੇ ਵਰਗਾ ਇਦਾਂ ਦਾ ਵੀ ਹੁੰਦਾ, ਉਹਦਾ ਕੰਮ ਹੁੰਦਾ ਪਹਿਲਾਂ ਉਹਨੇ ਜਾ ਕੇ ਦੇਖਣਾ ਕਰਿਆਨੇ ਦਾ ਸਮਾਨ ਕਿੱਥੇ ਪਿਆ, ਆਇਆ 2 ਕਿਲੋ ਰੱਖ ਕੇ ਬਾਕੀ ਫਿਰ ਮੋੜਿਓ 4 ਪੈਸੇ। ਹੁਣ ਵੇਖੋ ਕੀ ਹੁੰਦਾ। ਹੁਣ ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ ਸਾਡੇ ਤੱਕ, ਤੇ ਕੋ ਲਾਈਕ ਕਰਨ ਵਾਲਾ ਤੇ ਸ਼ੇਅਰ ਕਰਨ ਵਾਲਾ ਕੰਮ ਤੁਸੀਂ ਕਰਦੇ ਹੋ ਤੇ ਬੜਾ ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।